ਹਾਂਜੀ ਵੀਰੇ ਆਪਾਂ ਫੋਨ ਸਤਿ ਸ਼੍ਰੀ ਅਕਾਲ ਜੀ ਸਾਰੇ ਸਾਥੀਆਂ ਨੂੰ ਜਿਹੜੇ ਫੇਸਬੁੱਕ ਚਰਚਾ ਤੇ ਸਾਡੇ ਨਾਲ ਅੱਜ ਲਾਈਵ ਜੁੜੇ ਹੋਏ ਨੇ। ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈਗਾ ਫੇਸਬੁੱਕ ਚਰਚਾ ਦਾ ਉਹ ਹੈਗਾ ਆ ਕਿ ਜਿਹੜਾ 8 ਤਰੀਕ ਨੂੰ ਆਪਣੀਆਂ ਕਿਸਾਨ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ, ਪੂਰੇ ਭਾਰਤ ਦਾ ਬੰਦ ਦਾ ਸੱਦਾ ਦਿੱਤਾ। ਸੋ ਇਸ ਵਿਸ਼ੇ ਤੇ ਅੱਜ ਆਪਾਂ ਥੋੜੀ ਜਿਹੀ ਚਰਚਾ ਕਰਾਂਗੇ ਤੇ ਇਸ ਚਰਚਾ ਵਿੱਚ ਸ਼ਾਮਲ ਹੋਣ ਵਾਸਤੇ ਸਾਡੇ ਨਾਲ ਹੈਗੇ ਆ ਬਲਜਿੰਦਰ ਸਿੰਘ ਉੱਭੀ ਜੀ, ਗੁਰਿੰਦਰ ਸਿੰਘ ਤੂਰ ਜੀ ਤੇ ਅਮਨ ਸ਼ਰਮਾ ਜੀ। ਅਮਨ ਸ਼ਰਮਾ ਜੀ ਪਹਿਲਾਂ ਤੁਹਾਡੇ ਤੇ ਆ ਜਾਂਦੇ ਆ। ਕਹਿੰਦੇ ਕਿ ਇਹ ਜਿਹੜਾ ਅੰਦੋਲਨ ਹੈਗਾ ਖਾਲਿਸਤਾਨੀਆਂ ਦਾ, ਸਿੱਖਾਂ ਦਾ ਅੰਦੋਲਨ ਹੈ, ਤੇ ਸ਼ਰਮਾ ਜੀ ਵੀ ਸਾਡੇ ਨਾਲ ਬੈਠੇ ਆ। ਸੋ ਸ਼ਰਮਾ ਜੀ ਤੁਸੀਂ ਥੋੜੇ ਜਿਹੇ ਵਿਚਾਰ ਦਿਓ ਆਪਣੇ ਕਿ ਜਿਹੜਾ ਇਹ ਭਾਰਤ ਬੰਦ ਦਾ ਸੱਦਾ ਦਿੱਤਾ ਆ, ਇਹਦਾ ਤੁਹਾਨੂੰ ਕੀ ਲੱਗਦਾ ਹੈ ਕੀ ਇੰਪੈਕਟ ਰਹੂਗਾ? ਕਿਸ ਤਰ੍ਹਾਂ ਇਹ ਜਿਹੜਾ ਹੈਗਾ ਸਰਕਾਰ ਤੇ ਪ੍ਰੈਸ਼ਰ ਪਾਊਗਾ ਜਾਂ ਕਿਸ ਤਰ੍ਹਾਂ ਆਪਾਂ ਪੰਜਾਬੀ ਚ ਕਹਿ ਦਈਏ ਤਾਂ ਦਬਾਅ ਬਣੂਗਾ ਸਰਕਾਰ ਤੇ? ਤੁਸੀਂ ਇਹਦੇ ਬਾਰੇ ਥੋੜੀ ਜਿਹੀ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ। ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪਹਿਲੀ ਗੱਲ ਤਾਂ ਜਿਹੜਾ ਇਹਨਾਂ ਨੇ ਟੌਪਿਕ ਤੁਸੀਂ ਬਹੁਤ ਵਧੀਆ ਸ਼ੁਰੂ ਕੀਤਾ ਹੈ, ਸ਼ੁਰੂ ਪਹਿਲਾਂ ਹੀ ਇਹ ਚੀਜ਼ਾਂ ਹੈ ਕਿ ਜੋ ਇਹ ਕਹਿ ਰਹੇ ਨੇ ਖਾਲਿਸਤਾਨੀਆਂ ਨੂੰ ਦਾ ਨਾਮ ਲੈ ਕੇ ਚੱਲ ਰਹੇ ਨੇ, ਇਹ ਸਾਰਾ ਕੁਛ ਇਹਨਾਂ ਨੇ ਜੋ ਮੂਵਮੈਂਟ ਨੂੰ ਤਾਰੋਪੀੜ ਕਰਨ ਦੇ ਚੱਕਰ 'ਚ ਸਾਰਾ ਕੁਛ ਬੋਲ ਰਹੇ ਨੇ ਇਹ, ਤਾਂ ਕਿ ਸਾਰਿਆਂ ਨੂੰ ਡੀਸਟੇਬਲਾਈਜ਼ ਕੀਤਾ ਜਾਵੇ। ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸ਼ਾਹੀਨ ਬਾਗ ਦੇ ਵਿੱਚ ਮੂਵਮੈਂਟ ਹੋਈ ਸੀ, ਇਹਨਾਂ ਨੇ ਸਾਰੇ ਉਹ ਬੰਦਿਆਂ ਨੂੰ ਕਹਿਤਾ ਸੀ ਦੇਸ਼ ਵਿਰੋਧੀ ਨੇ ਸਾਰੇ, ਉਹਨਾਂ ਨੂੰ ਗਦਾਰ ਕਰਾਰ ਦਿੱਤਾ ਸੀ ਇਹਨਾਂ ਨੇ। ਇਸ ਕਰਕੇ ਇਹਨਾਂ ਨੂੰ ਆਦਤ ਪੈ ਚੁੱਕੀ ਹੈ ਕਿ ਆਪਾਂ ਨੂੰ ਡਾਇਵਰਟ ਕਰ ਦਈਏ ਕਿਸੇ ਚੀਜ਼ ਨੂੰ, ਵੀ ਉਹ ਲੋਕ ਦੂਸਰੇ ਚੀਜ਼ਾਂ ਦੇ ਵਿੱਚ ਹੀ ਇਹਨਾਂ ਨੂੰ ਮਸਤ ਹੋ ਜਾਣ ਤੇ ਇਸ ਚੀਜ਼ ਵੱਲ ਧਿਆਨ ਨਹੀਂ ਦੇਣ, ਤੇ ਜਿਹੜੇ ਮੇਨ ਏਜੰਡੇ ਤੋਂ ਸਾਰੇ ਮਤਲਬ ਸਾਈਡ ਤੇ ਹੋ ਜਾਣ। ਇਸ ਕਰਕੇ ਇਹਨਾਂ ਦਾ ਟਾਰਗੇਟ ਇਹੀ ਹੁੰਦਾ ਹੈ। ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਹੁਣੇ ਬਾਲੀਵੁੱਡ ਦੇ ਵਿੱਚ ਸੁਸ਼ਾਂਤ ਰਾਜਪੂਤ ਦਾ ਦਿਖਾਇਆ ਸੀ ਇਹਨਾਂ ਨੇ ਕਿ ਇਹ ਬੰਦੇ ਨੇ ਸੁਸਾਈਡ ਕਰ ਲਿਆ। ਹਜੇ ਤੱਕ ਨਹੀਂ ਪਤਾ ਸੁਸਾਈਡ ਕੀਤਾ ਜਾਂ ਮਰਡਰ ਕੀਤਾ, ਕੁਛ ਕੀਤਾ। ਉਹਨਾਂ ਨੇ ਉਸ ਚੀਜ਼ ਨੂੰ ਬਿਲਕੁਲ ਸਾਈਡ ਤੇ ਲਗਾ ਕੇ ਨਾਲ ਦੀ ਨਾਲ ਉਹਨਾਂ ਨੇ ਚਲਾਤਾ ਕਿ ਨਾਰਕੋਟਿਕਸ। ਕਿਸੇ ਨੂੰ ਨਹੀਂ ਪਤਾ ਸੁਸ਼ਾਂਤ ਰਾਜਪੂਤ ਦਾ ਕੀ ਬਣਿਆ, ਸੁਸਾਈਡ ਕੀਤਾ ਸੀ। ਇਸੇ ਕਰਕੇ ਇਹੀ ਚੀਜ਼ ਇਹ ਹੁਣ ਕਰ ਰਹੇ ਨੇ। ਖਾਲਿਸਤਾਨੀਆਂ ਦੇ ਮੂਵਮੈਂਟ ਹੈ। ਖਾਲਿਸਤਾਨੀ ਮੂਵਮੈਂਟ ਕਿਸ ਚੀਜ਼ ਦੀ ਖਾਲਿਸਤਾਨੀ ਮੂਵਮੈਂਟ ਹੈ? ਜਿਹੜੇ ਵਿਚਾਰੇ ਕਿਸਾਨ ਬੰਦੇ ਉੱਥੇ ਬੈਠੇ ਨੇ, ਆਪਣਾ ਸਾਰਾ ਘਰ-ਬਾਰ ਸਾਰਾ ਕੁਝ ਛੱਡ ਕੇ, ਉਹਦੇ 'ਚ ਹਿੰਦੂ ਵੀ ਹੈ, ਸਿੱਖ ਵੀ ਹੈ, ਮੁਸਲਮਾਨ ਵੀ ਹੈ, ਈਸਾਈ ਵੀ ਹੈ, ਸਾਰੇ ਸਟੇਟਸ ਤੋਂ ਬੰਦੇ ਆਏ ਹੋਏ ਨੇ। ਤਮਿਲਨਾਡੂ ਤੱਕ ਦੇ ਬੰਦੇ ਆਏ ਹੋਏ ਨੇ, ਮੱਧ ਪ੍ਰਦੇਸ਼, MP, UP ਸਭ ਜਗ੍ਹਾ ਤੋਂ ਬੰਦੇ ਆਏ ਹੋਏ ਨੇ। ਤੁਸੀਂ ਖਾਲਿਸਤਾਨੀ ਮੂਵਮੈਂਟ ਕਿਵੇਂ ਕਹਿ ਸਕਦੇ ਹੋ? ਹੁਣ ਕੱਲ ਇਹਨਾਂ ਨੇ ਕਹਿਤਾ ਕਿ ਉੱਥੇ ਕੋਈ ਮੁਕਾਬਲਾ ਹੋਇਆ ਤੇ ਉੱਥੇ 5 ਅੱਤਵਾਦੀ ਫੜੇ ਗਏ। ਇਹ ਸਾਰੀਆਂ ਚੀਜ਼ਾਂ ਇਹਨਾਂ ਦੀ ਪਲਾਨ ਨੇ ਸਾਰੀਆਂ। ਇਹਨਾਂ ਨੇ ਕੁਛ ਨਾ ਕੁਛ ਬੰਦੇ ਵੀ ਇਹਦੇ ਵਿੱਚ ਹੋਰ ਇੰਟਰਵਿਊ ਕਰਾਉਣੇ ਆ ਤਾਂ ਕਿ ਇਸ ਚੀਜ਼ ਨੂੰ ਕੁਛ ਨਵਾਂ ਰੰਗਤ ਦਿੱਤੀ ਜਾ ਸਕੇ। ਇਹੀ ਇਹ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਮੂਵਮੈਂਟ ਸ਼ੁਰੂ ਹੋਈ ਹੈ, ਉਦੋਂ ਪਹਿਲਾਂ ਵੀ ਇਸ ਜਗ੍ਹਾ ਤੇ ਜੇ ਖਾਲਿਸਤਾਨ ਦੀ ਮੂਵਮੈਂਟ ਕਹਿੰਦੇ ਉੱਥੇ ਕਿਸੇ ਬੰਦੇ ਨੇ ਭਾਵੁਕ ਹੋ ਕੇ ਜਾਂ ਕੋਈ ਮਤਲਬ ਕੋਈ ਸੋਚ ਲਓ ਕਿ ਅਨਵਾਂਟਿਡ ਕੋਈ ਐਲੀਮੈਂਟ ਸੀਗਾ ਉਹਦੇ ਵਿੱਚ, ਉਹਨੇ ਉੱਥੇ ਖਾਲਿਸਤਾਨ ਦਾ ਨਾਅਰਾ ਲਗਾਤਾ ਸੀਗਾ ਤੇ ਆਪਣੇ ਕਿਸਾਨ ਵੀਰਾਂ ਨੇ ਉਸ ਨੂੰ ਫੜ ਕੇ ਆਪ ਹੀ ਪੁਲਿਸ ਨੂੰ ਪਕੜਾਤਾ ਸੀਗਾ। ਇਹ ਮੂਵਮੈਂਟ ਬੜੀ ਵੈਲ ਆਰਗੇਨਾਈਜ਼ ਚੱਲ ਰਹੀ ਹੈ। ਇਹ ਬਹੁਤ ਕੋਸ਼ਿਸ਼ ਹੋ ਰਹੀ ਹੈ ਇਹਨੂੰ ਮਤਲਬ ਵੀ ਤੁਸੀਂ ਡਿਵਰਟ ਕਰਨ ਦੀ ਜਾਂ ਕਿਸੇ ਹੋਰ ਜਗ੍ਹਾ ਤੇ ਲੈ ਚੱਲੀਏ। ਪਰ ਸਲੂਟ ਹੈ ਜਿਹੜੇ ਜਿੰਨੀਆਂ ਕਿਸਾਨ ਜਥੇਬੰਦੀਆਂ ਨੂੰ, ਇਹਨਾਂ ਨੇ ਬੜੇ ਹੌਸਲੇ ਨਾਲ, ਬੜੇ ਦਲੇਰੀ ਨਾਲ, ਬੜੀ ਮਤਲਬ ਸੰਜਮ ਤੋਂ ਕੰਮ ਲੈਤਾ ਹੋਇਆ ਤੇ ਇਹ ਅੱਗੇ ਵੱਧ ਰਹੇ ਨੇ। ਤੇ ਇਹ ਹੈ ਕਿ ਇਹਨਾਂ ਨੇ ਆਪਣਾ ਵਾਪਸ ਦਰਵਾ ਕੇ ਬਿੱਲ ਉਦੋਂ ਹੀ ਘਰੇ ਜਾਣਗੇ। ਬੜੇ 6-6 ਮਹੀਨਿਆਂ ਦਾ ਇਹ ਸਾਰਾ ਰਾਸ਼ਨ ਨਾਲ ਲੈ ਕੇ ਆਏ ਹੋਏ ਨੇ। ਲੰਬੀ ਲੜਾਈ ਹੈ, ਪਰ ਇਹ ਤਾਂ ਤਿਆਰ ਨੇ ਲੰਬੀ ਲੜਾਈ ਵਾਸਤੇ। ਇਹਨੂੰ ਮੋਦੀ ਨੂੰ ਆਦਤ ਪਈ ਹੋਈ ਹੈ ਕਿ ਆਪਾਂ ਵੀ ਡਿਵਰਟ ਕਰਕੇ ਜਾਂ ਹੋਰ ਚੀਜ਼ਾਂ ਦੇ ਵਿੱਚ ਲਗਾ ਕੇ ਲੋਕਾਂ ਨੂੰ ਆਪਾਂ ਅਲਰਟ ਕਰ ਦਈਏ। ਇਹ ਹੋਣ ਵਾਲਾ ਨਹੀਂ ਹੈ ਜੀ ਇਸ ਵਾਰ। ਜੀ, ਸੋ ਆਪਾਂ ਚੱਲਦੇ ਹਾਂ ਹੁਣ ਗੁਰਿੰਦਰ ਤੂਰ ਅੰਕਲ ਜੀ ਦੇ ਵੱਲ। ਅੰਕਲ ਜੀ, ਤੁਸੀਂ ਵੈਸੇ ਤਾਂ ਮੈਂ ਅੰਕਲ ਜੀ ਕਹਿ ਰਿਹਾ, ਉੱਦਾਂ ਤੁਹਾਨੂੰ ਤੁਸੀਂ ਮੇਰੇ ਫਾਦਰ ਦਾਦਿਆਂ ਦੀ ਥਾਂ ਤੇ ਹੈਗੇ ਹੋ, ਹਨਾ? ਤਾਂ ਤੁਸੀਂ ਆਪਣੀ ਜ਼ਿੰਦਗੀ 'ਚ ਏਦਾਂ ਦੇ ਕਿੰਨੇ ਹੀ ਅੰਦੋਲਨ ਛੋਟੇ ਜਾਂ ਵੱਡੇ ਦੇਖੇ ਹੋਣਗੇ, ਲੋਕਲ ਲੈਵਲ ਤੇ, ਸਟੇਟ ਲੈਵਲ ਤੇ, ਨੈਸ਼ਨਲ ਲੈਵਲ ਤੇ।
ਤਾਂ ਜਦੋਂ ਆਪਾਂ ਕਹਿੰਦੇ ਆ ਕਿ ਆਪਾਂ ਪੂਰਾ ਬੰਦ ਦਾ ਆਵਾਜ਼ ਦਿੰਦੇ ਆ ਕਿ ਸਟੇਟ ਨੂੰ ਬੰਦ ਕਰ ਦਿਓ ਜਾਂ ਆਪਣੇ ਜ਼ਿਲ੍ਹੇ ਨੂੰ ਬੰਦ ਕਰ ਦਿਓ ਜਾਂ ਆਪਣੇ ਭਾਰਤ ਨੂੰ ਬੰਦ ਕਰ ਦਿਓ, ਤਾਂ ਤੁਹਾਡੇ ਹਿਸਾਬ ਨਾਲ ਇਹਦਾ ਕੀ ਇੰਪੈਕਟ ਰਹਿੰਦਾ? ਕੀ ਫਰਕ ਪੈਂਦਾ ਸਰਕਾਰਾਂ ਨੂੰ? ਕੀ ਉਹ ਥੋੜੇ ਬਹੁਤੀ ਹਿਲਜੁਲ ਹੁੰਦੀ ਹੈ ਜਾਂ ਫਿਰ ਸਿਰਫ ਆਪਾਂ ਬੰਦ ਕਰਕੇ ਘਰੇ ਬੈਠ ਜਾਂਦੇ ਹਾਂ? ਪਹਿਲੀ ਗੱਲ ਇਹ ਹੈਗੀ ਆ ਕਿ ਜਿਹੜਾ ਇਹ ਬੰਦ ਆ, ਇਹ ਇਸ ਵੇਲੇ ਪੂਰੇ ਹਿੰਦੁਸਤਾਨ ਦੇ ਵਿੱਚ 500 ਤੋਂ ਵੱਧ ਤਾਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਹਦੀ ਹਮਾਇਤ ਕੀਤੀ ਹੈ, ਸਰਗਰਮ ਹੋ ਗਏ ਆ। ਜਿਹੜੀਆਂ ਟ੍ਰੇਡ ਯੂਨੀਅਨ ਆ, ਟ੍ਰੇਡ ਯੂਨੀਅਨ ਜਿੰਨੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਜਿਨ੍ਹਾਂ 'ਚ ਹਜ਼ਾਰਾਂ ਬੰਦੇ ਕੰਮ ਕਰਦੇ ਆ, ਉੱਥੇ ਟ੍ਰੇਡ ਯੂਨੀਅਨਾਂ ਕੰਮ ਕਰਦੀਆਂ, ਔਰ ਉਹ ਸਾਰੇ ਜਿਹੜੇ ਟ੍ਰੇਡ ਯੂਨੀਅਨਿਸਟ ਆ ਉਹਨਾਂ ਨੇ ਅਪੀਲ ਕਰ ਦਿੱਤੀ ਆ ਕਿ ਪੂਰਾ ਬੰਦ ਹੋਊਗਾ। ਜਿੰਨੀਆਂ ਟਰਾਂਸਪੋਰਟ ਦੇ ਜਿਹੜੀਆਂ ਯੂਨੀਅਨ ਆ ਉਹਨਾਂ ਨੇ ਵੀ ਕਰ ਦਿੱਤਾ, ਔਰ ਪੋਲੀਟੀਕਲ ਜਿਹੜੀ ਹੈਗੀ ਆ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਆ ਕਾਂਗਰਸ ਦੀ, ਉਹਨੇ ਪੋਲੀਟੀਕਲੀ ਕਿਹਾ ਵੀ ਸਾਰੇ ਇਹ ਕਰਨਗੇ। ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੀਆਂ ਸੰਸਥਾਵਾਂ ਨੇ ਕਰ ਦਿੱਤਾ, ਔਰ ਮੈਂ ਤਾਂ ਆਪਣੀ ਜ਼ਿੰਦਗੀ 'ਚ ਦੇਖਿਆ ਨਹੀਂ, ਮੇਰੀ ਜ਼ਿੰਦਗੀ 'ਚ ਇਹ ਸਭ ਤੋਂ ਵੱਡਾ ਜਿਹੜਾ ਬੰਦ ਹੋਊਗਾ ਇਹ ਪੂਰੇ ਹਿੰਦੁਸਤਾਨ ਦਾ ਹੋਊਗਾ, ਕਿਉਂਕਿ ਪਹਿਲੀ ਵਾਰੀ ਆ ਕਿ ਪੂਰੀ ਦੁਨੀਆ ਦੇ ਜਿਹੜੇ ਕੰਟਰੀ ਆ ਉਹਨਾਂ ਦੇ ਵਿੱਚ ਵੀ ਹਿਲਜੁਲ ਹੋਈ ਆ ਇਸ ਬੰਦ ਬਾਰੇ, ਔਰ ਜਿਹੜੀਆਂ ਸਰਗਰਮੀਆਂ ਹੋਈਆਂ ਉਹ ਤਾਂ ਅਲੱਗ ਗੱਲ ਆ। ਲੇਕਿਨ ਗੱਲ ਆਪਾਂ ਬੰਦ ਦੇ ਸਬਜੈਕਟ ਤੇ ਜਾਈਏ ਕਿ ਏਡਾ ਵੱਡਾ ਬੰਦ ਹੋਊਗਾ ਵੀ ਇਹ 1947 ਤੋਂ ਬਾਅਦ ਇਹ ਹਿੰਦੁਸਤਾਨ ਦਾ ਏਡਾ ਪਹਿਲਾ ਕਾਮਯਾਬ ਹੋਊਗਾ, ਔਰ ਇਹ ਪੰਜਾਬ ਜਿਹੜਾ ਹੈਗਾ ਇਹਨੂੰ ਇੱਕ ਕਿਸਮ ਦਾ ਜਿੱਦਾਂ ਮੋਹਰੀ ਕਹਿ ਲਓ ਲੀਡ ਕਰੂਗਾ। ਔਰ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਆ ਕਿ ਇੱਕ 30 ਜਥੇਬੰਦੀਆਂ ਨਿਰੋਲ ਪੰਜਾਬ ਦੀਆਂ ਇਕੱਠੀਆਂ ਹੋ ਕੇ ਇੱਕ ਨਾਨ ਪੋਲੀਟੀਕਲ ਜਿਹੜਾ ਹੈਗਾ ਉਸ ਚੀਜ਼ ਨੂੰ ਇੱਕ ਨਵਾਂ ਰੰਗ ਦਿੱਤਾ ਜਾਊਗਾ ਪੰਜਾਬ 'ਚ। ਅੱਗੇ ਕੀ ਹੁੰਦਾ ਸੀਗਾ ਕਿ ਵਿੱਚ ਪੋਲਿਟਿਕਸ ਵੜ ਜਾਂਦੀ ਸੀ, ਵਿੱਚ ਉਹ ਸਾਰਾ ਕੰਮ ਖਰਾਬ ਹੋ ਜਾਂਦਾ ਸੀ, ਔਰ ਇਹ ਪਹਿਲੀ ਵਾਰੀ ਆ ਕਿ ਇੰਨੇ ਮਹੀਨੇ ਉਹ ਲਗਾਤਾਰ ਸੰਘਰਸ਼ ਕੀਤੇ, ਔਰ ਨਰੋਲ ਜਿਹੜਾ ਹੈਗਾ ਉਹ ਕਿਸਾਨ ਇੱਕ ਆਪਣੀ ਆਇਡੈਂਟੀਟੀ ਬਣਾ ਸਕਿਆ, ਇੱਕ ਆਪਣੀ ਪਛਾਣ ਬਣਾ ਸਕਿਆ, ਇੱਕ ਆਪਣਾ ਬੈਨਰ ਬਣਾ ਸਕਿਆ, ਔਰ ਉਹਦੀ ਕਾਲ ਦੇ ਉੱਤੇ ਇਹ ਹਰ ਇੱਕ ਨੇ ਜਿਹੜਾ ਹੈਗਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ ਉਹਦਾ ਮਨ ਪਸੀਜਿਆ ਹੈਗਾ। ਔਰ ਮੇਰੇ ਹਿਸਾਬ ਨਾਲ ਇਹ ਐਡਾ ਵੱਡਾ ਇਹ ਇੱਕ ਬੰਦ ਜਿਹੜਾ ਹੈਗਾ ਕੱਲਾ ਬੰਦ ਦੇ ਤੌਰ ਦੇ ਉੱਤੇ ਨਹੀਂ, ਉਹ ਤਾਂ ਪਹਿਲਾਂ ਹੀ ਪ੍ਰੈਸ਼ਰ ਪੈਣ ਲੱਗ ਪਿਆ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਬੜਾ ਕੋਸ਼ਿਸ਼ ਕੀਤੀ ਵੀ ਨਾ ਹੋਵੇ। ਉਹਨਾਂ ਤੇ ਇੱਥੋਂ ਤੱਕ ਚਲਾਕੀ ਖੇਡੀ ਕਿ ਜਿਹੜੀ ਹੁਣ ਕਨਕਲੂਡ ਕਰ ਰਹੇ ਆ, ਇਹ ਜਿਹੜੀਆਂ ਮੀਟਿੰਗਾਂ ਹੋਈਆਂ ਅਸੀਂ ਇਹਦੇ ਵਿੱਚ ਫੈਸਲਾ ਦੇਣਾ 8 ਤਰੀਕ ਨੂੰ। ਇਹ ਤਾਂ ਸਾਡੇ ਜਿਹੜੇ ਲੀਡਰ ਆ 30 ਬੜੇ ਹੁਸ਼ਿਆਰ ਆ, ਉਹਨਾਂ 'ਚ ਇੱਕ ਵਕੀਲ ਵੀ ਆ, LLM ਵੀ ਆ, ਔਰ ਬੜੇ ਉਹ ਖਿਡਾਰੀ ਆ। ਉਹਨਾਂ ਨੇ ਕਿਹਾ ਜੀ 8 ਨੂੰ ਸਾਡੀ ਕਾਲ ਆ, ਤੁਸੀਂ 9 ਰੱਖੋ। ਕਹਿਣ ਦਾ ਮਤਲਬ ਇਹ ਆ ਵੀ ਗਵਰਨਮੈਂਟ ਆਫ ਇੰਡੀਆ ਤਾਂ ਚਾਹੁੰਦੀ ਨਹੀਂ, ਲੇਕਿਨ ਹਰ ਜਿਹੜਾ ਬੰਦਾ ਆ ਉਹ ਕਿਸਾਨਾਂ ਦੇ ਨਾਲ ਆ, ਕਿਉਂਕਿ ਇਹ ਜਥੇਬੰਦੀਆਂ ਨਿਰੋਲ ਜਿਹੜੀਆਂ ਸੀਗੀਆਂ ਨਾਨ ਪੋਲੀਟੀਕਲ ਪੰਜਾਬ 'ਚ ਜਿਹੜੀ ਇਹਨਾਂ ਨੇ ਲਹਿਰ ਚਲਾਈ ਆ। ਔਰ ਮੇਰੇ ਹਿਸਾਬ ਨਾਲ ਇਹ ਕੋਈ ਜਿਹੜੀ ਲਹਿਰ ਆ ਨਾ, ਇਹ ਇਨਕਲਾਬੀਆਂ ਜਿੰਨੇ ਵੀ ਇਨਕਲਾਬ ਆਏ ਆ, ਬਦਲਾਵ ਆਏ ਆ, ਕ੍ਰਾਂਤੀਆਂ ਆਈਆਂ, ਚੇਂਜਸ ਆਈਆਂ, ਉਹ ਇੱਕ ਗੱਲ ਉਹ ਕਹਿੰਦੇ ਸੀ ਕਿ ਮਾਂ ਦੇ ਪੇਟ ਦੇ ਵਿੱਚ ਬੱਚੇ ਨੇ ਲੈਣੇ 9 ਮਹੀਨੇ ਤੇ ਬੱਚਾ ਬਾਹਰ ਆਉਣਾ। ਉਹ ਉਸੇ ਤਰ੍ਹਾਂ ਜਿਹੜਾ ਇਹ ਇਨਕਲਾਬ ਆ ਇਹ ਲੋਕਾਂ ਦੇ ਜਨਤਾ ਦੇ ਪੇਟ 'ਚ ਹੁੰਦਾ, ਇਹ ਉੱਥੋਂ ਫਿਰ ਨਿਕਲਦਾ। ਹੁਣ ਤੁਸੀਂ ਇਹ ਦੇਖੋ ਵੀ ਕਿੱਦਾਂ ਸਾਰੇ ਨਾਲ ਰਲ ਗਏ, ਇਕੱਲੇ ਪੰਜਾਬ ਦੇ ਨਹੀਂ ਪੂਰੇ ਇੰਡੀਆ ਦੇ, ਪੂਰੇ ਦੁਨੀਆ ਦੇ ਜਿਹੜੇ ਰਲ ਗਏ ਆ। ਇਹ ਇੱਕ ਕ੍ਰਾਂਤੀ ਦਾ ਜਨਮ ਆ, ਔਰ ਜਿਹੜਾ ਕੱਲ ਆ ਉਹ ਯਾਨੀ ਕਹਿਣ ਦਾ ਮਤਲਬ ਇਹ ਆ ਵੀ ਕਾਮਯਾਬ ਤਾਂ ਹੁਣੇ ਹੀ ਹੋ ਗਿਆ। ਬੇਸ਼ੱਕ ਹੁਣ ਤਾਂ ਕੁਝ ਘੰਟਿਆਂ ਬਾਅਦ ਸ਼ੁਰੂ ਹੋ ਜਾਣਾ ਬੰਦ, ਕਿਉਂਕਿ ਸਵੇਰ ਤੋਂ ਲੈ ਕੇ ਉਹ 3 ਵਜੇ ਤਾਈਆਂ, ਫਿਰ 3 ਵਜੇ ਤੋਂ ਬਾਅਦ ਜਿਹੜਾ ਪਹਿਲਾ ਚੱਕਾ ਜਾਮ 3 ਵਜੇ ਤੱਕ ਆ, ਫਿਰ ਚੱਲ ਪਊਗਾ ਕੁਝ ਘੰਟਿਆਂ ਬਾਅਦ ਹੀ ਉਸ ਪਵਿੱਤਰ ਧਰਤੀ ਦੇ ਵਤਨ ਤੇ ਇਹ ਜਿਹੜਾ ਸੰਗਰਾਮ ਸ਼ੁਰੂ ਹੋਊਗਾ। ਇਹ ਤੁਸੀਂ ਦੇਖਣਾ ਮੇਰੇ ਹਿਸਾਬ ਨਾਲ ਇਹ ਕੋਈ ਛੋਟਾ ਜਿਹਾ ਬੰਦ ਨਹੀਂ, ਇਹ ਇੱਕ ਬੀਜ ਆ, ਇੱਕ ਕ੍ਰਾਂਤੀ ਦਾ ਜਿਹੜਾ ਬੀਜ ਹੈ ਬੀਜ ਹੋ ਜਾਊਗਾ। ਕਿਉਂਕਿ ਇੰਨੇ ਮਹੀਨਿਆਂ 'ਚ ਇਹਨਾਂ ਨੇ ਜਿਹੜੀ ਉਹ ਜ਼ਮੀਨ ਵੱਤਰ ਵਾਹੀ ਆ, ਉਹਦੇ ਵਿੱਚ ਜਿਹੜਾ ਬੀਜ ਆ ਉਹ ਕੱਲ ਪੈ ਜਾਣਾ ਆ, ਔਰ ਇੱਕ ਬਹੁਤ ਵੱਡੀ ਇੱਕ ਚੀਜ਼ ਬਣਨੀ ਆ। ਔਰ ਜਿਸ ਤਰ੍ਹਾਂ ਨੌਜਵਾਨ ਅੱਗੇ ਆਏ ਆ, ਇਹ ਮੈਂ ਤਾਂ ਹੈਰਾਨ ਰਹਿ ਗਿਆ ਕਿ ਇਹ ਅਸੀਂ ਸਮਝਦੇ ਸੀ ਕਿ ਸਾਰੇ ਨਸ਼ੇੜੀ ਆ, ਜਵਾਨੀ ਤਾਂ ਗਈ, ਪੰਜਾਬ ਦੀ ਜਵਾਨੀ ਤਾਂ ਖਤਮ ਹੋ ਗਈ। ਪਰ ਜਿੱਦਾਂ ਉਹ ਆਏ ਨੇ, ਪਹੁੰਚੇ ਆ, ਰੁਕਾਵਟਾਂ ਦੇਖ ਲਓ ਕਿੰਨੇ ਕਿੰਨੇ ਟਨ ਦੇ ਉਹ ਸੀਗੇ, ਜਿਹੜੀਆਂ ਭਾਰੀਆਂ ਮਸ਼ੀਨਾਂ ਨਾਲ ਰੱਖ ਹੋਏ ਆ, ਉਹਨਾਂ ਨੇ ਕਿੱਦਾਂ ਪਾਸੇ ਕਰ ਦਿੱਤੇ ਆ। ਉਹਨਾਂ 'ਚ ਜੋਸ਼ ਵੀ ਸੀ, ਰੋਸ ਵੀ ਸੀ, ਔਰ ਉਹਨਾਂ ਨੇ ਉਹ ਚੀਜ਼ਾਂ ਹਟਾਈਆਂ ਨੇ। ਔਰ ਇੰਨੀ ਮਾਤਰਾ 'ਚ, ਇੰਨੀ ਗਿਣਤੀ 'ਚ
ਇੱਕ ਕਾਫਲੇ ਜਿਹੜੇ ਨੌਜਵਾਨਾਂ ਦੇ ਤੁਰੇ ਆ, ਤਾਂ ਮੈਨੂੰ ਇੱਕ ਜਿਹੜੀ ਆਸ ਦੀ ਕਿਰਨ ਨਜ਼ਰ ਆਈ ਆ। ਤਾਂ ਮੈਂ ਇੱਕ ਸ਼ੇਰ ਲਿਖਿਆ। ਉਹ ਸ਼ੇਰ ਕੀ ਹੈ ਜੀ, ਕਹਿੰਦਾ ਹਜ਼ਾरों शेर हैगा, ठहरो अपनी पतंगों को बाहों में छिपा लो, ठहरो अपनी पतंगों को बाहों में छिपा लो, हवाओं का रुख बदलने की खबर वतन से आई है। तो मेरा इस शेर दे नाल ही मैं अपना बाणी नूं विराम दिना। और ये नौजवान जिवें उठे ने, ये वाकई कोई जिहड़ी ये हवा दा रुख आ, ये हुण बदल जाऊगा। और ये चंगे अपने वतन दे लई जो ਅਸੀਂ ਸੋਚਦੇ ਆ ਪ੍ਰਵਾਸੀ ਬਾਹਰ ਬੈਠੇ, ਉਹ ਜਿਹੜੀ ਚੇਂਜ ਆਊਗੀ, ਜ਼ਰੂਰ ਆਊਗੀ। ਮੇਰੀ ਇੰਨੀ ਬੇਨਤੀ ਹੈ ਜੀ। ਅਮਨ ਜੀ, ਆਪਾਂ ਤੁਹਾਡੇ ਕੋਲ ਦੁਬਾਰਾ ਆਉਣੇ ਆ। ਜਦੋਂ ਆਪਣਾ ਜੇਕਰ ਤਾਂ ਕਿਸਾਨ ਯੂਨੀਅਨ ਜਾਂ ਜਿਹੜੇ ਆਪਣੇ ਕਿਸਾਨ ਯੂਨੀਅਨ ਦੇ ਲੋਕ ਹੈਗੇ ਆ, ਪਹਿਲਾਂ ਤਾਂ ਸਾਰੇ ਪਿੰਡਾਂ ਦੇ ਵਿੱਚ ਬੈਠੇ ਸੀ। ਜਦੋਂ ਵੀ ਕੋਈ ਬੰਦ ਦਾ ਸੱਦਾ ਲੋਕਲ ਲੈਵਲ ਤੇ ਦਿੱਤਾ ਜਾਂਦਾ ਸੀ ਤਾਂ ਬੜੇ ਈਜ਼ੀਲੀ ਆਰਗੇਨਾਈਜ਼ ਕਰ ਲੈਂਦੇ ਸੀ ਉਸ ਬੰਦ ਨੂੰ। ਪਰ ਹੁਣ ਆਪਣੇ ਮੋਸਟਲੀ ਜਿਹੜੇ ਕਿਸਾਨ ਆ, ਕਮੇਟੀਆਂ ਦੇ ਲੋਕ ਹੈਗੇ ਆ, ਜਾਂ ਜਿਹੜੇ ਅੱਗੇ ਲੀਡ ਕਰਦੇ ਸੀ ਕਿਸਾਨ ਯੂਨੀਅਨਸ ਨੂੰ, ਉਹ ਸਾਰੇ ਜ਼ਿਆਦਾਤਰ ਲੋਕ ਆਪਣੇ ਦਿੱਲੀ ਦੇ ਵਿੱਚ ਬੈਠੇ ਆ। ਤਾਂ ਆਪਾਂ ਜਿਹੜੇ ਹੁਣ ਲੋਕਲ ਲੈਵਲ ਤੇ ਬੰਦ ਹੋਣਾ ਆ, ਉਹਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਲੋਕਾਂ ਨੂੰ, ਤਾਂ ਕਿ ਆਪਣੇ ਤੇ ਕੱਲ ਨੂੰ ਕੋਈ ਸਵਾਲ ਵੀ ਨਾ ਉੱਠੇ ਤੇ ਆਪਾਂ ਕਾਮਯਾਬੀ ਨਾਲ ਇਸ ਬੰਦ ਨੂੰ ਨੇਪਰੇ ਚਾੜੀਏ? देखिए इस तरह जी, जिस तरह की आप पहले गल कर चुके हैं, बड़े सिस्टमेटिक वे नाल ये सारा कुछ चल रहा है। एक तो हुण ये है कि कुछ ना कुछ जिहड़ी चीज़ां हैगियां ये यूथ के हत्थ 'च भी आ चुकियां ने, क्योंकि अजकल इंटरनेट का जमाना है। इंटरनेट के थ्रू ही बहुत सब जगह ते मैसेजिंग हो रही है, सब जगह ते कन्वे हो रहा है कि उत्थे की अजकल की प्लान है डे का। ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਸ਼ਾਂਤੀਮਈ ਹੋਣਾ ਚਾਹੀਦਾ ਇਹ ਚੀਜ਼ਾਂ ਜੋ ਹੋਣੀਆਂ। ਤੇ ਜੋ ਕਰ ਰਹੇ ਨੇ ਇਹਨਾਂ ਨੇ ਹੁਣ ਤੱਕ ਇੰਨਾ ਵਧੀਆ ਪਲਾਨ ਕੀਤਾ, ਸ਼ਾਂਤਮਈ ਢੰਗ ਨਾਲ ਕੀਤਾ। ਤੇ ਤੁਸੀਂ ਦੇਖਿਆ ਹੋਣਾ ਉੱਥੇ ਪੁਲਿਸ ਵਾਲੇ ਬੰਦੇ ਜਿਹੜੇ ਉਹਨਾਂ ਉੱਪਰ ਲਾਠੀਆਂ ਭਰਾ ਰਹੇ ਸੀ, ਉੱਥੇ ਵਾਟਰ ਕੈਨਨ ਚੱਲ ਰਹੇ ਸੀ, ਉਹਨਾਂ ਨੂੰ ਵੀ ਇਹ ਖਾਣਾ ਖਿਲਾ ਰਹੇ ਆ ਉੱਥੇ। ਤੁਸੀਂ ਦੇਖਿਆ ਸਭ ਚੀਜ਼ਾਂ ਇਹ। ਇਸ ਕਰਕੇ ਮਤਲਬ ਉਹ ਪੁਲਿਸ ਵਾਲੇ ਬੰਦੇ ਵੀ ਤੁਸੀਂ ਦੇਖਿਆ ਉਹਦੇ ਵਿੱਚ ਉਹ ਵੀ ਵਰਤਾਈ ਜਾਂਦੇ ਨੇ ਉੱਥੇ ਲੰਗਰ ਜੀ। ਪੁਲਿਸ ਵਾਲੇ ਬੰਦੇ ਵੀ ਮਤਲਬ ਵੀ ਲੰਗਰ ਵਰਤਾ ਰਹੇ ਨੇ। ਇਸ ਕਰਕੇ ਇਹਦੇ ਵਿੱਚ ਹਰ ਬੰਦੇ ਦੀ ਇਨਵੋਲਵਮੈਂਟ ਹੈ। ਕੁਝ ਬੰਦਿਆਂ ਦੀ ਮਜਬੂਰੀ ਹੁੰਦੀ ਹੈ ਕਿ ਚਲੋ ਸਾਡੀ ਡਿਊਟੀ ਹੈ ਇਹ ਕਰਨੀ ਹੈ, ਉਹ ਬੰਦੇ ਪੁਲਿਸ ਵਾਲੇ ਉਹਦੇ ਸਾਹਮਣੇ ਖੜਨਗੇ ਵੀ, ਪਰ ਅੰਦਰੋਂ ਤਾਂ ਮੋਸਟਲੀ ਆਪਣਾ ਜਿਸ ਤਰ੍ਹਾਂ ਪਤਾ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖੇਤੀ ਪ੍ਰਧਾਨ ਸੂਬੇ ਨੇ ਸਾਰੇ ਇਹ, ਤੇ ਉਹਨਾਂ ਦਾ ਵੀ ਕੋਈ ਨਾ ਕੋਈ ਬੰਦਾ ਖੇਤੀ ਕਰਦਾ ਤੇ ਉਹ ਸੋਚਦੇ ਨੇ ਤੇ ਇੰਟਰਨਲੀ ਉਹ ਆਪਣੀ ਅੰਤਰਾਤਮਾ ਤੋਂ ਸੋਚ ਕੇ ਚੱਲਦੇ ਨੇ ਕਿ ਅਸੀਂ ਹੈ ਚੱਲ ਅਸੀਂ ਡਿਊਟੀ ਵੀ ਕਰਨੀ ਹੈ, ਪਰ ਅਸੀਂ ਆਪਦੀ ਜ਼ਮੀਰ ਦੀ ਆਵਾਜ਼ ਵੀ ਸੁਣਨੀ ਹੈ। ਉਹ ਇਸ ਕਰਕੇ ਨਾ ਉਹ ਵੀ ਬਾਹਲੀ ਸਟ੍ਰਿਕਨੈਸ ਕਰਨ ਦੇ ਚੱਕਰ 'ਚ ਬਹੁਤੇ ਨਹੀਂ ਲੱਗਦੇ ਵੀ ਅਸੀਂ ਇੰਨਾ ਕੁਛ ਕਰਾਂਗੇ। ਪਰ ਜੋ ਹੁਣ ਅੱਗੇ ਜੋ ਚੱਲ ਰਿਹਾ ਹੈ, ਕਿਉਂਕਿ ਹੁਣ ਉੱਥੇ ਜਿਸ ਤਰ੍ਹਾਂ ਇਹਨਾਂ ਨੇ ਕੀਤੇ ਸੀ ਕਸ਼ਮੀਰ ਦੇ ਵਿੱਚ ਕਿ ਉੱਥੇ ਇਹਨਾਂ ਨੇ ਧਾਰਾ 370 ਹਟਾ ਕੇ ਜਾਂ ਜੋ ਕੁਛ ਕੀਤਾ ਉਹਨਾਂ ਨੂੰ, ਫਿਰ ਇਹਨਾਂ ਨੇ ਉੱਥੇ ਇੰਟਰਨੈਟ ਬੰਦ ਕਰਤਾ, ਸਾਰਾ ਕੁਝ ਕਾਫੀ ਦੇਰ। ਉਹੀ ਚੀਜ਼ ਇਹ ਹੁਣ ਇੱਥੇ ਕਰਨ ਦੇ ਚੱਕਰ 'ਚ ਨੇ। ਇਹਦੇ ਵਿੱਚ ਇਹਨਾਂ ਨੇ ਜੈਮਰ ਮੰਗਾ ਲਏ ਨੇ ਕਾਫੀ ਸਾਰੇ ਉੱਥੇ, ਜੈਮਰ ਲਗਾ ਕੇ ਤੇ ਉਦੋਂ ਬਾਅਦ ਵੱਡੇ ਵੱਡੇ ਬੈਰੀਗੇਡਸ ਹੁਣ ਇਹਨਾਂ ਨੇ ਇੱਥੇ ਕਾਫੀ ਮੰਗਾ ਰਹੇ ਨੇ। ਔਰ ਉਦੋਂ ਬਾਅਦ ਹੁਣ ਇੱਥੇ ਆਰਮੀ ਕਾਲ ਕੀਤੀ ਹੋਈ ਹੈ, ਆਰਮੀ ਆ ਪਹੁੰਚ ਵੀ ਚੁੱਕੀ ਹੈ ਜੀ। ਤੇ ਇਹ ਚੀਜ਼ਾਂ ਵੀ ਪ੍ਰਵੋਕ ਕਰਨ ਵਾਸਤੇ ਬਹੁਤ ਕੁਝ ਕਰਨਗੇ। ਹੋ ਸਕਦਾ ਇਹ ਚੀਜ਼ਾਂ ਕੁਛ ਯੂਜ਼ ਨਾ ਵੀ ਕੀਤੇ ਜਾਣ, ਉਦੋਂ ਪਹਿਲਾਂ ਕੋਈ ਫੈਸਲਾ ਹੀ ਇਹੋ ਜਿਹੇ। ਇਹੀ ਉਮੀਦ ਹੈ ਤੇ ਇਹੀ ਅਸੀਂ ਆਸ ਕਰਦੇ ਹਾਂ ਕਿ ਉਦੋਂ ਪਹਿਲਾਂ ਇਹ 'ਚ ਵੀ ਫੈਸਲਾ ਆ ਜਾਏ, ਕਿਉਂਕਿ ਜੇ ਉਹ ਚੀਜ਼ਾਂ ਤੇ ਗੱਲ ਪਹੁੰਚ ਗਈ ਤਾਂ ਇਹ ਮੋਦੀ ਨੂੰ ਸ਼ਾਇਦ ਯਾਦ ਨਹੀਂ, ਇਹ ਭੁੱਲ ਜਾਂਦਾ ਕਿ ਇਹ ਪੰਜਾਬੀ ਹਰ ਕੁਝ ਚੀਜ਼ ਕਰਨ ਜਾਣਦੇ ਨੇ ਵੀ ਇਹ ਚੀਜ਼ ਤੂੰ ਇਹ ਨਾ ਸਮਝੀ ਵੀ ਜੇ ਕਸ਼ਮੀਰ ਦੇ ਵਿੱਚ ਕਰਕੇ ਤੂੰ ਉਸ ਚੀਜ਼ ਨੂੰ ਸਾਰਾ ਚੀਜ਼ਾਂ ਰਿਜ਼ੋਲਵ ਕਰਦੀਆਂ ਜਾਂ ਮਤਲਬ ਆਪਣੇ ਉੱਥੇ ਤੁਸੀਂ ਸਾਰਾ ਘਾਣ ਕਰਕੇ ਤੁਸੀਂ ਡੈਮੋਕ੍ਰੇਸੀ ਦਾ ਤੁਸੀਂ ਉੱਥੇ ਕੁਛ ਕੀਤਾ ਹੋਇਆ ਤੇ ਉਹਨਾਂ ਨੂੰ ਲੱਗਦਾ ਸ਼ਾਇਦ ਮੈਂ ਪੰਜਾਬੀਆਂ ਨੂੰ ਵੀ ਦੱਬ ਲੂੰ ਜਾਂ ਦੂਸਰਿਆਂ ਨੂੰ ਵੀ ਕਰ ਲੂੰਗਾ। ਇਹ ਚੀਜ਼ ਹੁਣ ਤੱਕ ਇਹਨਾਂ ਨੇ ਬਹੁਤ ਸ਼ਾਂਤਮਈ ਕੀਤਾ ਹੈ। ਆਪਣੇ ਸਾਰੇ ਇੰਨੇ ਯੂਥ ਹੋਣ ਦੇ ਬਾਵਜੂਦ, ਯੂਥ ਦਾ ਗਰਮ ਖੂਨ ਹੁੰਦਾ ਹੈ, ਹੋਣ ਦੇ ਬਾਵਜੂਦ ਉਹ ਬੰਦੇ ਬੜੇ ਹੀ ਲੀਡਰ ਬੰਦਿਆਂ ਨੇ ਉਹਨਾਂ ਨੂੰ ਬੜੇ ਸੰਭਾਲ ਕੇ ਰੱਖਿਆ ਹੋਇਆ। ਇਹ ਚੀਜ਼ ਮੈਂ ਕਹਿਣਾ ਚਾਹੁੰਦਾ ਮੋਦੀ ਨੂੰ ਕਿ ਥੋੜਾ ਜਿਹਾ ਇਸ ਚੀਜ਼ ਨੂੰ ਨਾ ਇਹ ਲੈ ਕੇ ਨਾ ਚੱਲ, ਇਹ ਚੀਜ਼ਾਂ ਨੂੰ ਯੂਥ ਨੂੰ ਸੰਭਾਲ ਕੇ ਰੱਖਿਆ ਹੋਇਆ, ਪਰ ਆਫਟਰ ਆਲ ਇਟਸ ਯੂਥ ਜੀ। ਇਸ ਨੂੰ ਤੁਸੀਂ ਇੰਨਾ ਗੁਬਾਰੇ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਕਿ ਬਲਾਸਟ ਹੀ ਹੋ ਜਾਏ। ਬਿਲਕੁਲ ਇਹ ਚੀਜ਼ਾਂ ਨੂੰ ਥੋੜਾ ਜਿਹਾ ਸੋਚ ਕੇ ਚੱਲੋ ਵੀ ਅਸੀਂ ਤੁਸੀਂ ਜੈਮਰ ਲਾ ਕੇ, ਆਰਮੀ ਲਗਾ ਕੇ, ਬੈਰੀਕੇਡ ਲਗਾ ਕੇ ਤੁਸੀਂ ਇੰਨਾ ਕੁਛ ਕਰ ਲਓਗੇ
ਤਾਂ ਉਹ ਚੀਜ਼ਾਂ ਦੀ ਜਗ੍ਹਾ ਤੇ ਤੁਸੀਂ ਇਹ ਚੀਜ਼ ਨੂੰ ਜਲਦੀ ਰਿਜ਼ੋਲਵ ਕਰੋ ਤੇ ਇਹ ਕਾਨੂੰਨ ਵਾਪਸ ਲਓ। ਜਿਹੜੇ ਬੰਦੇ ਨੇ ਕਾਨੂੰਨ ਮੰਗੇ ਹੀ ਨਹੀਂ ਤੁਹਾਡੇ ਤੋਂ ਵੀ ਸਾਨੂੰ ਇਸ ਚੀਜ਼ ਦੀ ਸਾਨੂੰ ਭਲਾ ਕਰੋ, ਸਾਡੇ ਆਹ ਕੰਮ ਕਰੋ, ਤੁਸੀਂ ਉਹ ਕੰਮ ਕਰ ਰਹੇ ਹੋ, ਉਹ ਚੀਜ਼ਾਂ ਨੂੰ ਵਾਪਸ ਲਓ। ਤੇ ਤੁਸੀਂ ਇਹ ਚੀਜ਼ ਨੂੰ ਡਰ ਇਸ ਚੀਜ਼ ਦਾ ਹੈ ਕਿ ਹੁਣ ਤੱਕ ਤਾਂ ਕੋਈ ਪੋਲੀਟੀਕਲ ਇਨਵੋਲਵਮੈਂਟ ਨਹੀਂ ਹੋਈ ਇਹਦੇ ਵਿੱਚ, ਬੜਾ ਸਹੀ ਚੱਲਦਾ ਸਾਰਾ ਕੁਝ ਉਹ ਜੀ, ਪਰ ਇਹਨਾਂ ਯੂਥ ਨੂੰ ਇਕੱਠਾ ਰੱਖਣਾ ਤੇ ਬੜਾ ਸ਼ਾਂਤ ਰੱਖਣਾ ਦੇਰ ਵਾਸਤੇ ਬਹੁਤ ਔਖਾ ਹੁੰਦਾ। ਫਿਰ ਉਦੋਂ ਬਾਅਦ ਸੈਕੰਡਲੀ ਜੇ ਤੁਸੀਂ ਕਹੋਗੇ ਅਸੀਂ ਇਹਦੇ ਉੱਪਰ ਤੁਸੀਂ ਆਪਣੀ ਕੁਝ ਸਟ੍ਰਿਕਟਨੈਸ ਕਰੋਗੇ ਜਾਂ ਤੁਸੀਂ ਜ਼ਿਆਦਾ ਆਊਟ ਆਫ ਵੇ ਜਾ ਕੇ ਉਹਦੇ ਉੱਪਰ ਤੁਸੀਂ ਕੁਝ ਐਕਸ਼ਨ ਲਾਓਗੇ ਤਾਂ ਇਸ ਚੀਜ਼ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਨਾ ਉਹ ਸਾਡੇ ਕਿਸਾਨ ਜਥੇਬੰਦੀਆਂ ਦੇ ਹੱਕ ਛੂਗਾ, ਨਾ ਇਹ ਦੇਸ਼ ਦੇ ਹੱਕ ਛੂਗਾ। ਇਸ ਕਰਕੇ ਇਹੀ ਆ ਅਪੀਲ ਭਾਰਤ ਸਰਕਾਰ ਨੂੰ ਕਿ ਇਸ ਨੂੰ ਜਲਦੀ ਰਿਜ਼ੋਲਵ ਕਰੇ, ਇਸ ਤੋਂ ਪਹਿਲਾਂ ਕਿ ਇਹ ਕੋਈ ਨਵਾਂ ਮੋੜ ਲੈ ਲੇ। ਉਸ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ ਜੀ। ਇੱਕ ਜਿਹੜੀ ਵਧੀਆ ਚੀਜ਼ ਕੀਤੀ ਹੈ ਆਪਣੀਆਂ ਕਿਸਾਨ ਜਥੇਬੰਦੀਆਂ ਨੇ, ਉਹ ਕਹਿੰਦੇ ਚਲੋ ਐਂਬੂਲੈਂਸ ਤਾਂ ਜ਼ਰੂਰੀ ਸੇਵਾਵਾਂ ਹੁੰਦੀਆਂ ਕਿ ਕਿਤੇ ਵੀ ਆਉਂਦੀ ਤਾਂ ਉਹਨੂੰ ਆਪਾਂ ਲੰਘਣ ਦਾ ਥਾਂ ਦੇਣਾ ਆ। ਇੱਕ ਜਿਹੜੀ ਹੋਰ ਵਧੀਆ ਗੱਲ ਉਹਨਾਂ ਨੇ ਕਹੀ ਹੈ, ਹੁਣ ਮੇਰੇ ਵਰਗਿਆਂ ਦੇ ਕਈਆਂ ਦੇ ਵਿਆਹ ਵੀ ਹੋਣ ਵਾਲੇ ਆ ਹਨਾ, ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਵਿਆਹ ਵਾਲੇ ਜੋੜੇ ਹੈਗੇ ਆ ਉਹਨਾਂ ਨੂੰ ਵੀ ਲੰਘਣ ਦਿਓ, ਕਿ ਖੁਸ਼ੀ ਦਾ ਮੌਕਾ ਹੈਗਾ, ਕਿਉਂਕਿ ਇਹ ਜਿਹੜੀਆਂ ਤਰੀਕਾਂ ਪਹਿਲਾਂ ਤੋਂ ਹੀ ਫਿਕਸ ਹੁੰਦੀਆਂ। ਸੋ ਇਹਦੇ ਤੋਂ ਲੱਗਦਾ ਹੈ ਕਿ ਬੜੀ ਸਿਆਣਪ ਨਾਲ, ਬੜੀ ਸਮਝਦਾਰੀ ਦੇ ਨਾਲ ਅੱਗੇ ਵਧ ਰਹੀਆਂ ਆਪਣੀਆਂ ਕਿਸਾਨ ਜਥੇਬੰਦੀਆਂ, ਤੇ ਜਿੰਨਾ ਵਧੀਆ ਤਰੀਕੇ ਨਾਲ ਲੀਡ ਕਰ ਰਹੇ ਨੇ ਅੰਦੋਲਨ ਨੂੰ, ਲੱਗਦਾ ਹੈ ਕਿ ਆਪਣੀ ਜਿੱਤ ਹੀ ਹੋਊਗੀ। ਟੂਡ ਅੰਕਲ ਜੀ, ਇੱਕ ਤੁਹਾਡੇ ਵਾਸਤੇ ਸਵਾਲ ਹੈ, ਕਿਉਂਕਿ ਤੁਸੀਂ ਤੁਹਾਡੇ ਕੋਲ ਬੜਾ ਤਜਰਬਾ ਆ। ਜਿੰਨਾ ਕੁ ਆਪਾਂ ਦੇਖਦੇ ਹਾਂ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਹੈ, ਵਾਇਲੈਂਸ ਕਹਿ ਲਓ ਕਿ ਇਹਨਾਂ ਦੇ ਨਾਲ ਇਹਨਾਂ ਦੀ ਨਿੱਜੀ ਜੀਵਨ ਦੇ ਵਿੱਚ ਜੁੜਿਆ ਹੋਇਆ ਹੈ ਹਨਾ, ਕਿ ਇਹਨਾਂ ਵਾਸਤੇ ਛੋਟੇ ਮੋਟੇ ਵੱਡੀ ਵਾਇਲੈਂਸ ਕਰਨੀ ਕੋਈ ਵੱਡੀ ਗੱਲ ਨਹੀਂ ਹੈਗੀ। ਤਾਂ ਹੁਣ ਤੱਕ ਤਾਂ ਅੰਦੋਲਨ ਬੜਾ ਸਾਫ਼ ਸੁਥਰਾ ਤੇ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ, ਪਰ ਜਿਵੇਂ ਆਪਾਂ ਇਹਨਾਂ ਦਾ ਪਿਛਲਾ ਟਰੈਕ ਰਿਕਾਰਡ ਦੇਖੀਏ, 2002 ਦੇ ਵਿੱਚ ਗੋਧਰਾ ਕਰਾਉਣਾ, ਇੰਨੇ ਮੁਸਲਮਾਨਾਂ ਨੂੰ ਮਾਰ ਦੇਣਾ ਹਨਾ, ਫਿਰ ਜੰਮੂ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਅੰਦਰ ਬਿਠਾ ਕੇ ਰੱਖ ਦੇਣਾ, ਦੱਬ ਕੇ ਰੱਖ ਦੇਣਾ, ਤਾਂ ਤੁਹਾਨੂੰ ਲੱਗਦਾ ਆ ਕਿ ਇੰਨੀ ਈਜ਼ਲੀ ਇਹ ਆਪਾਂ ਨੂੰ ਅੱਗੇ ਜਾਣ ਦੇਣਗੇ? ਤੁਹਾਨੂੰ ਲੱਗਦਾ ਨਹੀਂ ਕਿ ਇਹ ਕੋਈ ਸ਼ਰਾਰਤ ਕਰਨਗੇ, ਕੋਈ ਸ਼ੈਤਾਨੀ ਕਰਨਗੇ ਕਿ ਇਸ ਅੰਦੋਲਨ ਦੇ ਵਿੱਚ ਕੁਛ ਨਾ ਕੁਛ ਗੜਬੜ ਕੀਤੀ ਜਾਵੇ? ਇਹ ਜੰਮੂ ਕਸ਼ਮੀਰ ਦੇ ਵਿੱਚ ਜੋ ਇਹਨਾਂ ਨੇ ਜਿੰਨਾ ਕੀਤਾ ਨਾ, ਉਹਦਾ ਬਿਲਕੁਲ ਮੀਡੀਆ ਤੱਕ ਇੰਨਾ ਕੰਟਰੋਲਡ ਆ ਕਿ ਉੱਥੇ ਹਰ ਮਹੱਲੇ 'ਚ ਆਰਮੀ ਪਹੁੰਚੀ ਹੋਈ ਆ। ਔਰ ਹੈਰਾਨੀ ਦੀ ਗੱਲ ਇਹ ਆ ਕਿ ਉਹ ਕੋਈ ਵੀ ਗੱਲ ਨਹੀਂ ਹੁੰਦੀ। ਉੱਥੇ ਜਿਹੜੀ ਇੱਕ ਪੰਜਾਬੀ ਸਭਾ ਬਣੀ ਹੋਈ ਆ, ਉਹਦਾ ਹੈਡ ਆ, ਮੈਂ ਉਹਨੂੰ ਜਿਹੜੇ ਫੋਨ ਕੀਤਾ, ਮੈਂ ਕਿਹਾ ਪੰਜਾਬੀ ਤੁਹਾਡੀ ਇੰਨੇ ਚਿਰ ਤੋਂ ਚੱਲਦੀ ਸੀ, ਹੋਇਆ ਕੀ? ਉਹ ਕਹਿੰਦੇ ਵੀ ਸਾਡੇ ਗਲੇ ਦੱਬੇ ਹੋਏ ਨੇ ਔਰ ਸਾਡੇ ਬੂਹਿਆਂ ਤੇ ਆਰਮੀ ਫਿਰਦੀ ਆ। ਪੂਰੇ ਜੰਮੂ ਕਸ਼ਮੀਰ 'ਚ ਇੰਨਾ ਇਹਨਾਂ ਨੇ ਦਬਦਬਾ ਕੀਤਾ ਆ, ਕੋਈ ਬੋਲ ਹੀ ਨਹੀਂ ਸਕਦਾ। ਮਤਲਬ ਜਿਹੜਾ ਬੋਲਦਾ ਆ ਉਹਨੂੰ ਕਹਿੰਦੇ ਅੱਤਵਾਦੀ ਆ, ਜਿਹੜਾ ਬੋਲਦਾ ਆਪਣੇ ਹੱਕਾਂ ਦੀ ਗੱਲ ਕਰਦਾ ਉਹਨੂੰ ਕਹਿੰਦੇ ਇਹ ਟੈਰਰਿਸਟ ਆ, ਜੇ ਬੋਲਦਾ ਉਹਨੂੰ ਕਹਿੰਦੇ ਖਾਲਿਸਤਾਨੀ ਆ, ਜੇ ਕੋਈ ਹੋ ਰਿਹਾ ਤਾਂ ਨੈਕਸਲਾਈਟ ਆ। ਕਹਿਣ ਦਾ ਮਤਲਬ ਇਹ ਆ ਵੀ ਬੋਲਣ ਦਾ ਹੱਕ ਖਤਮ ਕੀਤਾ ਹੋਇਆ। ਤੇ ਜੰਮੂ ਕਸ਼ਮੀਰ ਦੇ ਵਿੱਚ ਤਾਂ ਯਾਨੀ ਕਿ ਇੰਨੀ ਆਰਮੀ ਆ ਵੀ ਕਿਸੇ ਮੇਰਾ ਖਿਆਲ ਕਿਸੇ ਬਾਰਡਰ ਤੇ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਇਹਨਾਂ ਕੋਲ ਪਾਵਰ ਆ, ਉਹਦਾ ਮਿਸਯੂਜ਼ ਕਰ ਰਹੇ ਆ। ਔਰ ਇਹ ਜਿਹੜੀਆਂ ਏਜੰਸੀਆਂ ਨੇ, ਜਿਹੜੀਆਂ ਜਿੰਨੀਆਂ ਵੀ ਕੰਮ ਕਰ ਰਹੀਆਂ, 4-5 ਵੱਡੀਆਂ ਏਜੰਸੀਆਂ ਨੇ, ਉਹ ਤਾਂ ਕੰਮ ਕਰਦੀਆਂ ਨੇ ਜੋ ਇੱਧਰੋਂ ਮੋਦੀ ਸਾਹਿਬ ਤੇ ਸ਼ਾਹ ਜੀ ਦਾ ਹੁਕਮ ਆ ਜਾਂਦਾ, ਉਹ ਉਹਦੇ ਤੇ ਹੀ ਕੰਮ ਕਰਦੀਆਂ। ਔਰ ਇਹ ਜਿਹੜਾ ਹੈਗਾ ਹੁਣ ਪੰਜਾਬ ਦੇ ਵਿੱਚ ਦੇਖ ਲਓ, ਕਿਸਾਨ ਅੰਦੋਲਨ ਆ, ਇਹ ਕੈਪਟਨ ਸਾਹਿਬ ਨੇ ਮਾਰਿਆ ਦਬਕਾ, ਦੂਜੇ ਦਿਨ ਹੀ CBI ਦਾ ਫੋਨ ਆ ਗਿਆ ਵੀ ਤੁਹਾਡੇ ਬੇਟੇ ਦੀ ਫਾਈਲ ਆ ਪਈ ਆ ਜੀ, ਤੇ ਅਸੀਂ ਲੱਗੇ ਆ ਸੱਦਣ, ਤੇ ਉਹ ਆਰਾਮ ਨਾਲ ਝਾਕਾਂ ਨੂੰ ਬਹਿ ਗਿਆ। ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੇ ਜਿੰਨੇ ਸਾਡੇ ਲੀਡਰ ਆ, ਕਿ ਮਾਇਆਵਤੀ, ਕਿ ਜਿੰਨੇ ਵੀ ਤਕੜੇ ਜਿਹੜੇ ਬੋਲਦੇ ਸੀ, ਉਹ ਸਾਰੇ ਹੀ ਨਿਕੰਮੇ ਆ, ਘਟੀਆ। ਉਹਨਾਂ ਦੀ ਫਾਈਲਾਂ ਉੱਥੇ ਪਈਆਂ, ਜ਼ਿਲ੍ਹਾ ਮਾੜਾ ਚਿਰ ਚੁੱਕਦੇ ਆ, ਨਾਲ ਹੀ ਫੋਨ CBI, IB, ਰॉ, ਹੋਰ ਜਿਹੜੀਆਂ ਏਜੰਸੀਆਂ ਇੰਨੀਆਂ ਕੰਮ ਕਰਦੀਆਂ, ਉਹ ਕਹਿੰਦੇ ਆ ਦੇਖੋ ਜੀ ਤੁਹਾਡੀ ਫਾਈਲ ਲੱਗੇ ਜੀ ਖੋਲਣ। ਉਹਦਾ ਆਰਾਮ ਨਾਲ ਚੁੱਪ ਕਰਕੇ ਬਹਿ ਜਾਂਦਾ, ਕਿਉਂਕਿ ਸਾਰੇ ਕਾਣੇ ਆ। ਇਹ ਸਿਰਫ ਜਿਹੜੇ ਇਸ ਵੇਲੇ ਠੀਕ ਲੀਡਰ ਆ ਉਹ ਆਪ ਦੇ ਨੇ, ਉਹਨਾਂ ਨਾਲ ਜਿੱਥੇ ਉਹ ਖੜਦੇ ਆ ਖੜ ਜਾਂਦੇ ਆ। ਇਸ ਕਰਕੇ ਇਹ ਜਿਹੜਾ ਇਹਨਾਂ ਦੀ ਜਿੰਨੇ ਵੀ ਫੋਰਸਸ ਆ, ਉਹਨਾਂ ਦਾ ਮਿਸਯੂਜ਼ ਕਰਦੇ ਆ। ਲੇਕਿਨ ਕੱਲ ਵਾਲੇ ਚ ਨਹੀਂ ਮਿਸਯੂਜ਼ ਹੋਏਗਾ, ਕਿਉਂਕਿ ਏਡੀ ਵੱਡੀ ਕਾਲ ਕਦੇ ਹੋਈ ਨਹੀਂ ਕਿ 500 ਕਿਸਾਨ ਜਥੇਬੰਦੀਆਂ, ਟ੍ਰੇਡ ਯੂਨੀਅਨਿਸਟ ਕਿੰਨੀਆਂ ਆ, ਹਰ ਸ਼ਹਿਰ ਚ
ਜਿੱਥੇ ਇੰਡਸਟਰੀ ਉੱਥੇ ਟ੍ਰੇਡ ਯੂਨੀਅਨਿਸਟ ਆ, ਜਿੱਥੇ ਟਰਾਂਸਪੋਰਟ ਨਾਲ ਕਿੰਨਾ ਹੈਗਾ, ਹੋਰ ਜਿਹੜੇ ਅਦਾਰੇ ਆ, ਕਾਂਗਰਸ ਵਾਲੇ ਆ ਗਏ ਮੈਦਾਨ 'ਚ। ਸੋ ਇਸ ਕਰਕੇ ਇਹ ਇੰਨੇ ਨਹੀਂ ਪਾ ਸਕਦੇ ਕਿ ਇੰਨਾ ਉਹ ਕੁਛ ਕਰਨਗੇ। ਸ਼ਾਂਤੀਪੂਰਨ ਹੋਊਗਾ, ਬੜਾ ਕਾਮਯਾਬ ਹੋਊਗਾ। ਇਹ ਆਪਾਂ ਨੂੰ ਡਰ ਨਹੀਂ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਗੱਲ ਲੋਕ ਜਾਗ ਪਏ ਆ, ਇਸ ਕਰਕੇ ਉਹ ਇਸ ਪਾਸੇ ਨਹੀਂ ਜਾਊਗੇ। ਜੀ ਅਮਨਦੀਪ ਜੀ, ਆਪਾਂ ਪਿਛਲੇ ਕੁਝ ਦਿਨਾਂ ਤੋਂ ਫੋਟੋਜ਼ ਦੇਖ ਰਹੇ ਹਾਂ। ਦੋ ਚੀਜ਼ਾਂ ਇੱਥੇ ਮੈਂ ਗੱਲ ਕਰਨਾ ਚਾਹਾਂਗਾ, ਦੋ ਪਾਸਿਆਂ ਦੀ, ਦੋ ਪੱਖਾਂ ਦੀ। ਇੱਕ ਤਾਂ ਹੈਗੀ, ਮੈਂ ਕਿਸੇ ਮਿੱਤਰ ਨਾਲ ਗੱਲ ਕਰਦਾ ਸੀ ਤਾਂ ਉਹ ਕਹਿੰਦਾ ਕਿ ਆਪਾਂ ਜਿਹੜੇ ਮੈਨ ਹੈਗੇ ਆ, ਆਦਮੀ ਹੈਗੇ ਆ, ਉਹ ਵੀ ਕਈ ਚੀਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਲੀਡ ਕਰਦੇ ਆ, ਪਰ ਕਹਿੰਦੇ ਜਿੱਥੇ ਔਰਤਾਂ ਵਿੱਚ ਇਨਵੋਲਵ ਹੋ ਜਾਂਦੀਆਂ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕਾਫੀ ਚੀਜ਼ਾਂ ਨੂੰ ਮੈਨੇਜ ਕਰ ਲੈਂਦੀਆਂ। ਉਹਨਾਂ ਦੀ ਮੈਨੇਜਮੈਂਟ ਜਿਹੜੀਆਂ ਸਕਿੱਲਸ ਹੈਗੀਆਂ ਆਦਮੀਆਂ ਨਾਲੋਂ ਵੱਧ ਹੁੰਦੀਆਂ। ਹੁਣ ਇੱਕ ਪਾਸੇ ਤਾਂ ਵੇਖੀਏ ਕਿ ਜਿਹੜੀਆਂ ਆਪਣੀਆਂ ਬੀਬੀਆਂ ਹੈਗੀਆਂ ਉਹ ਅੰਦੋਲਨ ਦੇ ਵਿੱਚ ਵੀ ਬੈਠੀਆਂ, ਦੂਸਰੇ ਪਾਸੇ ਦੇਖੀਏ ਤਾਂ ਮੈਂ ਕੁਝ ਫੋਟੋਜ਼ ਦੇਖ ਰਿਹਾ ਸੀ ਫੇਸਬੁੱਕ ਤੇ ਕਿ ਆਦਮੀ ਅੰਦੋਲਨ ਦੇ ਵਿੱਚ ਪਹੁੰਚੇ ਹੋਏ ਆ ਤੇ ਬੀਬੀਆਂ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੀਆਂ, ਜਿਹੜੇ ਕੰਮ ਆਪਣੇ ਰੂਟੀਨ ਦੇ ਹੁੰਦੇ ਆ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਆਪਣੀਆਂ ਮਾਵਾਂ ਭੈਣਾਂ ਦਾ ਯੋਗਦਾਨ ਹੈਗਾ, ਬੀਬੀਆਂ ਦਾ ਯੋਗਦਾਨ ਹੈਗਾ ਇਸ ਅੰਦੋਲਨ ਦੇ ਵਿੱਚ, ਉਹ ਕਿਸ ਤਰ੍ਹਾਂ ਆਪਣੇ ਅੰਦੋਲਨ ਨੂੰ ਸਪੋਰਟ ਕਰ ਰਿਹਾ? ਤੁਸੀਂ ਮੇਰੇ ਨਾਲ ਗੱਲ ਕਰ ਰਹੇ? ਹਾਂਜੀ ਅਮਨ ਜੀ। ਹਾਂਜੀ ਓਕੇ। ਇਹਦੇ ਵਿੱਚ ਦੇਖੋ ਜੀ, ਇਨਵੋਲਵਮੈਂਟ ਇਸ ਟਾਈਮ ਦੇਖੀ ਜਾਵੇ ਤਾਂ ਇਕੱਲੇ ਜੈਂਟਸ ਦੀ ਇਨਵੋਲਵਮੈਂਟ ਨਹੀਂ ਹੈ, ਲੇਡੀਜ਼ ਨੇ ਬਹੁਤ ਅੱਗੇ ਲੀਡ ਲੱਗੀ ਹੈ ਇਹਦੇ ਵਿੱਚ ਬੱਚੇ ਅੱਗੇ ਆਏ ਹੋਏ ਨੇ। ਤੁਸੀਂ ਬੜੇ ਵੀਡੀਓਜ਼ ਨੇ, ਸ਼ਾਇਦ ਉਹ ਵੀ ਸਾਹਿਬ ਤੁਹਾਨੂੰ ਵੀਡੀਓ ਦਿਖਾਣਗੇ ਵੀ ਕਿ ਬੱਚੇ ਨੇ ਅੱਗੇ ਆ ਕੇ ਬੜੇ ਕਾਲ ਕਰ ਰਹੇ ਲੋਕਾਂ ਨੂੰ, ਸਾਰੇ ਬੜੇ ਇਨਵੋਲਵ ਹੋ ਰਹੇ ਇਸ ਚੀਜ਼ ਦੇ ਵਿੱਚ, ਕਿਉਂਕਿ ਉਹਨਾਂ ਨੇ ਆਪਣੇ ਪੇਰੈਂਟਸ ਦੀ, ਆਪਣੇ ਦਾਦਾ ਦਾਦੀ ਦੀ ਆਪਣੀ ਜੋ ਕਨੈਕਸ਼ਨ ਦੇਖੇ ਆਪਣੇ ਜ਼ਮੀਨ ਨਾਲ, ਤੇ ਉਹ ਚੀਜ਼ਾਂ ਹੁਣ ਸਾਰੀਆਂ ਹੈਗੀਆਂ। ਇਹ ਚੀਜ਼ਾਂ ਅਸੀਂ ਕਨੈਕਸ਼ਨ ਅਸੀਂ ਵੀ ਦੇਖਿਆ, ਅਸੀਂ ਕੈਨੇਡਾ ਆ ਗਏ ਹਾਂ ਜੀ। ਅਸੀਂ ਸਾਡੀ ਆਪਣੀ ਜ਼ਮੀਨ ਉੱਥੇ ਸਾਡੇ ਸੀਗੀ, ਸਾਡੇ ਡੈਡ ਦੀ, ਜਾਂ ਅਸੀਂ ਵੀ ਜ਼ਮੀਨ 'ਚ ਉੱਥੇ ਜਾਂਦੇ ਰਹੇ ਹਾਂ ਸਾਰਾ ਕੁਛ, ਤੇ ਅਸੀਂ ਵੀ ਕਨੈਕਟੀਵਿਟੀ ਦੇਖੀ ਹੈ ਸਾਡੇ ਜ਼ਮੀਨ ਨਾਲ। ਸਾਡੀ ਆਪਦੀ ਕਨੈਕਟੀਵਿਟੀ ਬਹੁਤ ਰਹੀ ਹੈ ਜੀ ਵਿੱਚ, ਤੇ ਬੜੀ ਦੇਖੀਆਂ ਵੀ ਕਿਵੇਂ ਮਿਹਨਤਾਂ ਹੁੰਦੀਆਂ ਨੇ, ਕਿਸ ਤਰ੍ਹਾਂ ਉੱਥੇ ਤੁਸੀਂ ਜਦੇ ਝੋਨਾ ਵੱਢਣਾ ਹੈ, ਕਣਕ ਵੱਢਣੀ ਹੈ, ਉਦੋਂ ਇੱਕ ਦਿਨ ਪਹਿਲਾਂ ਗੜੇ ਪੈ ਗਏ ਤਾਂ ਤੁਹਾਨੂੰ ਕਿਵੇਂ ਨੁਕਸਾਨ ਹੁੰਦੇ ਨੇ। ਕਿੱਦਾਂ ਆਲੂ ਬੀਜਦੇ ਤਾਂ ਪਤਾ ਲੱਗਦਾ ਕਿ ਉਹ ਬੀਜੇ ਤੁਸੀਂ ਪਹਿਲੀ ਦੂਜੀ ਵਾਰ ਤਾਂ ਤੁਸੀਂ ਬੀਜਦੇ ਜਿੰਨੇ ਹੋ ਵੀ ਉਹ ਉਹਨਾਂ ਨੂੰ ਨਿਕਲਦਾ ਹੁੰਦਾ। ਇਹ ਸਾਰੇ ਚੀਜ਼ਾਂ ਲੈ ਲਓ ਕਿ ਜਦੋਂ ਇਹ ਸਾਰੇ ਕੁਛ ਘਾਟੇ ਵਾਧੇ ਚੱਲ ਕੇ ਤੁਸੀਂ ਪੈਨੇ ਹੋ ਨਾ ਇਹਦੇ ਵਿੱਚ, ਫਿਰ ਉਹ ਤੁਹਾਡੀ ਇੰਨੀ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਹੈ ਜ਼ਮੀਨ ਨਾਲ। ਉਹੀ ਅਟੈਚਮੈਂਟ ਜਿਹੜੀ ਰਿਫਲੈਕਟ ਹੁੰਦੀ ਹੈ ਆਪਣੇ ਨੈਕਸਟ ਜਨਰੇਸ਼ਨ ਤੇ, ਉਹੀ ਜਦੋਂ ਆਪਣੀ ਲੇਡੀਜ਼ ਦੇਖਦੀਆਂ ਕਿ ਆਪਣੇ ਘਰ ਦੇ ਮਰਦ ਨੇ ਜਾਂ ਉੱਥੇ ਕੰਮ ਕਰਦੇ ਨੇ, ਤਾਂ ਲੇਡੀਜ਼ ਵੀ ਬਹੁਤ ਅੱਗੇ ਆਈਆਂ ਨੇ ਇਸ ਕੰਮ ਕਰਨ ਵਾਸਤੇ। ਜਦੋਂ ਦੇਖਦੀਆਂ ਨੇ ਮਤਲਬ ਇਹਨਾਂ ਦੀ ਅਟੈਚਮੈਂਟ, ਉਹਨਾਂ ਦੀ ਵੀ ਪੂਰੀ ਇਨਵੋਲਵਮੈਂਟ ਹੁੰਦੀ ਹੈ, ਉਵੇਂ ਉਹਨਾਂ ਦੇ ਬੱਚੇ ਨੈਕਸਟ ਜਨਰੇਸ਼ਨ ਇਸ 'ਚ ਆਉਂਦੀਆਂ ਨੇ। ਹੁਣ ਇਸ ਟਾਈਮ ਬਹੁਤ ਸਾਰੇ ਬੱਚੇ, ਬਹੁਤ ਮਤਲਬ ਲੇਡੀਜ਼ ਅੱਗੇ ਆ ਕੇ ਇਸ 'ਚ ਆਈਆਂ ਹੋਈਆਂ ਨੇ। ਤੁਸੀਂ ਕੱਲ ਹੀ ਦੇਖਿਆ ਹੋਣਾ, ਇੱਕ 74 ਸਾਲ ਦੀ ਬੇਬੇ ਹੈ, ਉਹ ਟਰਾਲੀ ਤੋਂ ਚੱਲੀ ਹੋਈ ਹੈ, ਟਰਾਲੀ ਤੇ ਆਪਣੀ ਲੇਡੀਜ਼ ਨੂੰ ਨਾਲ ਲੈ ਕੇ ਉੱਥੇ ਚੱਲੀ ਹੋਈ ਹੈ। ਬਾਕੀ ਹੋਰ ਤੁਸੀਂ ਉੱਥੇ ਖਾਣਾ ਪਾਣੀ ਦਾ ਪ੍ਰਬੰਧ ਕਰ ਰਹੀਆਂ ਲੇਡੀਜ਼ ਅੱਗੇ ਹੋ ਕੇ। ਫਿਰ ਉਸ ਤੋਂ ਬਾਅਦ ਜਿੰਨੇ ਵੀ ਲੋਕ ਉੱਥੇ ਗਏ ਹੋਏ ਨੇ ਤਾਂ ਉਹ ਆਪਣੇ ਖੇਤ ਸੰਭਾਲ ਰਹੀਆਂ ਲੇਡੀਜ਼ ਆ ਕੇ ਉਹ ਚੀਜ਼ ਤੇ। ਇਹ ਚੀਜ਼ਾਂ ਦੀਆਂ ਮਤਲਬ ਇਸ ਟਾਈਮ ਜੋ ਇਨਵੋਲਵਮੈਂਟ ਹੈ ਨਾ ਲੇਡੀਜ਼ ਦੀ, ਜੈਂਟਸ ਹੈਗੀ, ਲੇਡੀਜ਼ ਦੀ, ਬੱਚਿਆਂ ਤੱਕ ਦੀ ਇਨਵੋਲਵਮੈਂਟ ਜੋ ਹੈ, ਉਹ ਚੀਜ਼ਾਂ ਹੁਣ ਇਹ ਚੀਜ਼ਾਂ ਤੋਂ ਬਾਹਰ ਆਉਣ ਗੱਲ ਨਹੀਂ ਖਤਮ ਹੈ। ਉਹ ਚੀਜ਼ਾਂ ਮਤਲਬ ਵੀ ਤੁਸੀਂ ਸੋਚੋ ਕਿ ਇਸ ਚੀਜ਼ ਤੋਂ ਕੁਛ ਕਿਸੇ ਚੀਜ਼ ਤੇ ਤੁਸੀਂ ਕੰਪਰੋਮਾਈਜ਼ ਕਰਕੇ ਉਹ ਵਾਪਸ ਆ ਜਾਣਗੇ ਤਾਂ ਇਹ ਬਹੁਤ ਮੁਸ਼ਕਿਲ ਗੱਲ ਹੈ। ਬੱਚਿਆਂ ਦੇ ਵੀ ਵੀਡੀਓਜ਼ ਤੁਸੀਂ ਦੇਖਿਆ, ਛੋਟਾ ਬੱਚਾ ਵੀ ਕੋਈ ਸੀਗਾ, ਉਹ ਕਹਿੰਦਾ ਸੀ ਮੇਰੀ ਸਿਸਟਰ ਨੇ ਕਿਹਾ ਵੀ ਜੇ ਤੂੰ ਘਰ ਆ ਜੇ ਤਾਂ ਤੂੰ ਆਪਣੇ ਆ ਕੇ ਚੂੜੀਆਂ ਪਾ ਲਈ ਆ ਕੇ। ਹੁਣ ਜਿਹੜੀ ਮੂਵਮੈਂਟ ਐਸ ਸੇ ਇੱਥੇ ਪਹੁੰਚ ਗਈ ਨਾ, ਉਹ ਮੂਵਮੈਂਟ ਨੂੰ ਖਤਮ ਕਰਨਾ ਤਾਂ ਭੁੱਲ ਜਾਓ। ਬਾਕੀ ਇਹ ਪੰਜਾਬੀਆਂ ਨੇ ਮੂਵਮੈਂਟ ਸ਼ੁਰੂ ਕੀਤੀ ਹੈ, ਪੰਜਾਬੀ ਹੁਣ ਪਿੱਛੇ ਹਟਣ ਵਾਲੇ ਹੈ ਨਹੀਂ ਜੀ। ਬਹੁਤ ਮੈਂ ਵੀਡੀਓ ਦੇਖ ਚੁੱਕੇ ਹਾਂ ਇਹਦੇ ਵਿੱਚ, ਸ਼ਾਇਦ ਆਪਾਂ ਗੱਲ ਕਰੀਏ ਜਾਂ ਫੇਰ ਕਰ ਲਾਂਗੇ। ਕੰਗਨਾ ਰਣੌਤ ਦੇ ਕੋਲ ਇੱਕ ਪਾਇਲ ਹੈਗੀ ਹੈ ਅਭਿਨੇਤਰੀ, ਉਹਨਾਂ ਨੇ ਵੀਡੀਓਜ਼ ਦੇਖੀਆਂ। ਉਹ ਕਹਿੰਦੀਆਂ, ਇੱਕ ਤਾਂ ਕਹਿੰਦੀ ਹੈ ਕਿ ਦੇਖੋ ਇਹ ਪੰਜਾਬ ਤੋਂ ਹੀ ਮੂਵਮੈਂਟ ਸ਼ੁਰੂ ਕਿਉਂ ਹੋਈ ਆ, ਪੰਜਾਬੀਆਂ ਨੂੰ ਹੀ ਕੀ ਪ੍ਰੋਬਲਮ ਹੈ, ਪੰਜਾਬੀਆਂ ਨੂੰ ਆਏ ਆ। ਉਹਨਾਂ ਨੂੰ ਦੱਸਣਾ ਚਾਹੁੰਦੇ ਵੀ ਪੰਜਾਬ ਤੋਂ ਜੇ ਸ਼ੁਰੂ ਹੋਈ ਹੈ ਇਹ ਆਜ਼ਾਦੀ ਦੀ ਮੂਵਮੈਂਟ ਵੀ ਪੰਜਾਬ ਤੋਂ ਸ਼ੁਰੂ ਹੋਈ ਸੀ। ਜੇ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਤੂੰ ਕੰਗਨਾ ਨਾ ਕਹਾਉਂਦੀ, ਤਾਂ ਪਾਇਲ ਜਿਹੜੀ ਹੈਗੀ ਉਹ ਪਾਇਲ ਨਾ ਕਹਾਉਂਦੀ।
ਬਿਲਕੁਲ। ਇਹ ਚੀਜ਼ਾਂ ਸ਼ਾਇਦ ਕਿਸੇ ਅੰਗਰੇਜ਼ ਦੇ ਘਰੇ ਕੰਮ ਕਰ ਰਹੀ ਹੁੰਦੀ। ਆਜ਼ਾਦੀ ਦੇ ਟਾਈਮ ਵੀ ਜੇ 121 ਫਾਂਸੀਆਂ ਹੋਈਆਂ ਸੀ 93 ਪੰਜਾਬੀ ਸੀ ਉਹਦੇ ਚ, 2626 2626 ਬੰਦਿਆਂ ਨੂੰ ਉਮਰ ਕੈਦ ਹੋਈ ਸੀ, 2147 ਬੰਦੇ ਵਿੱਚ ਪੰਜਾਬੀ ਸੀਗੇ। ਇਹ ਚੀਜ਼ ਇਹ ਹੈ ਵੀ ਜਿਹੜੇ ਚੀਜ਼ ਤੇ ਅੱਗੇ ਚੱਲ ਪਏ ਬੰਦੇ ਛੇਤੀ ਹਟਣ ਵਾਲੇ ਹੈ ਨਹੀਂਗੇ। ਇਸ ਕਰਕੇ ਇਹ ਤਾਂ ਮਤਲਬ ਹੁਣ ਜੋ ਹੈ ਇਹ ਤਾਂ ਚੱਲ ਪਿਆ, ਹੁਣ ਇਹ ਪੂਰਾ ਇੱਕ ਸਿੱਟੇ ਤੇ ਪਹੁੰਚ ਕੇ ਇਹ ਗੱਲ ਵਾਪਸ ਆਊਗੀ। ਬਾਕੀ ਜੋ ਸਲੂਟ ਹੈ ਜਿੰਨੇ ਲੇਡੀਜ਼ ਨੇ ਤੇ ਬੱਚੇ ਇਹ ਚ ਕੰਟਰੀਬਿਊਟ ਕਰ ਰਹੇ। ਬਿਲਕੁਲ ਜੀ। ਬਲਜਿੰਦਰ ਵੀਰ ਜੀ, ਤੁਸੀਂ ਇੱਕ ਵੀਡੀਓ ਪਲੇ ਕਰਨਾ ਚਾਹੁੰਦੇ ਸੀ। ਓਕੇ, ਮੈਂ ਨਾ ਤੁਹਾਨੂੰ ਐਕਚੁਅਲੀ ਦਿਖਾਉਣ ਲੱਗਿਆ ਅਮਨ ਵੀਰ ਜੀ ਦੇ ਉਹਦੇ ਤੇ ਯਾਦ ਆਇਆ ਮੈਨੂੰ, ਫਿਰ ਮੈਂ ਇੱਕ ਹੁਣੀ ਸੈਟਅਪ ਕੀਤੀ ਹੈਗੀ ਆ। ਬੱਚੀ ਬਹੁਤ ਛੋਟੀ ਇੱਕ, ਕਹਿ ਰਹੀ ਆ ਮੋਦੀ ਸਾਹਿਬ ਨੂੰ, ਤੇ ਦੇਖੋ ਜੀ। ਸਤਿ ਸ਼੍ਰੀ ਅਕਾਲ ਮੋਦੀ ਜੀ, ਮੈਂ ਸੀਰਤ ਕੌਰ ਮਲਾਨਾ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦੀ ਆ। ਤੁਸੀਂ ਤਾਲੀ ਵਜਾਉਣ ਕਿਹਾ ਸੀ, ਤਾਲੀ ਵਜਾਈ। ਤੁਸੀਂ ਥਾਲੀ ਵਜਾਉਣ ਕਿਹਾ, ਥਾਲੀ ਵਜਾਈ। ਤੁਸੀਂ ਦੀਵੇ ਮੋਮਬੱਤੀਆਂ ਜਗਾਉਣ ਨੂੰ ਕਿਹਾ ਸੀ, ਉਹ ਜਗਾਈਆਂ। ਹਾਂ, ਕਰੋਨਾ ਤਾਂ ਦਿਖਦਾ ਵੀ ਨਹੀਂ ਹੁੰਦਾ ਸੀ, ਫਿਰ ਵੀ ਅਸੀਂ ਇੰਨਾ ਕੁਛ ਕੀਤਾ। ਵਿਚਾਰੇ ਨੇ ਠੰਡ 'ਚ ਬੈਠੇ ਕਿਸਾਨ ਤਾਂ ਦਿਖਦੇ ਆ ਨਾ, ਫਿਰ ਉਹਨਾਂ ਦਾ ਹੱਲ ਕਿਉਂ ਨਹੀਂ ਕਰਦੇ ਪਏ ਮੋਦੀ ਜੀ? ਲਓ ਜੀ। ਇਹਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਕਿ ਤੁਸੀਂ ਇਹ ਦੇਖੋ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਸਪੈਸ਼ਲੀ ਜਿਹੜੇ ਆਪਣੇ ਇੱਥੇ ਨਿਆਣੇ ਸੀਗੇ, ਆਪਾਂ ਕਹਿੰਦੇ ਸੀ ਕਿ ਉਹ ਆਪਣੀ ਧਰਤੀ ਤੋਂ ਪਿੱਛੇ ਪੰਜਾਬ ਤੋਂ ਬਿਲਕੁਲ ਟੁੱਟ ਗਏ ਆ, ਹਨਾ। ਨਿਆਣੇ ਆਪਣੀ ਲਾਈਫ ਦੇ ਵਿੱਚ ਇੱਥੇ ਬਿਜ਼ੀ ਆ। ਮੈਂ ਵੀ ਪਰਸੋਂ 2 ਸਾਡੇ ਇੱਥੇ ਰੈਲੀਆਂ ਹੋਈਆਂ, ਮੈਂ ਦੋਨੋਂ ਰੈਲੀਆਂ ਦੇ ਵਿੱਚ ਗਿਆ ਤਾਂ ਮੈਂ ਦੇਖਿਆ ਕਿ ਆਪਣੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹ ਵੀ ਪਾਰਟਿਸਿਪੇਟ ਕਰ ਰਹੇ ਆ ਆਪਣੇ ਟਾਈਮ ਦੇ ਅਕੋਰਡਿੰਗ, ਕਿਉਂਕਿ ਉਹਨਾਂ ਨੇ ਕੰਮ ਵੀ ਕਰਨਾ, ਸਕੂਲ ਵੀ ਜਾਣਾ ਆ, ਤਾਂ ਫਿਰ ਉਹਨਾਂ ਨੂੰ ਜਦੋਂ ਘੰਟਾ ਅੱਧਾ ਮਿਲਦਾ ਤਾਂ ਉਹ ਸਾਡੇ ਇੱਥੇ ਇੱਕ ਇੰਟਰਸੈਕਸ਼ਨ ਹੈ ਉੱਥੇ ਆਪਣਾ ਪਾਰਟਿਸਿਪੇਸ਼ਨ ਜ਼ਰੂਰ ਦਿੰਦੇ ਆ। ਪਰ ਇੱਕ ਚੀਜ਼ ਜਿਹੜੀ ਮੈਂ ਆਬਜ਼ਰਵ ਕੀਤੀ, ਨੋਟ ਕੀਤੀ, ਕਿ ਆਪਣੇ ਜਿਹੜੇ ਇੱਥੇ ਦੇ ਜੰਮੇ ਬੱਚੇ ਸੀ ਨਾ, ਉਹਨਾਂ ਦੀ ਇਨਵੋਲਵਮੈਂਟ ਬੜੇ ਵੱਡੇ ਪੱਧਰ ਤੇ ਸੀਗੀ ਇੱਥੇ। ਉਹਦੇ ਨਾਲ ਉਹ ਇਨਵੋਲਵਮੈਂਟ ਕਿੱਦਾਂ ਹੋਈ ਕਿ ਜਾਂ ਤਾਂ ਪੇਰੈਂਟਸ ਨੇ ਗੱਲਾਂ ਬਾਤਾਂ ਕੀਤੀਆਂ ਘਰਾਂ ਦੇ ਵਿੱਚ, ਥੋੜੀ ਜਿਹੀ ਸੋਸ਼ਲ ਮੀਡੀਆ ਨੇ ਅਵੇਅਰਨੈਸ ਦਿੱਤੀ, ਤਾਂ ਫਿਰ ਚਾਹੇ ਉਹ ਕਨੈਕਟ ਹੈਗੇ ਆ ਪੰਜਾਬ ਨਾਲ ਨਹੀਂ, ਪਰ ਅਲਟੀਮੇਟਲੀ ਕੀ ਉਹਨਾਂ ਦਾ ਦਿਲ ਕੀਤਾ ਕਿ ਅਸੀਂ ਇਸ ਦੇ ਵਿੱਚ ਪਾਰਟਿਸਿਪੇਟ ਕਰੀਏ। ਸਾਡੇ ਲੋਕਾਂ ਦੀ ਜ਼ਮੀਨ ਹੈ, ਸਾਡੇ ਲੋਕਾਂ ਦੇ ਹੱਕ ਹੈਗੇ ਆ ਜਿਹੜੇ ਮਾਰੇ ਜਾ ਰਹੇ ਆ। ਤਾਂ ਬੜੇ ਵੱਡੇ ਲੈਵਲ ਤੇ ਮੈਂ ਦੇਖਿਆ ਕਿ ਜਿਹੜੇ ਇੱਥੇ ਦੇ ਜੰਮੇ ਬੱਚਿਆਂ ਦੀ ਇਨਵੋਲਵਮੈਂਟ ਸੀਗੀ ਇਸ ਆਪਣਾ ਪ੍ਰੋਟੈਸਟ ਦੇ ਵਿੱਚ। ਟੂਰ ਅੰਕਲ ਜੀ, ਇੱਕ ਸਵਾਲ ਤੁਹਾਡੇ ਵਾਸਤੇ ਆ। ਆਪਾਂ ਜਦੋਂ ਈਵਨ ਮੈਂ ਵੀ ਜਦੋਂ ਛੋਟਾ ਹੁੰਦਾ ਸੀ ਨਾ, ਤਾਂ ਮੈਂ ਦੇਖਦਾ ਹੁੰਦਾ ਸੀ ਕਿ ਆਪਣੇ ਪਿੰਡਾਂ ਦੇ ਵਿੱਚ ਪਿਆਰ ਸਤਿਕਾਰ ਆਪਸ ਦੇ ਵਿੱਚ ਬੜਾ ਜ਼ਿਆਦਾ ਹੁੰਦਾ ਸੀ, ਸਾਂਝ ਬੜੀ ਹੁੰਦੀ ਸੀ ਲੋਕਾਂ 'ਚ। ਈਵਨ ਜੇ ਮੈਂ ਯੂਨੀਵਰਸਿਟੀ ਲੈਵਲ ਦੀ ਗੱਲ ਕਰਾਂ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ 'ਚ ਰਹਿੰਦਾ ਸੀ, ਤਾਂ ਉਸ ਟਾਈਮ ਸਾਡਾ ਜਿਹੜਾ ਸਾਥੀਆਂ ਨਾਲ ਸੀ ਪਿਆਰ ਬਹੁਤ ਹੈਗਾ ਸੀ। ਇਹ 2006 ਦੀ ਗੱਲ ਆ। ਪਰ ਪਿਛਲੇ 10 ਕੁ ਸਾਲਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ, ਸ਼ਾਇਦ ਟੈਕਨੋਲੋਜੀ ਦੇ ਆਉਣ ਨਾਲ ਸ਼ਾਇਦ ਪੋਲੀਟੀਕਲ ਇਨਵੋਲਵਮੈਂਟ ਬਹੁਤ ਜ਼ਿਆਦਾ ਗੰਦੇ ਲੈਵਲ ਤੇ ਹੋ ਗਈ ਸੀ, ਪਿੰਡਾਂ 'ਚ ਵੀ, ਸ਼ਹਿਰਾਂ 'ਚ ਵੀ, ਸਕੂਲ ਯੂਨੀਵਰਸਿਟੀ ਲੈਵਲ ਤੇ ਵੀ। ਤਾਂ ਲੋਕਾਂ ਦੇ ਵਿੱਚ ਜਿਹੜਾ ਭਾਈਚਾਰਾ ਆ ਉਹ ਕਾਫੀ ਖਤਮ ਹੋ ਗਿਆ ਲੱਗਦਾ ਸੀ, ਕਿ ਲੋਕਾਂ ਦਾ ਆਪਸ ਦੇ ਵਿੱਚ ਪਿਆਰ ਘਟ ਗਿਆ ਸੀ, ਇੰਟਰੈਕਸ਼ਨ ਘਟ ਗਈ ਸੀ, ਤੇ ਜਿਹੜਾ ਸਾਡਾ ਸਪੋਰਟਿਵ ਨੇਚਰ ਸੀਗਾ ਕਿ ਇੱਕ ਦੂਜੇ ਨੂੰ ਮਦਦ ਕਰਨਾ, ਉਹ ਘਟ ਗਿਆ ਸੀ। ਪਰ ਜਦੋਂ ਆਪਾਂ ਹੁਣ ਇਸ ਅੰਦੋਲਨ ਦੀ ਗੱਲ ਕਰਦੇ ਹਾਂ, ਇਸ ਅੰਦੋਲਨ ਦੇ ਵਿੱਚ ਅਸੀਂ ਦੇਖਦੇ ਹਾਂ, ਮੈਂ ਵੀ ਕੁਝ ਸਾਥੀਆਂ ਨੂੰ ਦੇਖਿਆ ਉੱਥੇ ਬੈਠਿਆਂ ਨੂੰ, ਜਿਹੜੇ ਪਿੰਡ ਦੇ ਵਿੱਚ ਤਾਂ ਉਹਨਾਂ ਦਾ ਇੱਟ ਕੁੱਤੇ ਵਾਲਾ ਵੈਰ ਆ, ਤੇ ਜਦੋਂ ਮੈਂ ਉਹਨਾਂ ਨੂੰ ਫੋਟੋ ਕਿਤੇ ਫੇਸਬੁੱਕ ਤੇ ਦੇਖੀ ਤਾਂ ਦੋਨੋਂ ਜਣੇ ਬੈਠੇ, ਇੱਕ ਸਬਜ਼ੀ ਨੂੰ ਤੜਕਾ ਲਾ ਰਿਹਾ ਸੀ ਤੇ ਇੱਕ ਆਟਾ ਗੁੰਨ ਰਿਹਾ ਸੀ, ਇੱਕੋ ਗੱਦੇ ਦੇ ਉੱਤੇ ਬੈਠੇ ਉਹ। ਤਾਂ ਜੇ ਤੁਹਾਨੂੰ ਸਵਾਲ ਮੇਰਾ ਇਹ ਹੈ ਕਿ ਇਸ ਅੰਦੋਲਨ ਚੋਂ ਆਪਾਂ ਸਿੱਖ ਕੀ ਰਹੇ ਹਾਂ? ਇਹ ਸਿਰਫ ਅੰਦੋਲਨ ਨਹੀਂ, ਸਿਰਫ ਇਹ ਆਪਣੇ ਬਿੱਲਾਂ ਵਾਸਤੇ ਨਹੀਂ ਆਪਾਂ ਕਰ ਰਹੇ, ਕਾਨੂੰਨਾਂ ਵਾਸਤੇ ਨਹੀਂ ਕਰ ਰਹੇ, ਪਰ ਜੇ ਆਪਾਂ ਇਨਸਾਨੀਅਤ ਦੇ ਤੌਰ ਤੇ ਦੇਖੀਏ ਤਾਂ ਸਾਡਾ ਕਰੈਕਟਰ, ਸਾਡਾ ਮਿਆਰ ਕਿਸ ਤਰ੍ਹਾਂ ਤੇ ਕਿੰਨਾ ਕੁ ਉੱਚਾ ਜਾਊਗਾ ਇਸ ਅੰਦੋਲਨ ਦੇ ਨਾਲ? ਇਹ ਤੁਹਾਡਾ ਬੜਾ ਵਧੀਆ ਸਵਾਲ ਆ ਜੀ। ਆਪਾਂ ਸਾਰਿਆਂ ਦੇ ਜਿਹੜੇ ਬਜ਼ੁਰਗ ਆਪਾਂ ਨੇ ਵੇਖੇ ਆ, ਵੱਡੇ ਵੱਡੇ ਨੇ ਦੇਖੇ ਆ, ਉਦੋਂ ਕਿੰਨਾ ਪਿਆਰ ਹੁੰਦਾ ਸੀ। ਲੇਕਿਨ ਤੁਸੀਂ ਇਹ ਦੇਖੋ ਵੀ ਉਹ ਪਿਆਰ ਨੂੰ ਕਿਸ ਤਰ੍ਹਾਂ ਜਿਹੜਾ ਨਫ਼ਰਤ 'ਚ ਬਦਲਿਆ ਗਿਆ, ਉਹ ਪੋਜ਼ਿਟਿਵਿਟੀ ਵਾਲੇ ਮਾਹੌਲ ਨੂੰ ਕਿੱਦਾਂ ਬਦਲਿਆ ਗਿਆ, ਕਿ ਇੰਨੀ ਜਿਹੜੀ ਪੋਲਿਟਿਕਸ ਆ, ਇੰਨੀ ਲੀਡਰਾਂ ਨੇ ਘਟੀਆ ਕਰ ਦਿੱਤੀ ਕਿ ਹਰ ਗੱਲ ਦੇ ਵਿੱਚ ਉਹ ਪੋਲਿਟਿਕਸ ਵਾੜ ਦਿੰਦੇ ਸੀ। ਉੱਥੇ ਫਿਰ ਕੀ ਹੁੰਦਾ ਸੀਗਾ ਕਿ ਘਰ ਦੇ ਨਾਲ ਜਿਹੜਾ ਘਰ ਆ ਉਹ ਉੱਥੇ ਵੀ ਨਫ਼ਰਤ ਪੈ ਜਾਂਦੀ ਸੀ। ਇੱਥੋਂ ਤੱਕ ਵੀ ਘਰਾਂ ਦੇ ਵਿੱਚ ਵੀ ਕੋਈ ਜੀ ਕਿਸੇ ਪਾਸੇ ਹੋ ਗਿਆ, ਉਹਨੂੰ ਅਹੁਦਾ ਦੇ ਦਿੱਤਾ, ਉਹ ਦੂਜੇ ਨੂੰ ਇਸ ਤਰ੍ਹਾਂ। ਕਹਿਣ ਦਾ ਮਤਲਬ ਇਹ ਵੀ ਇੰਨੇ ਘਟੀਆ ਇਹਨਾਂ ਨੇ ਚਾਲਾਂ ਚੱਲੀਆਂ ਕਿ ਪਿੰਡਾਂ ਦੇ ਵਿੱਚ ਜਿਹੜਾ ਉਹ ਪਿਆਰ ਸੀਗਾ ਉਹ ਖਤਮ ਹੋ ਗਿਆ। ਉਹ ਜਿਹੜੀ ਚੀਜ਼ ਆ, ਇੱਕ ਦੂਜੇ ਨੂੰ ਦੇਖ ਕੇ ਨਾ ਚੰਗਾ ਲੱਗਣਾ, ਗੁੱਟਬੰਦੀ, ਧੜੇਬੰਦੀ,
ਇਹ ਧਰਮ ਦੇ ਨਾਂ ਦੇ ਉੱਤੇ ਜਿਹੜੀਆਂ ਇਹ ਗਲਤ ਚੀਜ਼ਾਂ। ਹੁਣ ਤੁਸੀਂ ਆ ਕਿਸਾਨਾਂ ਦੀ ਗੱਲ ਦੇਖ ਲਓ ਭਈ 4.5 ਸਾਲ ਦਾ ਇੱਕ ਕਿਸਾਨ ਆਪਣੀ ਆਇਡੈਂਟੀਟੀ ਬਣਾਉਂਦਾ, ਆਪਣਾ ਜਿਹੜਾ ਉਹ ਆਪਣਾ ਇੱਕ ਨਾਮ ਬਣਾਉਂਦਾ ਕਿ ਮੈਂ ਕਿਸਾਨ ਆ, ਤੇ 6 ਮਹੀਨੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਕੀ ਹੁੰਦਾ, ਇਹ ਜੀ ਜੱਟ ਕਿਸਾਨ ਆ, ਸੈਣੀ ਕਿਸਾਨ ਆ, ਹਿੰਦੂ ਕਿਸਾਨ ਆ, ਮੁਸਲਮਾਨ ਕਿਸਾਨ ਆ, ਪਾੜ ਕੇ ਉਹ ਆਪਣੀਆਂ ਵੋਟਾਂ ਪਾ ਕੇ ਮੁੜ ਕੇ ਫੇਰ ਤਿੱਤਰ ਹੋ ਜਾਂਦੇ ਆ, 5 ਸਾਲ ਫੇਰ ਨਹੀਂ ਪਾਉਂਦੇ ਆ। ਕਹਿਣ ਦਾ ਮਤਲਬ ਇਹ ਆ ਵੀ ਇਹ ਹੁਣ ਜਿਹੜੀ ਆ ਚੀਜ਼ ਬਣੀ ਆ, ਇਹ ਤਾਂ ਅਸੀਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਦੇਖੇ। ਤੇ ਔਰ ਜਦੋਂ ਇਹ ਸ਼ੁਰੂ ਹੋਇਆ, ਇਹ 30 ਜਥੇਬੰਦੀਆਂ ਨੇ ਸਿਰ ਜੋੜ ਕੇ ਬੈਠੇ, ਅਸੀਂ ਕਿਹਾ ਲੈ ਬਈ ਅੱਜ ਵੀ ਗਏ ਤੇ ਕੱਲ ਵੀ ਗਏ, ਅੱਜ ਵੀ ਗਏ ਤੇ ਕੱਲ ਵੀ ਗਏ, ਕਿਉਂਕਿ ਅਸੀਂ ਉੱਥੇ ਇਹ ਚੀਜ਼ਾਂ ਹੰਡਾਈਆਂ। ਇਹ ਸਾਡੀ ਸੀਜ਼ਨਿੰਗ ਹੀ ਏਦਾਂ ਹੋਈ, ਸਾਡੀ ਪਰਵਰਿਸ਼ ਏਦਾਂ ਹੋਈ ਵੀ ਇਹ 'ਚ ਫਿਰ ਪੋਲਿਟਿਕਸ ਵੜ ਜਾਣੀ ਆ। ਲੇਕਿਨ ਚੌਧਰੀ ਚਰਨ ਸਿੰਘ ਨੇ 1980 'ਚ ਕਿਹਾ ਸੀ, ਜਦੋਂ ਪ੍ਰਧਾਨ ਮੰਤਰੀ ਬਣਿਆ, ਰੈਲੀ ਕੀਤੀ ਸੀ, ਅਸੀਂ ਵੀ ਬੱਸ ਲੈ ਕੇ ਗਏ ਸੀ ਦੁਆਬੇ ਤੋਂ, ਸਾਰੇ ਅਸੀਂ ਨੌਜਵਾਨ ਉਸਲੇ ਕੀਤੀ ਸ਼ੁਰੂ ਕੀਤੀ ਸੀ 1980 'ਚ ਅਸੀਂ ਗਏ। ਉਹਨੇ ਇੱਕੋ ਗੱਲ ਕਹੀ ਸੀ ਭਈ ਕਿਸਾਨੋ, ਜੇ ਆਪਣਾ ਭਵਿੱਖ ਚੰਗਾ ਰੱਖਣਾ ਤੇ ਆਪਣੀ ਯੂਨੀਅਨ ਬਣਾਓ, ਵੀ 86 ਬੰਦੇ ਨਾ ਵੜਨ ਦਿਓ। ਉਹਨਾਂ ਨੇ 86 ਹੌਲੀ ਹੌਲੀ ਵਾੜ ਲਿਆ ਤੇ ਪੱਠਾ ਬਹਿ ਗਿਆ। ਹੁਣ ਇਹ ਤੀਹਾਂ ਨੇ 40 ਸਾਲ ਬਾਅਦ ਉਸ ਸੂਝਵਾਨ ਕਿਸਾਨ ਪ੍ਰਧਾਨ ਮੰਤਰੀ ਦੀ ਗੱਲ ਤੇ ਗੌਰ ਕੀਤਾ, ਔਰ ਪ੍ਰਾਪਤੀਆਂ ਵੀ ਹੋਣਗੀਆਂ। ਔਰ ਇੱਕ ਜਿਹੜੀ ਤੁਸੀਂ ਗੱਲ ਜਿਹੜੇ ਵਿਸ਼ੇ ਤੇ ਕਰ ਰਹੇ ਹੋ ਕਿ ਪਿੰਡਾਂ ਦੇ ਵਿੱਚ ਉਹੀ ਭਾਈਚਾਰਾ, ਉਹੀ ਸਦਭਾਵਨਾ, ਉਹੀ ਪ੍ਰੇਮ ਆ ਜਾਏਗਾ। ਪਰ ਜੇ ਆਹ ਜਿਸ ਤਰ੍ਹਾਂ ਸਿਸਟਮ, ਇਹ ਨੌਜਵਾਨ ਜਿਹੜੇ ਉੱਠੇ ਆ, ਇਹ ਪਿੰਡਾਂ 'ਚ ਜਿੱਦਾਂ ਸਰਗਰਮ ਰਹਿਣ, ਇਹਨਾਂ ਨੂੰ ਪੋਲੀਟੀਕਲ ਜਿਹੜਾ ਲੀਡਰ ਆ ਕੋਈ ਜਾਲ 'ਚ ਨਾ ਫਸਣ, ਇਹ ਨਿਰੋਲ ਏਦਾਂ ਹੀ ਰਹਿਣ, ਏਦਾਂ ਹੀ ਜਥੇਬੰਦੀਆਂ ਰਹਿਣ, ਤੇ ਇਹ ਇੱਕ ਇਹਨਾਂ ਵਧੀਆ ਕੰਮ ਹੋ ਜਾਊਗਾ ਕਿ ਉਹੀ ਪਿਆਰ ਆ ਜਾਊਗਾ, ਉਹੀ ਜਿਹੜਾ ਆਪਣਤ ਆ ਜਾਊਗੀ, ਉਹੀ ਈਰਖਾ ਘਟ ਜਾਊਗੀ। ਇੱਕ ਦੂਜੇ ਦਾ ਇਸ ਤਰ੍ਹਾਂ ਲੱਗੂਗਾ ਜਿੱਦਾਂ ਕਿਤੇ ਇੱਕ ਪਰਿਵਾਰ ਹੋਊਗਾ, ਇੱਕ ਪਿੰਡ ਘੁੱਗ ਵਸਦਾ ਹੋਊਗਾ। ਹੁਣ ਪਿੰਡਾਂ 'ਚ ਖੁਸ਼ਕੀ ਆ ਗਈ ਆ, ਹੁਣ ਪ੍ਰੇਮ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਕਹਿਣ ਦਾ ਮਤਲਬ ਇਹ ਇੱਕ ਦੂਜੇ ਨੂੰ ਇੰਨੀ ਨਫ਼ਰਤ ਵੱਧ ਗਈ ਆ ਕਿ ਜਦੋਂ ਨਫ਼ਰਤ ਵੱਧਦੀ ਆ ਤੇ ਉਹ ਫਿਰ ਸਾਰਾ ਮਾਹੌਲ ਜਿਹੜਾ ਆ ਉਹ ਖਰਾਬ ਹੋ ਜਾਂਦਾ। ਗੁਰੂਆਂ ਪੀਰਾਂ ਨੇ ਦੀ ਧਰਤੀ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ, ਉਹਨੇ ਤਾਂ ਵੰਡਿਆ ਪਿਆਰ ਆ। ਉਹਨਾਂ ਨੇ ਕਿਹਾ ਮਾਫ ਕਰ ਦੋ, ਸੀਨੇ ਨਾਲ ਲਾ ਲਓ, ਦੁਸ਼ਮਣਾਂ ਨੂੰ ਸੀਨੇ ਨਾਲ ਲਾ ਲਓ। ਇੱਥੇ ਹੁਣ ਹਾਲ ਇਹ ਆ ਵੀ ਪਿੰਡਾਂ 'ਚ ਦੁਸ਼ਮਣ ਹੋ ਗਏ, ਮਹੱਲਿਆਂ 'ਚ ਹੋ ਗਏ, ਗਲੀਆਂ 'ਚ ਹੋ ਗਏ, ਨਾਲ ਗੁਆਂਢੀ ਹੋ ਗਏ, ਤੇ ਹੁਣ ਘਰਾਂ 'ਚ ਵੀ ਦੁਸ਼ਮਣ ਪੈਦਾ ਹੋ ਗਏ। ਇਹ ਮਾਹੌਲ, ਇਹ ਨੌਜਵਾਨ ਜਿਹੜੇ ਹੁਣ ਉੱਥੋਂ ਆਉਣਗੇ ਦਿੱਲੀ ਤੋਂ ਫਤਿਹ ਕਰਕੇ ਮੋਰਚਾ, ਇਹ ਪਿੰਡਾਂ 'ਚ ਵੀ ਮੋਰਚਾ ਫਤਿਹ ਕਰਨਗੇ ਔਰ ਪ੍ਰੇਮ ਦਾ ਮਾਹੌਲ ਬਣੂਗਾ, ਲਾਜ਼ਮੀ ਬਣੂਗਾ। ਜੀ ਬਲਜਿੰਦਰ ਭਾਜੀ, ਤੁਸੀਂ ਇੱਕ ਵੀਡੀਓ ਚਲਾਉਣਾ ਚਾਹੁੰਦੇ ਸੀ ਤਾਂ ਉਹ ਪਲੇ ਕਰ ਲਓ ਪਹਿਲਾਂ। ਹਾਂਜੀ, ਇੱਕ ਸਕਿੰਟ। गुरदत्त सिंह जी ने सिखो साहब, भारतीय किसान मजदूर एकता जिंदाबाद। सॉरी, वाहिगुरु जी का खालसा, श्री वाहिगुरु जी की फतेह। भारतीय किसान मजदूर एकता जिंदाबाद। मैं भारत के हर निवासी को बेनती करना चाहता हूं कि हमारे देश के प्रधानमंत्री नरेंद्र मोदी जी ने जो इस देश के अंदर, हमारे देश के अंदर कानून लाए हैं, वो पूरे भारत के लोगों को खत्म कर देगा, किसान को खत्म कर देगा। और जो खाना खाने वाले लोग हैं, उनके ऊपर महंगाई का इतना ज्यादा बोझ बढ़ जाएगा कि हर आदमी खाना भी नहीं खा सकेगा। और जो चंद लोग, 4 सरमाएदार लोग, अंडानी अंबानी जैसे लोग हैं, वो पूरे देश का अनाज इकट्ठा करके उसका स्टोर करके वो लोगों का शोषण करेंगे। जैसे जो प्याज में होता है, आलू में होता है, किसान से 1 रुपया लेते हैं और जो हम खरीदने वाले लोग हैं, हमको 100 रुपया किलो मिलता है। तो मैं देश के सभी निवासियों को ये बेनती करना चाहता हूं कि आज हमारे देश के ऊपर पाकिस्तान या चीन से हमला नहीं हुआ है। आज हमारे देश के ऊपर हमारे देश के प्रधानमंत्री ने जो कानून बनाकर हम लोगों को मारने की कोशिश की है, उसके लिए हमने 8 तारीख को पूरे भारत को बंद करना है और आप सबने उसके अंदर शामिल होना है। तभी हमारा भारत देश बच सकेगा, तभी हम जो लोग देश के सुख के साथ रोटी खा सकेंगे। नहीं तो मैं ये बात को बताना चाहता हूं, हम लोग खत्म हो जाएंगे, हमारा देश खत्म हो जाएगा। भारतीय किसान मजदूर एकता जिंदाबाद। हाँ जी, ਬੜਾ ਵਧੀਆ ਸੁਨੇਹਾ ਦਿੱਤਾ ਉਹਨਾਂ ਨੇ। ਹਰ ਕੋਈ ਆਪਣੇ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਿਹਾ ਕਿ
ਵੱਧ ਤੋਂ ਵੱਧ ਲੋਕਾਂ ਨੂੰ ਸੁਚੇਤ ਕੀਤਾ ਜਾਵੇ, ਅਲਰਟ ਕੀਤਾ ਜਾਵੇ ਕਿ ਆਪਾਂ ਕਿਸ ਪਾਸੇ ਨੂੰ ਜਾ ਰਹੇ ਹਾਂ ਤੇ ਕਿਸ ਤਰ੍ਹਾਂ ਆਪਾਂ ਹੁਣ ਇਸ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕਰਨਾ ਆ। ਅਮਨਵੀਰ ਜੀ, ਇੱਕ ਤੁਹਾਡੇ ਵਾਸਤੇ ਹੁਣ ਸਵਾਲ ਇਹ ਹੈਗਾ ਕਿ ਆਪਾਂ ਦੇਖਿਆ ਕਿ ਪਿਛਲੇ ਲਗਭਗ 2 ਹਫ਼ਤਿਆਂ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ ਵੀ ਪ੍ਰੋਟੈਸਟ ਹੋ ਰਿਹਾ। ਜਿਵੇਂ ਆਪਾਂ ਆਸਟ੍ਰੇਲੀਆ ਦੇ ਕ੍ਰਿਕਟ ਮੈਚ ਵਿੱਚ ਦੇਖਿਆ ਤਾਂ ਉੱਥੇ ਵੀ ਲੋਕ ਪੋਸਟਰ ਫੜ ਕੇ ਖੜੇ ਸੀ, ਤਖਤੀਆਂ ਫੜ ਕੇ ਖੜੇ ਸੀ। ਫਿਰ ਜੇ ਆਪਾਂ ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਚਾਹੇ ਨਿਊਜ਼ੀਲੈਂਡ ਹੈ, ਚਾਹੇ ਕੈਨੇਡਾ ਹੈਗਾ, ਚਾਹੇ ਅਮਰੀਕਾ ਹੈਗਾ, ਤਾਂ ਆਪਾਂ ਦੇਖਿਆ ਕਿ ਥਾਂ ਥਾਂ ਤੇ ਵੱਡੇ ਵੱਡੇ ਪ੍ਰੋਟੈਸਟ ਹੋਏ ਆ, ਰੈਲੀਜ਼ ਹੋਈਆਂ। ਤੁਸੀਂ ਥੋੜਾ ਜਿਹਾ ਇਹਦੇ ਬਾਰੇ ਗੱਲਬਾਤ ਕਰੋ ਕਿ ਜਿਹੜੇ ਇਹ ਇੰਟਰਨੈਸ਼ਨਲ ਪ੍ਰੋਟੈਸਟ ਹੋ ਰਹੇ ਆ, ਕਿੱਥੇ ਕਿੱਥੇ ਹੋ ਰਹੇ ਆ, ਤੇ ਜੇ ਆਪਾਂ ਇਹਨਾਂ ਪ੍ਰੋਟੈਸਟ ਦੀ ਗੱਲ ਕਰੀਏ, ਇਹਦਾ ਇੰਪੈਕਟ ਕੀ ਪੈ ਰਿਹਾ? ਕੀ ਇਹਦਾ ਪ੍ਰੈਸ਼ਰ ਪੈ ਰਿਹਾ ਸਰਕਾਰ ਤੇ? ਜੇ ਪੈ ਰਿਹਾ ਤਾਂ ਕਿਸ ਤਰ੍ਹਾਂ ਪੈ ਰਿਹਾ, ਤੇ ਉਹਦਾ ਕੀ ਫਾਇਦਾ ਹੋਊਗਾ ਆਪਣੇ ਜਿਹੜੇ ਕਿਸਾਨ ਅੰਦੋਲਨ ਨੂੰ? ਇਹ ਜੋ ਯੁੱਗ ਹੈ, ਇਹ ਟੈਕਨੋਲੋਜੀ ਦਾ ਯੁੱਗ ਹੈ ਜੀ। ਉਹਦੇ ਵਿੱਚ ਇਹ ਤਾਂ ਹੈ ਨਹੀਂ, ਪਹਿਲਾਂ ਜਿਸ ਤਰ੍ਹਾਂ ਹੁੰਦਾ ਸੀ ਕਿ ਇੱਕੋ ਜਗ੍ਹਾ ਤੇ ਤੁਸੀਂ ਬੈਠੇ ਹੋ ਤੇ ਉਸੇ ਜਗ੍ਹਾ ਦੇ ਲੋਕਾਂ ਨੂੰ ਪਤਾ ਚੱਲ ਰਿਹਾ ਕੀ ਹੋ ਰਿਹਾ। ਹੁਣ ਇਸ ਟਾਈਮ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਤੇ ਤੁਸੀਂ ਦੇਖਿਆ ਹੈ ਕਿ ਜਿਹੜਾ ਹੁਣ ਉੱਥੋਂ ਸ਼ੁਰੂ ਹੋਇਆ ਸੀ ਘੋਲ ਕਿਸਾਨਾਂ ਦਾ, ਉਹ ਸਭ ਜਗ੍ਹਾ ਤੇ ਪਹੁੰਚ ਚੁੱਕਿਆ ਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਐਵਰੀਵੇਅਰ ਪੀਪਲ ਆਰ ਪਾਰਟਿਸਿਪੇਟਿੰਗ। ਉਸ ਜਗ੍ਹਾ ਤੇ ਹੁਣ ਆ ਕੇ ਹਰ ਇੱਕ ਬੰਦਾ ਉਹਦੇ 'ਚ ਇਨਵੋਲਵਮੈਂਟ ਸ਼ੋ ਕਰ ਰਿਹਾ ਆਪਣੀ। ਤੇ ਜਿਸ ਤਰ੍ਹਾਂ ਹੁਣੇ ਪਹਿਲਾਂ ਗੱਲ ਕਰਕੇ ਨੇ ਪੋਲੀਟੀਕਲ ਮੋਟਿਵਸ ਤੋਂ ਉੱਠ ਕੇ, ਪੋਲੀਟੀਕਲ ਇੰਟਰਸਟ ਤੋਂ ਉੱਪਰ ਉੱਠ ਕੇ ਵੀ ਲੋਕ ਗੱਲ ਕਰ ਰਹੇ ਨੇ। ਹੁਣ ਜੋ ਦੇਖੀਏ ਕਿ ਇੱਥੇ ਰੈਲੀਜ਼ ਹੋ ਰਹੀਆਂ ਨੇ, ਹੁਣ ਲਾਸਟ ਵੀਕ ਰੈਲੀ ਹੋਈਆਂ ਨੇ ਤੇ ਸੈਟਰਡੇ ਸੰਡੇ ਸਾਡੇ ਟੋਰਾਂਟੋ ਦੇ ਵਿੱਚ ਵੀ, ਤੇ ਹੈਮਿਲਟਨ 'ਚ ਸੁਬਾਹ ਰੈਲੀ ਸੀਗੀ। ਅਸੀਂ ਗਏ ਆ, ਉੱਥੇ ਪਹੁੰਚੇ ਹੈਮਿਲਟਨ ਦੇ ਵਿੱਚ, ਰੈਲੀ ਦਾ 10:30 ਵਜੇ ਟਾਈਮ ਸੀਗਾ, ਅਸੀਂ 9 ਵਜੇ ਤੋਂ ਪਹਿਲਾਂ ਪਹੁੰਚ ਗਏ। ਸਾਨੂੰ ਲੱਗਿਆ ਕਿ ਸ਼ਾਇਦ ਜਾ ਕੇ ਸਾਨੂੰ ਦੇਖਣਾ ਪੈਣਾ ਵੀ ਕੌਣ ਆ ਗਿਆ, ਕੌਣ ਨਹੀਂ ਆ ਗਿਆ। ਉਹ ਤੋਂ ਪਹਿਲਾਂ ਹੀ ਮੁੰਡੇ ਸੀ ਸਾਰੇ, ਉਹ ਬੜੇ ਯੂਥ ਇਕੱਠਾ ਹੋਇਆ ਸੀ ਉੱਥੇ, ਔਰ ਨਾ ਮਤਲਬ ਸੈਂਕੜੇ ਗੱਡੀਆਂ ਸੀਗੀਆਂ। ਹੈਮਿਲਟਨ ਸਾਨੂੰ ਐਸੀ ਕਿ ਸ਼ਾਇਦ ਆਪਣੀ ਕਮਿਊਨਿਟੀ ਘੱਟ ਹੀ ਹੋਣੀ ਜਾਂ ਸ਼ੋਰ, ਔਰ ਉੱਥੇ ਮਤਲਬ ਮੇਰੇ ਖਿਆਲ 300-400 ਗੱਡੀ ਉੱਥੇ ਹੋਣੀ ਹੈ। 2 ਵਜੇ ਸਾਡਾ ਬਰੈਂਪਟਨ ਦੇ ਵਿੱਚ ਸੀਗਾ, ਉੱਥੇ ਮਤਲਬ ਉੱਥੇ ਤੱਕ ਹਜ਼ਾਰਾਂ ਗੱਡੀਆਂ ਸੀਗੀਆਂ ਬਰੈਂਪਟਨ ਦੇ ਵਿੱਚ, ਸੌਫਟ ਸੈਂਟਰ ਦੇ ਵਿੱਚ ਸੀਗਾ ਉੱਥੇ ਵੀ। ਮੈਂ ਨਾਲ ਗਿਆ ਉੱਥੇ, ਮਤਲਬ ਵੀ ਇਹ ਸੋਚ ਕੇ ਚਲੋ ਕਿ ਬੱਚਿਆਂ ਦੀ ਇਨਵੋਲਵਮੈਂਟ ਦੀ ਗੱਲ ਕਰਦੇ, ਮੇਰੇ ਬੱਚੇ ਨਾਲ ਗਏ ਨੇ। ਮੇਰੇ ਬੱਚੇ ਮੇਰਾ ਬੇਟਾ ਪਲੇ ਕਾਰਡ ਫੜ ਕੇ ਗੱਡੀ 'ਚ ਖੜਾ ਹੋਇਆ ਸੀਗਾ। ਉਹਨਾਂ ਨੂੰ ਇੰਨਾ ਕਿੰਨਾ ਪਤਾ, ਫਿਰ ਵੀ ਉਹਨਾਂ ਨੂੰ ਜੋ ਪੁੱਛਦੇ ਆ ਤਾਂ ਗੱਲ ਦੱਸੀ ਏਦਾਂ ਦਾ ਕੁਛ ਹੈ, ਤਾਂ ਉਹ ਵੀ ਮੇਰੀਆਂ ਬੇਟੀਆਂ ਵੀ ਨਾਲ ਜਾ ਕੇ ਉਹਨਾਂ ਨੇ ਹਰ ਜਗ੍ਹਾ ਤੇ ਨਾਲ ਰਹੀਆਂ ਨੇ। ਲੋਕਾਂ ਦੇ ਸਾਰਿਆਂ ਦੇ ਹੀ ਬੱਚੇ ਜਾਂ ਮਤਲਬ ਲੇਡੀਜ਼, ਕਾਫੀ ਲੇਡੀਜ਼ ਆਈਆਂ ਸੀਗੀਆਂ। ਉਹਨਾਂ ਨੇ ਇਕੱਲੇ, ਉਹਨਾਂ ਦੇ ਜੈਂਟਸ ਸਪੋਜ਼ ਘਰ ਨਹੀਂ ਹੈਗੇ ਜਾਂ ਸ਼ੋਰ, ਉਹ ਆਪ ਆਈਆਂ ਇਕੱਲੀਆਂ ਵੀ ਆਈਆਂ ਹੋਈਆਂ ਸੀਗੀਆਂ। ਇੰਨੀ ਜ਼ਿਆਦਾ ਇਨਵੋਲਵਮੈਂਟ ਸ਼ੋ ਕਰ ਰਹੇ ਨੇ। ਫਿਰ ਉਸ ਵਕਤ ਜਿਸ ਤਰ੍ਹਾਂ ਆਸਟ੍ਰੇਲੀਆ 'ਚ ਹੋਇਆ ਸੀਗਾ, ਆਸਟ੍ਰੇਲੀਆ 'ਚ ਕੀ ਹੋਇਆ ਸੀਗਾ ਕਿ ਜਦੋਂ ਫਸਟ ਮੈਚ ਸੀਗਾ ਇੰਡੀਆ ਤੇ ਆਸਟ੍ਰੇਲੀਆ ਦਾ, ਹੁਣੇ ਜੋ ਸੀਰੀਜ਼ ਚੱਲ ਰਹੀ ਹੈ ਵਨਡੇ ਦੀ, ਉਦੋਂ ਇੱਕ ਬੰਦਾ ਤੁਸੀਂ ਦੇਖਿਆ ਹੋਣਾ, ਉਹਦੇ ਵਿੱਚ ਇੱਕ SBI ਔਰ $1 ਬਿਲੀਅਨ ਦਾ ਲੈ ਕੇ ਉਹ ਪਲੇ ਕਾਰਡ ਲੈ ਕੇ ਗਰਾਊਂਡ 'ਚ ਆ ਗਿਆ ਸੀਗਾ ਜੀ। ਉਦੋਂ ਨਹੀਂ ਪਤਾ ਚੱਲਿਆ ਕਿ ਰੀਜ਼ਨ ਕੀ ਹੈ, ਪਰ ਉਹ ਰੀਜ਼ਨ ਇਹ ਸੀਗਾ ਕਿ ਜੋ ਅਡਾਨੀਜ਼ ਨੇ ਉੱਥੇ ਜਿਹੜੀਆਂ ਆਪਣੀਆਂ ਕੋਲੇ ਦੀਆਂ ਖਾਣਾ ਵਗੈਰਾ ਦੇ ਉੱਪਰ ਆਪਣੇ ਉੱਥੇ ਕਲੇਮ ਕੀਤਾ ਸੀਗਾ, ਉੱਥੇ ਲੈਣ ਦੀ ਕੋਸ਼ਿਸ਼ ਕੀਤੀ ਸੀਗੀ ਆਸਟ੍ਰੇਲੀਆ 'ਚ, ਕੀਤੀ ਕਿ ਹੁਣ ਤਾਂ ਹੋਏਗੀ ਹੋਣੀ ਹੈ। ਉੱਥੇ ਉਹਨਾਂ ਨੇ ਬੈਂਕ ਤੋਂ ਜਿਹੜਾ ਲੋਨ ਲੈਣ ਦੀ ਗੱਲ ਕੀਤੀ, $1 ਬਿਲੀਅਨ ਆਸਟ੍ਰੇਲੀਆ 'ਚੋਂ ਮਨਾ ਹੋ ਗਿਆ ਸੀ ਉਹਨਾਂ ਨੂੰ। ਇਹਨਾਂ ਨੇ ਆਪਣੇ $1 ਬਿਲੀਅਨ SBI ਤੋਂ ਦਿੱਤਾ, SBI ਤੋਂ $1 ਬਿਲੀਅਨ ਦਿੱਤਾ ਉਹਨਾਂ ਨੂੰ। ਤੇ ਤੁਸੀਂ ਇਹ ਦੇਖ ਲਓ ਵੀ ਆਪਣੇ ਕਿਸਾਨ ਬੰਦਾ 10-10, 20-20 ਹਜ਼ਾਰ ਰੁਪਏ ਇਸ ਪਿੱਛੇ ਮਰੀ ਜਾਂਦੇ ਨੇ। ਐਡੂ ਤਰਾਸਦੀ ਕੀ ਹੋ ਸਕਦੀ ਹੈ ਕਿ ਜਿਹੜਾ ਬੰਦਾ ਲੋਕਾਂ ਦੇ ਪੇਟ ਭਰਦਾ ਹੈ, ਉਹ ਭੁੱਖੇ ਮਰਦੇ ਨੇ ਤੇ ਬਾਕੀ ਬੰਦੇ ਉਸ ਤੇ ਪ੍ਰੈਸ਼ ਕਰਦੇ ਨੇ। ਐਡੂ ਵੱਡੀ ਤਰਾਸਦੀ ਕੀ ਹੋ ਸਕਦੀ ਹੈ? ਉਹੀ ਚੀਜ਼ਾਂ ਕਿ ਉਹ ਆਸਟ੍ਰੇਲੀਆ, ਉਹਨਾਂ ਨੇ ਬੰਦੇ ਨੇ ਜੋ ਅੱਗੇ ਆਇਆ, ਉਹਨਾਂ ਨੇ ਪ੍ਰੋਟੈਸਟ ਸ਼ੋ ਕੀਤਾ ਵੀ ਆਹ ਚੀਜ਼ ਹੋ ਰਹੀ ਹੈ ਉਸ ਜਗ੍ਹਾ ਤੇ। ਇਸ ਤਰ੍ਹਾਂ ਤੁਸੀਂ ਹੁਣ ਜਦੋਂ ਇੰਨੀ ਇਨਵੋਲਵਮੈਂਟ ਹੋ ਗਈ ਹੈ ਤਾਂ ਸਾਰਾ ਆਸਟ੍ਰੇਲੀਆ ਦੇ ਨਾਲ US ਦੇ ਵਿੱਚ, ਕੈਨੇਡਾ ਦੇ ਵਿੱਚ, ਐਵਰੀਵੇਅਰ ਇਨ ਦਾ ਵਰਲਡ ਸਾਰੇ ਮਤਲਬ ਬੜੀ ਇਨਵੋਲਵਮੈਂਟ ਸ਼ੋ ਕਰ ਰਹੇ। ਤੇ ਉੱਥੇ ਹੁਣ ਇਹ ਸਭ ਕੁਝ ਰਿਫਲੈਕਟ ਹੋ ਰਿਹਾ ਸਾਰਾ ਕੁਝ। ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਇੰਨੇ ਬਾਹਰ ਬੰਦੇ ਵੀ ਬੈਠੇ ਹੋਏ ਨੇ ਨਾ, ਤਾਂ ਉਹਨਾਂ ਨੂੰ એનર્ਜੀ ਮਿਲਦੀ ਹੈ, ਇੱਥੇ ਹੁਣ ਸਾਰੇ ਆਪਣੇ ਬੈਠੇ ਹੋਏ, ਉਹਨਾਂ ਨੂੰ ਕਿਹਾ ਵੀ ਜੋ ਜਿਸ ਤਰ੍ਹਾਂ ਦਾ ਅਸੀਂ ਕਰ ਸਕਦੇ ਹਾਂ, ਫਿਜ਼ੀਕਲੀ ਪਾਰਟਿਸਿਪੇਸ਼ਨ ਨਹੀਂ ਹੋ ਸਕਦੀ, ਕੋਈ ਫਾਈਨੈਂਸ਼ੀਅਲ ਏਡ ਹੋ ਸਕਦੀ ਹੈ ਜਾਂ ਕੁਝ ਹੋਰ। ਅਸੀਂ ਹਰ ਰੋਜ਼ ਦਾ ਟ੍ਰੈਂਡ ਬਣਾਇਆ ਹੋਇਆ, ਅਸੀਂ ਸ਼ਾਮ ਨੂੰ ਬੈਠਦੇ ਹਾਂ 9:30 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ। ਅਸੀਂ 4 ਘੰਟੇ ਅਸੀਂ ਹਰ ਰੋਜ਼ ਲਗਾਉਂਦੇ ਹਾਂ ਕਿ ਅਸੀਂ ਸਾਡੀ ਟਵਿੱਟਰ ਤੇ, ਅਸੀਂ ਫੇਸਬੁੱਕ ਤੇ ਸਾਰੇ ਚੀਜ਼ਾਂ ਨੂੰ ਮਤਲਬ ਤਾਂ ਕਿ ਸਭ ਜਗ੍ਹਾ ਪਹੁੰਚਾਇਆ ਜਾ ਸਕੇ। ਸਾਡਾ ਹਰ ਰੋਜ਼ ਦਾ ਰੂਟੀਨ ਹੁਣ ਵੀ ਬਣਿਆ ਹੋਇਆ। ਮੇਰੇ
ਜਿਹੜੇ ਮੇਰੇ ਸਾਥੀ ਨੇ ਇਸ ਟਾਈਮ ਵੀ ਲੱਗੇ ਹੋਏ ਨੇ, ਮੇਰੇ ਫੋਨ ਤੇ ਨੋਟੀਫਿਕੇਸ਼ਨ ਆਈ ਜਾਂਦੇ ਨੇ, ਉਹ ਲੱਗੇ ਹੋਏ ਸੀ ਇਹਦੇ ਤੋਂ ਬਾਅਦ ਮੈਂ ਵੀ ਉਹਦੇ ਪਾਰਟਿਸਿਪੇਟ ਕਰਨਾ। ਇਹਨਾਂ ਨੇ ਜੋ ਪਹਿਲਾਂ ਕੀਤਾ ਸੀ ਕਿ ਕਸ਼ਮੀਰ ਦੇ ਵਿੱਚ ਜਿਸ ਤਰ੍ਹਾਂ ਸਾਰਾ ਕੁਝ ਬੰਦ ਕਰਤਾ ਸੀਗਾ, ਕੋਈ ਨੈਟਵਰਕ ਬੰਦ ਕਰਤਾ, ਸਾਰਾ ਕੁਝ ਕਿਸੇ ਨੂੰ ਪਤਾ ਹੀ ਨਹੀਂ ਚੱਲ ਰਿਹਾ। ਬਾਕੀ ਸੈਕੰਡਲੀ ਸੀਗਾ ਕਿ ਕਸ਼ਮੀਰ ਦੇ ਬੰਦੇ ਹੁਣ ਇੰਨੇ ਆਲ ਓਵਰ ਵਰਲਡ ਤਾਂ ਬੈਠੇ ਨਹੀਂ ਹੋਏ। ਹੁਣ ਆਪਣੇ ਪੰਜਾਬੀ ਤਾਂ ਹਰ ਜਗ੍ਹਾ ਤੇ ਹੈ ਨੇ, ਜਿੱਥੇ ਜਾਓ ਹਰ ਜਗ੍ਹਾ ਤੇ ਪੰਜਾਬੀ ਆ, ਜਿੱਥੇ ਜਾਓ ਹਰ ਜਗ੍ਹਾ ਤੇ ਪੰਜਾਬੀ ਨੇ। ਬਾਕੀ ਨੈਟਵਰਕ ਹੁਣ ਇੰਨਾ ਜ਼ਿਆਦਾ ਹੋਇਆ ਪਿਆ, ਟੈਕਨੋਲੋਜੀ ਦਾ ਜ਼ਮਾਨਾ ਹੈ, ਹਰ ਜਗ੍ਹਾ ਤੇ ਇਹ ਪਹੁੰਚ ਰਿਹਾ ਹੈ। ਇਹਨਾਂ ਨੂੰ ਪਤਾ ਹੈ ਕਿ ਇਹ ਸਭ ਤੋਂ ਵੱਡਾ ਡਰਾਬੈਕ ਉਹਨਾਂ ਦਾ, ਜਿਸ ਤਰ੍ਹਾਂ ਟੈਕਨੋਲੋਜੀ ਅੱਗੇ ਜਾ ਰਹੀ ਹੈ, ਜਿਸ ਤਰ੍ਹਾਂ ਮਤਲਬ ਇਹ ਲੋਕਾਂ ਦੀ ਇਨਵੋਲਵਮੈਂਟ ਵਰਲਡ ਵਾਈਡ ਹੋ ਰਹੀ ਹੈ, ਉਹਨਾਂ ਦੇ ਪ੍ਰੈਸ਼ਰ ਪੈ ਰਿਹਾ। ਆਪਣੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ, ਇੱਥੋਂ ਸਾਰੇ US ਦੀ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੇ ਵੀ ਬੋਲਿਆ, ਸਾਰੇ ਆਲ ਓਵਰ ਵਰਲਡ ਜਿੰਨੇ ਲੀਡਰ ਨੇ ਸਾਰੇ ਉਹ ਕਹਿ ਰਹੇ ਕਿ ਪੋਲੀਟੀਕਲ ਇਸ ਉੱਠ ਕੇ ਜੇ ਜੋ ਮਤਲਬ ਪੀਸਫੁਲ ਪ੍ਰੋਟੈਸਟ ਕਰਨ ਦਾ ਹਰ ਬੰਦੇ ਨੂੰ ਹੱਕ ਹੈ, ਤੁਸੀਂ ਇਸ ਨੂੰ ਰੋਕ ਨਹੀਂ ਸਕਦੇ। ਇਸ ਦੇ ਵਿੱਚ ਇਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪੀਸਫੁਲ, ਇਹ ਚੀਜ਼ ਉਹਨਾਂ ਨੇ ਬੋਲੀ ਸੀ ਕਿ ਪੀਸਫੁਲ ਪ੍ਰੋਟੈਸਟ ਜੋ ਹੈਗਾ ਹਰ ਬੰਦਾ ਕਰ ਸਕਦਾ, ਇਸ ਨੂੰ ਤੁਸੀਂ ਰੋਕ ਨਹੀਂ ਸਕਦੇ। ਤਾਂ ਇਹਨਾਂ ਨੇ ਕੈਨੇਡਾ ਦੇ ਵਿੱਚ ਜੋ ਇੰਡੀਆ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਜੋ ਹੈਗਾ, ਉਹਨਾਂ ਨੇ ਉਹਨੂੰ ਕਾਲ ਕਰ ਲਈ ਸੀ ਕਿ ਇਹਨਾਂ ਨੇ ਇੰਡੀਅਨ ਉੱਥੇ ਐਮਬੈਸੀ ਦੇ ਵਿੱਚ ਇੰਡੀਆ ਦੇ ਵਿੱਚ ਉਹਨਾਂ ਨੇ ਤੇ ਉਹਨੂੰ ਬੁਲਾ ਕੇ ਬੋਲਿਆ ਵੀ ਇਹ ਚੀਜ਼ ਤੁਹਾਡੀ ਐਕਸੈਪਟੇਬਲ ਨਹੀਂ ਹੈ, ਤੁਸੀਂ ਸਾਡੇ ਇੰਟਰਫੇਅਰ ਕਰਦੇ ਹੋ ਇਸ ਚੀਜ਼ ਦੇ ਵਿੱਚ। ਪਰ ਉਸਨੇ ਫਿਰ ਉਹੀ ਰਿਪੀਟ ਗੱਲ ਕੀਤੀ ਹੈ ਆਪਣੇ ਪ੍ਰਧਾਨ ਮੰਤਰੀ ਨੇ, ਉਹ ਇਹ ਕਿਹਾ, ਜਸਟਿਨ ਟਰੂਡੋ ਨੇ ਵੀ ਉਹ ਕਿਹਾ ਕਿ ਮਤਲਬ ਵੀ ਦੈਟਸ ਅ ਫੈਕਟ, ਐਨੀਵਨ ਕੈਨ ਡੂ ਇਟ, ਯੂ ਕੈਨਟ ਸਟਾਪ ਦੈਟ। ਉਹ ਚੀਜ਼ਾਂ ਨਹੀਂ ਰੋਕ ਸਕਦੇ। ਤੇ ਉਹ ਕਹਿੰਦਾ ਵੀ ਜਿਸ ਤਰ੍ਹਾਂ ਜਿੱਥੇ ਵੀ ਹੋਊਗਾ ਅਸੀਂ ਉਸ ਦਾ ਸਾਥ ਦੇਵਾਂਗੇ। ਇਸ ਨਾਲ ਜਦੋਂ ਇਸ ਤਰ੍ਹਾਂ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਫੀਲ ਕਰ ਰਹੇ ਨੇ, ਪੈ ਰਿਹਾ ਉਹਨਾਂ ਤੇ। ਤਾਂ ਹੀ ਉਹਨਾਂ ਨੇ ਜੈਮਰ ਆਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਇਹ ਚੀਜ਼ਾਂ ਸਾਰੀਆਂ ਵਾਈਡਲੀ ਸਪਰੈਡ ਨਾ ਹੋ ਸਕਣ ਤੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਇੰਨਾ ਪ੍ਰੈਸ਼ਰ ਨਾ ਉਹਨਾਂ ਨੂੰ ਫੀਲ ਹੋਵੇ। ਪਰ ਡੇਜ਼ ਆਰ ਗੋਨ, ਹੁਣ ਉਹ ਚੀਜ਼ ਵਾਪਸ ਆਉਣ ਵਾਲੀ ਹੈ ਨਹੀਂ। ਹੁਣ ਜਿੱਥੇ ਪੰਜਾਬੀ ਚੱਲ ਪਏ ਜੀ ਇੱਥੇ ਚੱਲ ਪਏ, ਹੁਣ ਵਾਪਸ ਆਉਣ ਵਾਲੇ ਹੈ ਨਹੀਂਗੇ। ਇਹ ਤਾਂ ਹੁਣ ਜਦੋਂ ਵਾਪਸ ਕਰਵਾ ਕੇ ਫਿਰ ਹੀ ਘਰ ਜਾਣਗੇ ਜੀ। ਐਂਡ ਈਵਨ ਆਪਾਂ ਵੇਖਿਆ ਕਿ UN ਨੇ ਵੀ ਇਸ ਗੱਲ 'ਚ ਆਪਣੇ ਕਿਸਾਨਾਂ ਨੂੰ ਸਪੋਰਟ ਕੀਤੀ ਹੈ ਕਿ ਗਵਰਨਮੈਂਟ ਨੂੰ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਤੇ ਵਿਚਾਰ ਕਰਨਾ ਚਾਹੀਦਾ, ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਸੋ ਇਹ ਜਿਹੜੇ ਪ੍ਰੈਸ਼ਰ ਆ ਸੱਚੀ ਨੂੰ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਥੋੜੇ ਚਾਹੇ ਇਕੱਠ ਆ ਚਾਹੇ ਛੋਟੇ ਆ, ਜਿਵੇਂ ਅਸੀਂ ਗਏ ਸੀ ਰੈਲੀ ਦੇ ਵਿੱਚ, ਤਾਂ ਮੈਂ ਲਾਸਟ ਟਾਈਮ ਜਦੋਂ ਗਿਆ ਤਾਂ ਡਾਊਨਟਾਊਨ ਦੇ ਵਿੱਚ ਰੋਡ ਦੀ ਸਾਈਡ ਤੇ ਖੜੇ ਸੀ ਇੰਟਰਸੈਕਸ਼ਨ 'ਚ, ਤਾਂ ਇੱਕ ਦੋ ਗੋਰਿਆਂ ਨੇ ਆ ਕੇ ਵੀ ਪੁੱਛਿਆ ਕਿ ਕੀ ਆ, ਬਿਕਾਜ਼ ਉਹਨਾਂ ਨੂੰ ਬਹੁਤੀ ਇਨਫੋਰਮੇਸ਼ਨ ਨਹੀਂ ਸੀਗੀ ਉਹਨਾਂ ਕੋਲੇ ਕਿ ਇੰਨਾ ਰੌਲਾ ਕਿਉਂ ਪੈ ਰਿਹਾ, ਇੰਨਾ ਇਕੱਠ ਕਿਉਂ ਹੋ ਰਿਹਾ। ਜਦੋਂ ਉਹਨਾਂ ਨੂੰ ਦੱਸਿਆ ਤਾਂ ਉਹ ਵੀ ਹੈਰਾਨ ਸੀਗੇ ਤੇ ਉਹਨਾਂ ਨੇ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ। ਅਦਰਵਾਈਜ਼ ਕੀ ਹੈ ਕਿ ਆਪਣੇ ਇੱਥੇ ਜਿੱਦਾਂ ਦੇ ਸਮਾਜ 'ਚ ਰਹਿੰਦੇ ਆ, ਹੌਰਨ ਮਾਰਨਾ ਅਲਾਉਡ ਨਹੀਂ ਹੈ, ਇੰਨਾ ਇਕੱਠ ਲਾਉਣੀ, ਔਰ ਕਰੋਨਾ ਦਾ ਟਾਈਮ ਚੱਲ ਰਿਹਾ ਹੈ ਨਾ। ਪਰ ਉਹਨਾਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਕਿਉਂਕਿ ਉਹ ਅੰਡਰਸਟੈਂਡ ਕਰਦੇ ਆ ਕਿ ਜਦੋਂ ਕਿਸੇ ਦੇ ਰਾਈਟਸ, ਕਿਉਂਕਿ ਕੈਨੇਡਾ ਦੇ ਵਿੱਚ ਹਿਊਮਨਿਟੇਰੀਅਨ ਅਪਰੋਚ ਜਿਹੜੀ ਆਪਣੀ ਸਭ ਤੋਂ ਵੱਧ ਹੈ, ਲੋਕ ਜਿਹੜੇ ਚੰਗੇ ਬਹੁਤ ਹੈ ਇੱਥੇ ਕੈਨੇਡਾ ਦੇ ਵਿੱਚ, ਤੇ ਉਹ ਮਹਿਸੂਸ ਕਰਦੇ ਆ ਦੂਜੇ ਇਨਸਾਨ ਦੇ ਦਰਦ ਨੂੰ। ਤੇ ਯਾਰ ਡੈਫੀਨੇਟਲੀ ਪ੍ਰੈਸ਼ਰ ਬਣਿਆ ਤੇ ਸਾਰਿਆਂ ਦਾ ਹੀ ਥੋੜਾ ਯੋਗਦਾਨ ਹੈਗਾ, ਜਿੰਨਾ ਵੀ ਆਪਣੇ ਲੈਵਲ ਤੇ ਆਪਾਂ ਕਰ ਪਾ ਰਹੇ ਜੀ। ਬਿਲਕੁਲ, ਮੈਂ ਤੁਹਾਨੂੰ ਇਹਦੇ 'ਚ ਹੋਰ ਐਡ ਕਰਨਾ ਚਾਹੁੰਦਾ ਸੀ ਕਿ ਜੋ ਆਪਾਂ ਗੱਲ ਕਰ ਰਹੇ ਹਾਂ ਜੇ ਬੰਦ ਪੀਸਫੁਲ ਹੋਣਾ ਚਾਹੀਦਾ, ਤੇ ਇੱਕ ਹੋਰ ਗੱਲ ਹੈ ਕਿ ਕਰੋਨਾ ਦਾ ਟਾਈਮ ਹੈ, ਥੋੜਾ ਜਿਹਾ ਫਿਜ਼ੀਕਲ ਡਿਸਟੈਂਸਿੰਗ ਦਾ ਵੀ ਉਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ, ਜਿੰਨਾ ਆਪਾਂ ਵੱਧ ਤੋਂ ਵੱਧ ਰੱਖ ਸਕਦੇ ਹਾਂ ਇਹ ਚੀਜ਼ ਨੂੰ ਧਿਆਨ ਰੱਖੋ। ਜਿਸ ਤਰ੍ਹਾਂ ਹੁਣ ਜਿਹੜੀ ਦਿੱਲੀ ਗਵਰਨਮੈਂਟ ਹੈ ਉਸਨੇ ਵੀ ਉਹਨਾਂ ਨੂੰ ਮਾਸਕ ਦੇਣ ਦਾ ਜਾਂ ਕੁਛ ਉਹਨਾਂ ਨੇ ਉਪਰਾਲਾ ਕੀਤਾ ਸੀ ਪਹਿਲਾਂ, ਜਾਂ ਹੁਣ ਵੀ ਕਰ ਰਹੇ ਨੇ ਉਹ, ਤੇ ਉਹ ਵੀ ਜੋ ਮੈਡੀਕਲ ਫੈਸਿਲਿਟੀਜ਼ ਵੀ ਪ੍ਰੋਵਾਈਡ ਕਰ ਰਹੇ ਨੇ ਕੇਜਰੀਵਾਲ ਸਾਹਿਬ, ਤੇ ਹੋਰ ਵੀ ਜਿੰਨੇ ਲੋਕ ਆ ਕੇ ਜਿਹੜੇ ਬਾਕੀ ਏਜੰਸੀਜ਼ ਆ ਕੇ ਉਹਨਾਂ ਨੂੰ ਹੈਲਪ ਕਰ ਰਹੀਆਂ। ਉਸ ਜਗ੍ਹਾ ਤੇ ਤਾਂ ਇਹ ਵੀ ਹੈ ਕਿ ਹੁਣ ਤੁਸੀਂ ਸ਼ਾਇਦ ਮੈਂ ਰੀਸੈਂਟਲੀ ਦੇਖਿਆ ਕਿ ਉੱਥੇ ਲੋਕਾਂ ਨੇ 10 ਵਾਸ਼ਿੰਗ ਮਸ਼ੀਨ ਲਿਆਂਦੀਆਂ, ਲੋਕਾਂ ਦੇ ਕੱਪੜੇ ਵਾਸ਼ ਕਰਨ ਵਾਸਤੇ 10 ਵਾਸ਼ਿੰਗ ਮਸ਼ੀਨ ਵੀ ਲਿਆਂਦੀਆਂ ਜੀ। ਹਾਂਜੀ, ਤੁਸੀਂ ਸਾਨੂੰ ਦਿਓ, ਅਸੀਂ ਕੀ ਕਰਦੇ ਹਾਂ ਸਾਰਾ ਕੁਛ। ਮਤਲਬ ਵੀ ਹਰ ਕੋਈ ਬੰਦਾ, ਹਰ ਵਰਗ ਦਾ ਬੰਦਾ, ਹਰ ਧਰਮ ਦਾ ਬੰਦਾ ਆ ਕੇ ਉੱਠ ਕੇ ਆ ਜੇ ਕਿ ਅੱਗੇ ਗੱਲ ਕਰਨ ਲੱਗ ਜਾਣਾ, ਇਹ ਮਤਲਬ ਬਹੁਤ ਹੀ ਵਧੀਆ ਮਤਲਬ ਤੁਸੀਂ ਕਹੋ ਉਪਰਾਲਾ, ਇਹ ਬਹੁਤ ਵਧੀਆ ਮੂਵਮੈਂਟ ਜਿਹੜੀ ਸ਼ੁਰੂ ਹੋਈ ਹੈ। ਲੋਕ ਜਾਗੇ ਨੇ ਤੇ ਪੰਜਾਬੀਆਂ ਦੇ ਉੱਪਰ ਜਿਹੜਾ ਕਲੰਕ ਲਾਇਆ ਸੀ, ਇਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪੰਜਾਬੀ ਯੂਥ ਨੂੰ ਕਿ ਇਹਨਾਂ ਨੇ ਤਾਂ ਬਿਲਕੁਲ ਇਹ ਮਤਲਬ ਹੁਣ ਨਸ਼ੇ 'ਚ ਕਰਕੇ ਹੋਏ ਨੇ, ਜੋ ਕੁਛ ਹੋਇਆ ਮਤਲਬ ਉਹ ਬੰਦਿਆਂ ਨੇ ਦਿਖਾਤਾ ਵੀ ਅਸੀਂ ਉਹ ਲੈਵਲ ਤੇ ਨਹੀਂ ਗਏ ਕਿ ਜਿੱਥੋਂ ਤੁਸੀਂ ਇੰਨਾ ਸਾਨੂੰ ਦੱਬ ਕੇ ਮਤਲਬ ਹਰ ਜਗ੍ਹਾ ਚੀਜ਼ ਮਨਾ ਲਓ। ਇਹ ਬਹੁਤ ਵਧੀਆ ਗੱਲ ਹੋਈ ਹੈ, ਇਹ ਬਹੁਤ ਵਧੀਆ ਗੱਲ ਵੀ ਹੋਈ ਹੈ। ਕੁਛ ਮੂਵਮੈਂਟ ਇਹ ਲੌਂਗ ਵੇਟਡ ਸੀਗੀ, ਸਮਥਿੰਗ ਵਾਸ ਸਪੋਜ਼ਡ ਟੂ ਹੈਪਨ, ਕੁਛ ਨਾ ਚੀਜ਼ ਹੋਣੀ ਸੀਗੀ, ਤਾਂ ਹੀ ਇਹ ਅੱਤ ਨੂੰ ਥੋੜਾ ਜਿਹਾ ਨਾ, ਤਾਂ ਹੀ ਇਹ ਕਾਬੂ ਕੀਤਾ ਜਾ ਸਕਦਾ ਹੈ। ਕੁਛ ਤਾਂ ਕੁਛ ਹੋਣਾ ਸੀ। ਇਹਨਾਂ ਨੇ
ਬਹੁਤ ਜ਼ਿਆਦਾ ਚੱਕੀ ਹੋਈ ਸੀਗੀ, ਜਿੱਥੇ ਜੋ ਗੁਜਰਾਤ 'ਚ ਕਰਨਾ ਉੱਥੇ ਕਰ ਲਈਏ, ਜਿੱਥੇ ਕਸ਼ਮੀਰ 'ਚ ਜੋ ਕਰਨਾ ਹੈ ਉੱਥੇ ਆਪਣਾ ਕਰ ਲਈਏ, ਮਤਲਬ ਟੋਲੀ ਬਣਾ ਰੱਖੀ ਹੈ। ਲੋਕਾਂ ਦੇ ਕੰਮ ਨਹੀਂ ਚੱਲਦੇ, ਇਹਨਾਂ ਦੇ 200% ਦੇ ਜਾ ਕੇ ਮੁਨਾਫੇ 'ਚ ਇਹਨਾਂ ਦੇ ਬੱਚੇ ਕਰ ਰਹੇ ਨੇ। ਇਹਨਾਂ ਦੇ ਹਰ ਜਗ੍ਹਾ ਤੇ ਜਿਹੜੇ ਆਸ-ਪਾਸ ਬੰਦੇ ਨੇ ਉਹ ਮਤਲਬ ਬਹੁਤ ਗਰੋ ਕਰ ਰਹੇ ਨੇ। GDP ਡਾਊਨ ਜਾ ਰਹੀ ਹੈ। ਇਹਨਾਂ ਨੇ ਪਹਿਲਾਂ ਨੋਟਬੰਦੀ ਸ਼ੁਰੂ ਕਰਕੇ ਉਸ ਜਗ੍ਹਾ ਤੇ 100 ਬੰਦੇ ਦੀਆਂ ਜਾਨਾਂ ਚਲੇ ਗਈਆਂ। ਕਹਿੰਦੇ ਜੀ ਜਿਹੜਾ ਬਲੈਕ ਮਨੀ ਹੈ ਉਹ ਸਾਰਾ ਮਤਲਬ ਰਹਿ ਜਾਣਾ ਹੈ, ਮਤਲਬ ਵਾਪਸ ਨਹੀਂ ਆਊਗਾ। ਉਹ 99.4% ਮਨੀ ਰਿਕਵਰ ਹੋ ਗਿਆ। ਬਲੈਕ ਮਨੀ ਕਿੱਧਰ ਗਿਆ? ਸਾਰਾ ਰਿਕਵਰ ਹੋ ਗਿਆ ਸੀਗਾ। ਇਹ ਮਤਲਬ ਇਟ ਵਾਸ ਲੌਂਗ ਵੇਟਡ, ਸੋ ਐਵਰੀਥਿੰਗ ਇਜ਼ ਹੈਪਨਡ, ਯੂ ਨੋ, ਦੇयर ਇਜ਼ ਸਮ ਰੀਜ਼ਨ ਫॉर दैट। ਜੀ, ਆਪਾਂ ਤਾਂ ਵੀ ਕਹਿ ਸਕਦੇ ਹਾਂ ਫਿਰ ਵੀ ਕੁੱਬੇ ਦੇ ਮਾਰੀ ਲੱਤ ਤੇ ਕਹਿੰਦੇ ਰਾਸ ਆ ਗਈ ਹੈ। ਬਿਲਕੁਲ, ਉਹ ਰਾਸ ਆਈ ਹੈ ਇਹਨਾਂ ਦੇ, ਤਾਂ ਹਜੇ ਇੱਕ ਲੱਤ ਹੋਰ ਪੈਣੀ ਬਾਕੀ ਹੈ, ਇਹਨਾਂ ਦੇ ਜਲਦੀ ਪੈਣੀ ਹੈ। ਜੀ, ਟੂਰ ਅੰਕਲ ਜੀ, ਮੇਰਾ ਇੱਕ ਸਵਾਲ ਤੁਹਾਡੇ ਵਾਸਤੇ ਸੀ। ਆਪਾਂ ਪਿੱਛੇ 1-2 ਦਿਨ ਪਹਿਲਾਂ ਕੁਝ ਨਿਊਜ਼ ਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਜਿਹੜੀ ਗਵਰਨਮੈਂਟ ਹੈਗੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਔਰਤਾਂ, ਬੱਚੇ ਤੇ ਬਜ਼ੁਰਗ ਹੈਗੇ ਆ ਉਹਨਾਂ ਨੂੰ ਵਾਪਸ ਭੇਜ ਦਿਓ। ਤਾਂ ਜੇਕਰ ਆਪਾਂ ਇਸ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਹੈ, ਕੀ ਚੱਲ ਰਿਹਾ ਸਰਕਾਰ ਦੇ ਦਿਮਾਗ ਦੇ ਵਿੱਚ? ਉਹਨਾਂ ਨੇ ਕਿਉਂ ਕਿਹਾ ਕਿ ਬੱਚੇ, ਬਜ਼ੁਰਗ ਤੇ ਔਰਤਾਂ ਨੂੰ ਵਾਪਸ ਭੇਜ ਦਿਓ? ਕੀ ਉਹਨਾਂ ਦੀ ਮਨਸ਼ਾ ਕੀ ਹੋ ਸਕਦੀ ਹੈ ਇਸ ਦੇ ਪਿੱਛੇ? ਪਹਿਲੀ ਗੱਲ ਇਹ ਹੈ ਜੀ ਕਿ ਇਹ ਐਸੇ ਲੀਡਰ ਨੇ ਵੀ ਇਹਨਾਂ ਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ। ਇਹਨਾਂ ਦੇ ਮਨ 'ਚ ਕੀ ਹੈ? ਪਹਿਲਾਂ ਹੁਣ ਦੇਖੋ ਵੀ 15-15 ਲੱਖ ਰੁਪਈਆ ਉਹ ਦੇ ਕੇ ਤੇ ਉਹ ਕੀ ਹਾਲ ਹੋਇਆ ਵੀ 15 ਰੁਪਈਏ ਵੀ ਨਹੀਂ ਆਏ। ਕਹਿਣ ਦਾ ਮਤਲਬ ਇਹ ਆ ਵੀ ਇਹ ਜਿਹੜੀ ਜੋ ਵੀ ਇਹਨਾਂ ਦਾ ਕਿਰਦਾਰ ਆ ਉਹ ਝੂਠ ਤੇ ਫਿਰ ਧਰਮ ਦੇ ਨਾਂ ਦੇ ਉੱਤੇ ਮਤਲਬ ਲੋਕਾਂ ਨੂੰ ਬੇਵਕੂਫ ਬਣਾਉਣਾ ਤੇ ਧਰਮ ਦਾ ਮਿਸਯੂਜ਼ ਕਰਨਾ। ਹੁਣ ਇਹਨਾਂ ਕੰਟਰੀ ਦੇ ਵਿੱਚ ਤੁਸੀਂ ਦੇਖੋ, ਅਮਰੀਕਾ, ਕੈਨੇਡਾ, ਇੰਗਲੈਂਡ 'ਚ ਕਦੇ ਕੋਈ ਧਰਮ ਦਾ ਕੋਈ ਬਾਪ ਵੇਲਾ ਨਹੀਂ ਖੜਾ ਹੋਇਆ। ਉੱਥੇ ਚੌਥੇ ਕਿਤੇ ਨਹੀਂ ਖੜਾ ਹੋਇਆ ਹੁੰਦਾ ਜੀ ਉਹ ਫਲਾਣੇ ਨੇ ਆਹ ਕਰਤਾ ਜੀ, ਫਲਾਣੇ ਨੇ। ਇਹਦਾ ਮਤਲਬ ਕੀ ਆ? ਇਹ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਧਾਰਮਿਕ ਨੇ ਉਹਨਾਂ ਨੂੰ ਇਹ ਮਿਸਯੂਜ਼ ਕਰਦੇ ਆ। ਔਰ ਇਸ ਕਰਕੇ ਇਹਨਾਂ ਦੀਆਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ। ਕਿ ਹੁਣ ਇਹਦੇ 2 ਪੱਖ ਨੇ ਜਿਹੜਾ ਤੁਸੀਂ ਸਵਾਲ ਕੀਤਾ। ਇੱਕ ਪੱਖ ਤਾਂ ਇਹ ਆ ਕਿ ਜਿਹੜਾ ਹੈਗਾ ਬਜ਼ੁਰਗ ਜਿਹੜੀਆਂ ਲੇਡੀਜ਼ ਨੇ ਜਾਂ ਬੱਚੇ ਚਲੇ ਜਾਣਗੇ ਤੇ ਨੌਜਵਾਨ ਰਹਿ ਜਾਣਗੇ, ਉਹਨਾਂ ਨੂੰ ਜੇ ਇਹਨਾਂ ਨੇ ਨਹੀਂ ਮੰਨਣੀਆਂ ਸ਼ਰਤਾਂ ਤਾਂ ਫਿਰ ਜਿਹੜੇ ਕੰਮ ਵਧੇਗਾ ਤੇ ਫਿਰ ਜੇਲ੍ਹ 'ਚ ਸੁੱਟਣਾ। ਤੇ ਇਸ ਕਰਕੇ ਇੱਕ ਤਾਂ ਇਹ ਵੀ ਸੋਚਿਆ ਜਾ ਸਕਦਾ ਵੀ ਨੌਜਵਾਨਾਂ ਨੂੰ ਉਹਨਾਂ ਤੇ ਜ਼ਬਰਦਸਤੀ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਉੱਥੇ ਅੰਦਰ ਕੀਤਾ ਜਾਊਗਾ। ਇੱਕ ਤਾਂ ਇਹ ਸੋਚ ਆ। ਦੂਜੀ ਸੋਚ ਜਿਹੜੀ ਹੈ ਇਹਨਾਂ ਦੀ ਹੈਗੀ ਆ ਕਿ ਇਹ ਸਿੰਪਥੀ ਗੇਨ ਕਰਨਾ ਚਾਹੁੰਦੇ ਆ ਜਾਂ ਪਤਾ ਨਹੀਂ ਕੀ ਭਈ ਜਿਹੜੇ ਬਜ਼ੁਰਗ ਆ, ਮਾਤਾਵਾਂ, ਭੈਣਾਂ ਤੇ ਬੱਚੇ ਉਹ ਚਲੇ ਜਾਣ। ਇਹ ਸਿੰਪਥੀ ਦੇ ਐਂਗਲ ਤੋਂ ਆ। ਪਰ ਜੇ ਸਿੰਪਥੀ ਹੋਵੇ ਤੇ ਸਿੰਪਥੀ ਤਾਂ ਪਹਿਲਾਂ ਸਾਡੇ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਵਾਪਸ ਲੈ ਕੇ ਵੀ ਲਈ ਜਾ ਸਕਦੀ। ਇਹਨਾਂ ਦੇ ਜਿਹੜੇ ਡਰਾਮੇ ਆ ਨਾ ਜੀ, ਇਹ ਕੁਝ ਸਮਝ ਨਹੀਂ ਆਉਂਦੀ ਵੀ ਇਹ ਕਰਦੇ ਕੀ ਆ ਤੇ ਇੰਨਾ ਝੂਠ ਬੋਲਦੇ ਆ, ਇੰਨਾ ਇਹਨਾਂ ਦੇ ਮਨ 'ਚ ਫਰੇਬ ਆ ਔਰ ਇੰਨਾ ਕੁਛ ਇਹ ਕਰ ਰਹੇ ਆ ਵੀ ਹਰ ਚੀਜ਼ ਨੂੰ ਦਬਾਉਣ ਦੀ ਇਹਨਾਂ ਦੀ ਨੀਤੀ ਆ ਤੇ ਪੂਰਾ ਹਿੰਦੁਸਤਾਨ ਨੂੰ ਅਸੀਂ ਉਹ ਹਿੰਦੁਸਤਾਨ ਬਣਾਉਣਾ। ਇਹ ਡੈਮੋਕ੍ਰੈਟਿਕ ਇਹਦਾ ਜਿਹੜਾ ਵਿਧਾਨ ਆ ਉਹਦੇ ਅਨੁਸਾਰ ਉਹ ਚੱਲ ਹੀ ਨਹੀਂ ਰਹੇ। ਔਰ ਹੋਰ ਹੈਰਾਨੀ ਦੀ ਗੱਲ ਆ ਵੀ ਜਿਹੜੇ ਆਹ 3 ਕਾਨੂੰਨ ਬਣਾਏ ਆ ਇਹ ਵੀ ਚੇਅਰਮੈਨਸ਼ਿਪ ਐਂਡ ਪਾਰਲੀਮੈਂਟਰੀ ਪ੍ਰੋਸੀਜਰ ਨਾਲ ਪਾਸ ਹੀ ਨਹੀਂ ਹੋਏ। ਪੂਰਾ ਇਹਨਾਂ ਤੇ ਬਹਿਸ ਹੁੰਦੀ ਆ, ਪੂਰਾ ਸਾਰਾ ਕੁਝ ਹੁੰਦਾ ਤੇ ਰਾਜ ਸਭਾ 'ਚ ਦੇਖ ਲਓ ਵੀ ਬੰਦੇ 2.5 ਬੈਠੇ ਤੇ ਉੱਥੋਂ ਵੀ ਪਾਸ ਹੋ ਗਿਆ। ਕਹਿਣ ਦਾ ਮਤਲਬ ਇਹ ਆ ਇਹ ਇੰਨੀ ਪਾਈ ਜਾਂਦੇ ਆ ਔਰ ਇਹ ਸਿਰਫ ਇਹ ਜੋ ਕਰ ਰਹੇ ਆ ਇਹ ਬਿਲਕੁਲ ਲੋਕ ਰਾਜ ਦਾ ਕਹਾਣ ਆ। ਇਹ ਡੈਮੋਕ੍ਰੇਸੀ ਨਹੀਂ, ਡਾਂਗੋਕ੍ਰੇਸੀ ਬਣਾ ਰਹੇ ਆ। ਇਹ ਇਹਨਾਂ ਦੇ ਮਨ ਸਾਫ਼ ਨਹੀਂ ਹੈਗੇ ਔਰ ਇਹ ਕੰਟਰੀ ਨੂੰ ਬੜੇ ਨੇਰੇ ਪਾਸੇ 'ਚ ਲਿਜਾ ਰਹੇ ਆ। ਬੜਾ ਸਾਡਾ ਵਧੀਆ ਕੰਟਰੀ ਸੀ, ਇਹ ਗੁਰੂਆਂ ਪੀਰਾਂ ਦੀ ਧਰਤੀ ਸੀ, ਪਰ ਇਹਨਾਂ ਨੇ ਨਫ਼ਰਤ ਫੈਲਾ ਕੇ ਔਰ ਇਹ ਧਰਮ ਦੇ ਨਾਂ ਦੇ ਉੱਤੇ ਦੇਖੋ ਹਿੰਦੂ ਤੇ ਮੁਸਲਮਾਨਾਂ ਦਾ ਜਿਹੜਾ ਧਰਮ ਆ ਉਹ ਤਾਂ ਬੰਦੇ ਦੀ ਇੰਡੀਵਿਜੂਅਲ ਡਿਵੈਲਪਮੈਂਟ ਲਈ ਆ। ਉਹਨੂੰ ਤਾਂ ਰਾਜਸੀ ਰੰਗਤ ਦੇਣੀ ਹੀ ਨਹੀਂ ਚਾਹੀਦੀ। ਕੋਈ ਕਿਸੇ ਨੂੰ ਮੰਨੇ, ਕੋਈ ਘਰ ਦੇ ਵਿੱਚ ਕਿਸੇ ਨੇ ਮੂਰਤੀ ਰੱਖੀ ਜਿਹਨੂੰ ਮਰਜ਼ੀ ਮੱਥਾ ਟੇਕੇ। ਇਹ ਕੌਣ ਹੁੰਦੇ? ਇਹ ਹਰ ਗੱਲ ਸਿਆਸੀ 'ਚ ਲਿਜਾ ਕੇ ਇਹ ਦੇਖਦੇ ਵੀ ਇੱਧਰੋਂ ਵੋਟਾਂ ਮਿਲ ਜਾਣੀਆਂ। ਧਰਮ ਦੇ ਨਾਂ ਦੇ ਉੱਤੇ ਆ ਨਵੇਂ ਡਰਾਮੇ ਸ਼ੁਰੂ ਹੋ ਗਏ। ਇਹਨਾਂ ਕੰਟਰੀ 'ਚ ਆਪਾਂ ਰਹਿੰਦੇ ਹਾਂ, ਕਿਤੇ ਕੋਈ ਹੈ ਕੋਈ ਧਰਮ ਦਾ ਕੋਈ ਲਫੜਾ ਜਾਂ ਕੋਈ ਝਮੇਲਾ? ਇਹਦਾ ਮਤਲਬ ਕੀ ਆ ਕਿ ਲੋਕਾਂ ਦਾ ਧਿਆਨ ਉਧਰ ਲਾਓ
ਤੇ ਲੋਕਾਂ ਨੂੰ ਐਜੂਕੇਟ ਨਾ ਹੋਣ ਦਿਓ, ਤਾਂ ਹੀ ਸਕੂਲਾਂ ਦਾ ਮਾੜਾ ਹਾਲ ਆ। ਹੁਣ ਇੱਥੇ ਆਪਣੇ ਅਮਰੀਕਾ, ਕੈਨੇਡਾ, ਇੰਗਲੈਂਡ ਚਲ ਜਾਓ, ਜਿਹੜੇ ਸ਼ਹਿਰ ਚਲ ਜਾਓ, ਭਾਵੇਂ ਸ਼ਹਿਰ ਛੋਟਾ ਹੋਵੇ, ਯੂਨੀਵਰਸਿਟੀ ਹੋਊਗੀ। ਤੇ ਉੱਥੇ ਕੀ ਹਾਲ ਆ? ਉੱਥੇ ਹੁਣ ਜਿਹੜੀਆਂ ਅੱਛੀਆਂ ਐਜੂਕੇਸ਼ਨ ਦੇ ਕੰਮ ਸੀ, ਸਾਰੇ ਜਿਹੜੇ ਹੈਗੇ ਬੰਦ ਕਰੀ ਜਾਂਦੇ ਆ। ਤੇ ਬੱਚਿਆਂ ਨੂੰ ਜਦੋਂ ਬੱਚੇ ਨੇ ਪੜ੍ਹਨਾ ਹੀ ਨਹੀਂ ਤਾਂ ਇਹਨਾਂ ਨੂੰ ਸਵਾਲ ਕੌਣ ਪੁੱਛੂਗਾ? ਸੋ ਇਸ ਕਰਕੇ ਇਹਨਾਂ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ। ਇਹ ਕੀ ਕਰਦੇ ਆ, ਕੀ ਕਹਿੰਦੇ ਆ, ਝੂਠ ਬੋਲਦੇ ਆ, ਔਰ ਇਹ ਫਜ਼ੂਲ ਦੀਆਂ ਗੱਲਾਂ ਕਰਦੇ ਆ। ਇਹ ਨਾ ਦੇਸ਼ ਨੂੰ ਅੱਗੇ ਲਿਜਾਣ ਦੀਆਂ ਗੱਲਾਂ ਕਰਦੇ ਆ, ਤਾਂ ਸਿਰਫ ਆਪਣਾ ਉੱਲੂ ਸਿੱਧਾ ਕਰਦੇ ਆ ਵੀ ਸਾਡੇ ਸਰਕਾਰਾਂ ਵੱਧ ਤੋਂ ਵੱਧ ਸਟੇਟ 'ਚ ਬਣ, ਕਿੱਦਾਂ ਅਸੀਂ ਪੂਰੇ ਕੰਟਰੀ ਰਾਜ ਕਰਨਾ। ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੈ। 5 ਸਾਲ ਇਹ ਲੁੱਟੂਗੇ, ਔਰ ਏਦਾਂ ਦੇ ਲੁਟੇਰੇ ਜਿਹੜੇ ਆਹ ਬਿਜ਼ਨਸਮੈਨ, ਉਹਨਾਂ ਕੋਲ ਪੈਸੇ ਲੈ ਕੇ ਤੇ ਉਹ ਕਾਰੋਬਾਰ ਜੋ ਨਹੀਂ ਪਾਣ, ਲੋਕ ਮਾਰੂ ਨੀਤੀਆਂ ਇਹ ਕਰਨਗੇ, ਤੇ 5 ਸਾਲ ਬਾਅਦ ਉਹ ਪੈਸਿਆਂ ਦੇ ਨਾਲ ਵੋਟਾਂ ਖਰੀਦ ਲੈਣਗੇ। ਕਿਉਂਕਿ 10 ਤੋਂ 15% ਵੋਟ ਜਿਹੜੀ ਆ ਉਹ ਵਿਕਾਊ ਹੁੰਦੀ ਆ ਹਰ ਕੰਸਟੀਚੁਐਂਸੀ 'ਚ, ਹਰ ਜਗ੍ਹਾ। ਤੇ ਉਹਨਾਂ ਨਾਲ ਜਿੱਤ ਜਾਂਦੇ, ਪੈਸਾ ਖਿਲਾਰੋ ਤੇ ਜਿੱਤ ਜਾਂਦੇ ਆ। ਇਸ ਕਰਕੇ ਇਹ ਤਾਂ ਹੀ ਇਹਨਾਂ ਦੇ ਸਰਮਾਏਦਾਰਾਂ ਦੇ ਮਗਰ ਲੱਗੇ ਹੋਏ ਆ। ਇਹਨਾਂ ਨੂੰ ਚਿੰਤਾ ਹੀ ਕੋਈ ਨਹੀਂ ਪਈ ਅਸੀਂ ਲੋਕਾਂ ਨੂੰ, ਸਾਨੂੰ ਚੁਣਿਆ ਜਰਾਂ। ਇਹਨਾਂ ਨੂੰ ਪਤਾ ਪੈਸਾ ਸਿੱਟੋ ਤੇ ਵੋਟਾਂ ਲੈ ਲੈਣੀਆਂ ਬਸ। ਇਸ ਕਰਕੇ ਵੋਟਾਂ ਦਾ ਮਿਸਯੂਜ਼ ਆ। ਵੋਟਾਂ ਦਾ ਰਾਈਟ ਸੀ ਨੇ ਲੋਕਾਂ ਨੂੰ ਦੱਸਦੇ। ਇਸ ਕਰਕੇ ਜੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਸਾਨੂੰ ਇਹ ਕਾਹਦੇ ਲਈ, ਸਾਡਾ ਰਾਈਟ ਕਿੰਨਾ ਕੀਮਤੀ ਆ, ਇਹ ਵੋਟ ਦਾ ਮਤਲਬ ਕੀ ਆ, ਤੇ ਇਸ ਕਰਕੇ ਫਿਰ ਇਹ ਆਪਣਾ ਸਭ ਕੁਝ ਰਲਗੱਡ ਕਰ ਰਿਹਾ, ਔਰ ਬਿਲਕੁਲ ਆਪਣੇ ਕੰਟਰੀ ਨੂੰ ਨੀਵੇਂ ਪਾਸੇ ਲਿਜਾ ਰਹੇ ਆ। ਬੜੀ ਸੋਨੇ ਦੀ ਚਿੜੀ ਸੀ ਸਾਡਾ ਕੰਟਰੀ, ਪਰ ਇਹਨਾਂ ਨੇ ਨਾਸ ਪੁੱਟਤਾ ਜੀ। ਅਮਨਵੀਰ ਜੀ, ਜਿਵੇਂ ਆਪਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਸੁਣ ਰਹੇ ਹਾਂ, ਦੇਖ ਰਹੇ ਹਾਂ ਕਿ ਕਈ ਸ਼ਰਾਰਤੀ ਅਨਸਰ ਵੀ ਉੱਥੇ ਘੁੰਮ ਰਹੇ ਆ, ਹਨਾ। ਤਾਂ ਆਪਾਂ ਲੱਕੀ ਹੈਗੇ ਆ ਸ਼ਾਇਦ ਕਿ ਉਹ ਛੇਤੀ ਫੜੇ ਜਾਂਦੇ ਆ। ਸੋ ਉਹਦੇ ਬਾਰੇ ਤੁਹਾਡਾ ਕੀ ਹੈ ਕਿ ਕਿਸ ਤਰ੍ਹਾਂ ਆਪਾਂ ਸਤਰਕ ਰਹਿ ਸਕਦੇ ਹਾਂ, ਕਿਸ ਤਰ੍ਹਾਂ ਆਪਾਂ ਅਲਰਟ ਰਹਿ ਸਕਦੇ ਹਾਂ, ਤਾਂ ਕਿ ਕੋਈ ਅਣਹੋਣੀ ਘਟਨਾ ਨਾ ਹੋਵੇ ਤੇ ਆਪਾਂ ਜਿਹੜਾ ਇਹ ਅੰਦੋਲਨ ਹੈ ਇਹਨੂੰ ਪੀਸਫੁਲ ਤੇ ਜਿੰਨੇ ਵਧੀਆ ਤਰੀਕੇ ਨਾਲ ਮੈਨੇਜ ਕਰਕੇ ਚੱਲ ਰਹੇ ਹਾਂ, ਇਹ ਇਦਾਂ ਹੀ ਚੱਲਦਾ ਰਹੇ। ਇਸ ਤਰ੍ਹਾਂ ਜੀ ਕਿ ਜਿਵੇਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਅੰਦੋਲਨ ਸ਼ੁਰੂ ਹੋਇਆ ਸੀ, ਉੱਥੇ ਵੀ ਕਿਸੇ ਜਗ੍ਹਾ ਤੇ ਖਾਲਿਸਤਾਨ ਦਾ ਨਾਅਰਾ ਲਗਾਤਾ ਸੀਗਾ, ਤਾਂ ਉੱਥੇ ਕਿਸਾਨ ਵੀਰਾਂ ਨੇ ਉਹਨੂੰ ਬੰਦੇ ਨੂੰ ਫੜ ਕੇ ਪੁਲਿਸ ਨੂੰ ਫੜਾਤਾ ਸੀਗਾ। ਏਦਾਂ ਹੀ ਇੱਥੇ ਹੋਇਆ ਕਿ ਇੱਕ ਬੰਦਾ ਕੋਈ ਸੀਗਾ ਉੱਥੇ, ਬੜੇ ਸ਼ਾਂਤਮਈ ਕਿਸਾਨ ਚੱਲਦੇ ਸੀਗੇ, ਉਸ ਬੰਦੇ ਨੇ ਇੱਕ ਪੱਥਰ ਚੱਕ ਕੇ ਪੁਲਿਸ ਵਾਲੇ ਦੇ ਮਾਰਿਆ ਸੀ। ਉੱਥੋਂ ਲਾਠੀਚਾਰਜ ਸ਼ੁਰੂ ਹੋਇਆ ਸੀ। ਇਹ ਸਾਰਾ ਕੁਝ ਮਤਲਬ ਪਲੈਨਡ ਹੈ, ਚੱਲ ਰਿਹਾ ਹੈ, ਤੇ ਅੱਗੇ ਹੋਰ ਵੀ ਚੱਲੂਗਾ। ਇਸ ਚੀਜ਼ਾਂ ਨੂੰ ਤਾਂ ਜਿਉਂ ਮੂਵਮੈਂਟ ਵਧੂਗੀ ਤਾਂ ਇਹ ਲੋਕ ਮਤਲਬ ਇਹੋ ਜਿਹੇ ਐਲੀਮੈਂਟਸ ਹੋਰ ਆਉਣਗੇ ਇਸ ਚੀਜ਼ ਤੇ। ਇਸ ਤੋਂ ਬਹੁਤ ਜ਼ਿਆਦਾ ਸਤਰਕ ਰਹਿਣ ਦੀ ਗੱਲ ਹੈ। ਜਿਸ ਤਰ੍ਹਾਂ ਇੰਨਾ ਪੀਸਫੁਲੀ ਤੇ ਬੜਾ ਚੰਗੀ ਲੀਡਰਸ਼ਿਪ ਦੇ ਵਿੱਚ ਮੂਵਮੈਂਟ ਅੱਗੇ ਜਾ ਰਹੀ ਹੈ, ਇਸ ਨੂੰ ਹੋਰ ਪਰਪੱਕ ਹੋਣ ਦੀ ਲੋੜ ਹੈ, ਹੋਰ ਥੋੜਾ ਜਿਹਾ ਸਤਰਕ ਹੋਣ ਦੀ ਲੋੜ ਹੈ। ਇਸ ਵਿੱਚ ਤਾਂ ਕਮੇਟੀਜ਼ ਬਣਾਉਣੀਆਂ ਚਾਹੀਦੀਆਂ ਇਹਨਾਂ ਨੂੰ, ਜਿਹੜੀਆਂ ਮਤਲਬ ਸਿਰਫ ਇਹੀ ਵਾਚ ਹੀ ਕਰਨੀਆਂ। ਇਹ ਕਮੇਟੀਜ਼ ਬਣਾਉਣੇ ਚਾਹੀਦੇ ਜਿਹੜੇ ਸਿਰਫ ਨੇ ਇਹੀ ਵਾਚ ਕਰਨਾ ਸਭ ਜਗ੍ਹਾ ਤੇ, ਕਿ ਬੰਦੇ ਕਿਸੇ ਜਗ੍ਹਾ ਤੇ ਕੁਝ ਤੁਹਾਨੂੰ ਲੱਗ ਰਿਹਾ, ਕੋਈ ਸਸਪੀਸ਼ੀਅਸ ਬੰਦਾ ਹੈ ਜਾਂ ਕੁਝ ਗਲਤ ਮੂਵਮੈਂਟ ਕਰ ਰਿਹਾ, ਸਾਰਾ ਕੁਝ ਚੀਜ਼ ਨੂੰ, ਉਹ ਚੀਜ਼ ਵਾਸਤੇ ਇਹਨਾਂ ਨੂੰ ਕੁਝ ਸਪੈਸ਼ਲ ਬੰਦੇ ਮਤਲਬ ਵੀ ਇਸ ਵਾਸਤੇ ਇਹਨਾਂ ਨੂੰ ਰੱਖਣੇ ਪੈਣੇ ਆ, ਜਿਹੜੇ ਉਸ ਚੀਜ਼ ਦੇ ਵਾਚ ਕਰਨਗੇ। ਇਹਨਾਂ ਨੇ ਹੁਣ ਤੱਕ ਦਾ ਬਹੁਤ ਵਧੀਆ ਮੂਵਮੈਂਟ ਅੱਗੇ ਚਲਾਈ ਹੈ, ਤੇ ਇਸ ਚੀਜ਼ ਨੂੰ ਹੋਰ ਵਾਚ ਕਰਨ ਦੀ ਲੋੜ ਹੈ ਜੀ। ਬਿਲਕੁਲ ਜੀ। ਸੋ ਜਿਵੇਂ ਆਪਾਂ ਅੱਜ ਕਾਫੀ ਚਰਚਾ ਹੋਈ ਹੈ ਆਪਣੀ ਕਿ ਕਿਸਾਨ ਅੰਦੋਲਨ ਜਿਹੜਾ ਹੈ ਕਿੱਧਰ ਨੂੰ ਜਾ ਰਿਹਾ, ਤੇ ਜਿਹੜਾ ਆਪਣਾ ਆਪਾਂ ਥੋੜੀ ਜਿਹੀ ਬੰਦ ਤੇ ਗੱਲ ਕੀਤੀ ਕਿ ਜਿਹੜਾ ਭਾਰਤ ਬੰਦ ਦਾ ਸੱਦਾ ਹੈ, ਅੱਜ ਦੇਖਦੇ ਹਾਂ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਕਿ ਕਿੰਨਾ ਸਕਸੈਸਫੁਲ ਰਹਿੰਦੇ ਹਾਂ ਅਸੀਂ, ਤੇ ਕਿੰਨਾ ਪ੍ਰੈਸ਼ਰ ਬਿਲਡ ਕਰ ਪਾਉਣੇ ਆਪਾਂ ਸਰਕਾਰਾਂ ਦੇ ਉੱਤੇ। ਪ੍ਰੈਸ਼ਰ ਤਾਂ ਆਲਰੇਡੀ ਬਿਲਡ ਹੋਇਆ ਹੈ, ਪਰ ਜੇਕਰ ਸਾਰੇ ਕੰਟਰੀਜ਼ ਆਪਣੇ ਸਾਰੇ ਪੂਰੀ ਦੇਸ਼ ਦੇ ਵਿੱਚੋਂ ਜੇਕਰ ਸਾਰਾ ਇਕੱਠ ਹੁੰਦਾ ਹੈ, ਬੰਦ ਹੁੰਦਾ ਹੈ, ਤਾਂ ਇੱਕ ਹੋਰ ਵੱਡੇ ਲੈਵਲ ਤੇ ਇੰਪੈਕਟ ਹੋ ਸਕਦਾ ਹੈ। ਆਖਰੀ ਰਿਮਾਰਕਸ ਤੂਰ ਸਾਹਿਬ, ਤੁਸੀਂ ਕੋਈ ਆਖਰੀ ਰਿਮਾਰਕਸ ਦੇਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਇਹ ਅੰਦੋਲਨ ਨੂੰ ਸਕਸੈਸ ਕੀਤਾ ਜਾ ਸਕਦਾ ਹੈ, ਜਾਂ ਇਸ ਜਿਹੜਾ ਅੱਜ ਭਾਰਤ ਬੰਦ ਹੈ ਇਹਨੂੰ ਕਿਸ ਤਰ੍ਹਾਂ ਆਪਾਂ ਸਪੋਰਟ ਕਰ ਸਕਦੇ ਹਾਂ, ਚਾਹੇ ਬਾਹਰ ਬੈਠੇ ਚਾਹੇ ਉੱਥੇ ਬੈਠੇ? ਕੋਈ ਸੁਝਾਅ ਤੁਹਾਡਾ ਹੋਵੇ ਤਾਂ। ਹੁਣ ਇਸ ਵੇਲੇ ਇੰਡੀਆ 'ਚ ਦਿਨ ਹੈਗਾ, ਜਿੰਨੇ ਵੀ ਆਪਾਂ NRI ਹੈਗੇ ਆ ਅਮਰੀਕਾ ਕੈਨੇਡਾ ਦੇ, ਉਹਨਾਂ ਆਪਣੇ ਜਿਹੜੇ ਹੈਗੇ ਆ ਪਿੰਡ ਦੇ ਵਿੱਚ ਵਾਕਫ ਜਿੰਨੇ ਵੀ ਆ, ਉਹਨਾਂ ਨੂੰ ਕਹੀਏ ਵੀ ਆਪਣਾ ਆਪਣੇ ਢੰਗ ਤਰੀਕਿਆਂ ਨਾਲ ਇਹ ਬੰਦ ਨੂੰ ਪੂਰਾ ਕਾਮਯਾਬ ਕਰੀਏ, ਔਰ ਪ੍ਰੇਮ ਰੱਖੀਏ, ਨਫ਼ਰਤ ਨਹੀਂ ਫੈਲਾਣੀ। ਇਹ ਬਹੁਤ ਜ਼ਰੂਰੀ ਆ, ਕਿਉਂਕਿ ਹੁਣ ਪਿੰਡਾਂ ਦੇ ਜਿਹੜੇ ਹੈਗਾ ਮਾਹੌਲ ਉਹ ਪੋਜ਼ਿਟਿਵ ਹੁੰਦਾ ਜਾ ਰਿਹਾ, ਔਰ ਇਹ ਨੌਜਵਾਨ ਜਿਹੜੇ ਆਪਾਂ ਅੱਗੇ ਕਹਿੰਦੇ ਹੁੰਦੇ ਸੀ
ਵੀ ਇਹ ਜਿਹੜੀਆਂ ਜੱਦੋ-ਜਹਿਦ ਆ, ਸੰਘਰਸ਼ ਆ, ਇਹ ਭਗਤ ਸਿੰਘ ਕਰਕੇ ਪੈਦਾ ਹੋਣ, ਪਰ ਹੁਣ ਗਵਾਂਢੀਆਂ ਦੇ। ਲੇਕਿਨ ਹੁਣ ਹਾਲ ਇਹ ਆ ਵੀ ਘਰਾਂ ਦੇ ਜਿਹੜੇ ਉੱਥੇ ਪਿੰਡਾਂ ਦੇ ਨੌਜਵਾਨ ਆ, ਉਹ ਉਹਨਾਂ ਘਰਾਂ ਜਾਂਦੇ ਆ ਜੀ, ਦੱਸੋ ਕੋਈ ਲੋੜ ਆ, ਕੋਈ ਖੇਤਾਂ 'ਚ ਖਾਦ ਖਿਲਾਰਨੀ, ਕੋਈ ਸਪਰੇਅ ਕਰਨਾ, ਤੇ ਉਹ ਕਿੱਡੀ ਇੱਕ ਚੇਂਜ ਆ, ਔਰ ਇਹ ਕਿੰਨਾ ਇੱਕ ਪ੍ਰੇਮ ਆ ਉਹ। ਸੋ ਆਪਾਂ ਇਹ ਜਿਹੜਾ ਇਸ ਵੇਲੇ ਉਹਨਾਂ ਨੂੰ ਜੋ ਵੀ ਹੈਗੇ ਨੇ ਆਪਣੇ ਵਾਕਫ ਪਿੰਡਾਂ ਦੇ, ਹਰ ਕੋਈ ਪਿੰਡਾਂ ਨਾਲ ਸੰਬੰਧਿਤ ਹੈ, ਨਗਰ ਨਾਲ ਸੰਬੰਧਿਤ ਹੈ, ਉੱਥੇ ਫੋਨ ਕਰਕੇ ਉਹਨਾਂ ਨੂੰ ਕਹੋ ਕਿ ਜਿਹੜਾ ਇਹ ਬੰਦ ਹੈ ਇਹਨੂੰ ਕਾਮਯਾਬ ਕਰੋ, ਪਿਆਰ ਸਤਿਕਾਰ ਔਰ ਸਦਭਾਵਨਾ ਦੇ ਮਾਹੌਲ ਦੇ ਵਿੱਚ ਇਹਨੂੰ ਵੱਧ ਤੋਂ ਵੱਧ ਜਿੰਨੇ ਤੁਹਾਡੇ ਹੈਗੇ ਤੁਸੀਂ ਫੋਨ ਹੀ ਕਰਨਾ ਤੇ ਤੁਸੀਂ ਕਰੋ। ਉਹਦਾ ਬੜਾ ਅਸਰ ਪੈਂਦਾ, ਕਿਉਂਕਿ ਜਿਹੜੇ NRI ਜਦੋਂ ਬਾਹਰੋਂ ਫੋਨ ਕਰਦੇ ਆ ਤਾਂ ਉਹ ਸਮਝਦੇ ਆ ਕਿ ਇਹ ਲੋਕ ਸਿਆਣੇ ਆ, ਮਿਹਨਤੀ ਆ, ਔਰ ਇਹਨਾਂ ਨੇ ਕੀ ਲੈਣਾ ਇੱਥੋਂ, ਇਸ ਧਰਤੀ ਮਾਂ ਤੋਂ, ਇਹ ਤਾਂ ਉੱਥੇ ਸੈਟਲ ਆ। ਇਹ ਚਾਹੁੰਦੇ ਆ ਵੀ ਉੱਥੇ ਵਰਗਾ ਸਿਸਟਮ ਇੱਥੇ ਵੀ ਹੋ ਜਾਏ। ਅਸਰ ਹੈਗਾ ਉਹਨਾਂ ਤੇ, ਔਰ ਬੜਾ ਚੰਗਾ ਅਸਰ ਆ। ਸੋ ਆਪਾਂ ਨੂੰ ਫੋਨ ਜਿੰਨੇ ਵੀ ਆਪਾਂ ਕਰ ਸਕਦੇ ਆ ਤੇ ਆਪਾਂ ਉਹ ਕਰੀਏ ਜ਼ਰੂਰ ਜੀ। ਅਮਨਵੀਰ ਜੀ, ਤੁਹਾਡੇ ਕੋਈ ਲਾਸਟ ਰਿਮਾਰਕਸ? ਇਹਦੇ ਵਿੱਚ ਇਹੀ ਤੂੰ ਸਾਹਿਬ ਨੇ ਪਹਿਲਾਂ ਜਿਸ ਤਰ੍ਹਾਂ ਐਕਸਪਲੇਨ ਕੀਤਾ ਹੀ ਹੋਇਆ ਕਿ ਮੈਂ ਇਹਦੇ ਵਾਸਤੇ ਇਹੀ ਕਹਿਣਾ ਚਾਹੁੰਦਾ ਕਿ ਪੋਲੀਟੀਕਲ ਜਿਹੜੀ ਇਨਵੋਲਵਮੈਂਟ ਤੋਂ ਦੂਰ ਰਿਹਾ ਜਾਵੇ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ, ਪੋਲੀਟੀਕਲ ਇਨਵੋਲਵਮੈਂਟ ਦੂਰ ਰਿਹਾ ਜਾਵੇ ਸਭ। ਤੇ ਇਹ ਮੂਵਮੈਂਟ ਵਾਸਤੇ ਮੇਨਲੀ ਦੱਸ ਰਿਹਾ ਮੈਂ ਇਸ ਚੀਜ਼ ਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਕੈਪਟਨ ਸਾਹਿਬ ਨੇ ਕਹਿਤਾ ਸੀ ਜੀ ਹਾਂਜੀ ਮੈਂ ਪੂਰੀ ਸਮਰਥਨ ਕਰਦੇ ਹਾਂ, ਇਹ ਕਰਦੇ ਹਾਂ, ਤੇ ਉਹਨਾਂ ਨੇ ਦਿੱਲੀ ਬੁਲਾ ਕੇ ਕੁਛ ਉਹਨਾਂ ਨੇ ਪਤਾ ਨਹੀਂ ਕਰਨ 'ਚ ਕੀ ਗੱਲ ਕਰਤੀ ਕਿ ਉਹ ਵੀ ਚੁੱਪ ਕਰਕੇ ਹੁਣ ਇਸ ਤਰ੍ਹਾਂ ਹੀ ਹੋਰ ਜਿਹੜੇ ਜਿੰਨੀਆਂ 24 ਪਾਰਟੀਆਂ ਆਪੋਜੀਸ਼ਨ ਪਾਰਟੀਜ਼ ਹੈ ਉਹਨਾਂ ਨੇ ਵੀ ਮਤਲਬ ਸਪੋਰਟ ਕੀਤੀ ਹੈ ਵੀ ਹਾਂ ਅਸੀਂ ਸਪੋਰਟ ਕਰਦੇ ਹਾਂ, ਪਰ ਉਸ ਚੀਜ਼ ਨੂੰ ਤੁਸੀਂ ਬਹੁਤਾ ਰਿਲਾਇਬਲ ਨਾ ਸਮਝੋ। ਕਿਸੇ ਟਾਈਮ ਉਹ ਕਿਸ ਤਰ੍ਹਾਂ ਵੀ ਟਰਸਟ ਕਰ ਸਕਦੇ ਨੇ ਉਹ ਉਸ ਚੀਜ਼ ਦੀ ਹੁਣ ਤੱਕ ਇਹਨਾਂ ਨੇ ਕੀਤਾ ਵੀ ਨਹੀਂ ਹੈ। ਹੁਣ ਤੱਕ ਵੀ ਇਹਨਾਂ ਨੇ ਕਿਹਾ ਵੀ ਅਸੀਂ ਜ਼ਿਆਦਾ ਉਹਨਾਂ ਨੂੰ ਪੋਲੀਟੀਕਲ ਪਾਰਟੀਜ਼ ਨੂੰ ਇਨਵੋਲਵ ਹੋਣ ਨਹੀਂ ਦੇਣਾ। ਕੇਜਰੀਵਾਲ ਸਾਹਿਬ ਗਏ ਸੀ ਕੱਲ, ਉੱਥੇ ਮਿਲ ਕੇ ਆਏ ਨੇ ਸਭ ਜਗ੍ਹਾ ਤੇ। ਕੇਜਰੀਵਾਲ ਸਾਹਿਬ ਦੇ ਹੋਰ ਬਾਕੀ ਆਪਣੇ ਜਿੰਨੇ ਆਪ ਦੇ MLA ਨੇ ਉਹ ਵੀ ਇਨਵੋਲਵਮੈਂਟ ਆਪਣੀ ਸ਼ੋਅ ਕਰੀ ਜਾਂਦੇ ਨੇ। ਉਹ ਮਤਲਬ ਤੁਸੀਂ ਦੇਖਿਆ ਭਗਵੰਤ ਮਾਨ ਦੀ ਵੀਡੀਓ ਆਈ ਆ, ਉਹ ਵੀ ਉੱਥੇ ਬੈਠ ਕੇ ਆਪਣਾ ਕੀ ਨਾਮ ਹੈ ਗਾਜਰ ਕੱਟੀ ਜਾਂਦੇ ਸੀਗੇ ਸ਼ਾਇਦ ਜੀ। ਹੋਰ ਵੀ ਬੰਦੇ ਬੈਠੇ ਨੇ। ਜਿਹੜੇ ਬੰਦੇ ਉਹਨਾਂ ਨੇ ਜਾ ਕੇ ਬੈਠਣਾ ਉਹਨਾਂ ਕਿਸਾਨਾਂ ਦੇ ਨਾਲ ਬੈਠਣਾ ਜਾਂ ਕਿਸਾਨਾਂ ਦੇ ਪਿੱਛੇ ਬੈਠਣਾ, ਕਿਸਾਨਾਂ ਨੂੰ ਅੱਗੇ ਮੂਹਰੇ ਕਰਕੇ ਅਸੀਂ ਤੁਹਾਡੇ ਨਾਲ ਹੈ, ਉਹ ਇਨਵੋਲਵਮੈਂਟ ਠੀਕ ਹੈ। ਜਿਹੜੇ ਤੁਸੀਂ ਕਹਿੰਦੇ ਹੋ ਜਿਸ ਤਰ੍ਹਾਂ ਭਾਸ਼ਣ ਦੇ ਨਹੀਂ ਆਏ ਆ, ਉਹ ਬੰਦਿਆਂ ਨੂੰ ਇਨਵੋਲਵ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਉਹਨਾਂ ਨੂੰ ਤੁਸੀਂ ਉਹਨਾਂ ਨੇ ਪੋਲੀਟੀਕਲ ਆਪਣੇ ਉਹਨਾਂ ਰੋਟੀਆਂ ਸੇਕਣੀਆਂ, ਉਹਨਾਂ ਨੇ ਤਾਂ ਉਸ ਵਾਸਤੇ ਆਏ ਨੇ। ਤੇ ਕੱਲ ਨੂੰ ਤੁਹਾਨੂੰ ਮੋਦੀ ਨੇ ਉਹਨਾਂ ਕੁਝ ਸਮਝਾਤਾ ਕਰਨ ਦੇ ਵਿੱਚ, ਉਹ ਬੰਦੇ ਨੇ ਫੇਰ ਉਹਨੇ ਪਿੱਛੇ ਹਟ ਜਾਣਾ। ਇੱਕ ਵਾਰੀ ਉਹਨਾਂ ਨੇ ਇਨਵੋਲਵ ਹੋ ਕੇ ਕਾਫੀ ਲੋਕਾਂ ਨੂੰ ਆਪਣੇ ਨਾਲ ਅਟੈਚ ਕਰ ਲੈਣਾ, ਉੱਥੋਂ ਹੀ ਗਰੁੱਪਿਜ਼ਮ ਸ਼ੁਰੂ ਹੁੰਦਾ। ਜਦੋਂ ਇੱਕ ਵਾਰੀ ਆ ਜਾਂਦੇ ਨੇ ਉਹ ਉਦੋਂ ਐ ਪਛਾਉਂਦੇ ਨੇ ਆ ਕੇ ਜਿਵੇਂ ਲੱਗਦਾ ਕਿ ਸ਼ਾਇਦ ਏਦੂ ਜ਼ਿਆਦਾ ਹਿਤੈਸ਼ੀ ਕੋਈ ਬੰਦੇ ਹੁੰਦੇ ਹੀ ਨਹੀਂ। ਫਿਰ ਉਹ ਕੁਝ ਬੰਦਿਆਂ ਨੂੰ ਇੰਨਾ ਨਾਲ ਆਪਣੇ ਇਨਵੋਲਵ ਕਰ ਲੈਂਦੇ ਨੇ ਕਿ ਫਿਰ ਉਸ ਵਕਤ ਅਗਲੇ ਨੂੰ ਲੱਗਦਾ ਕਿ ਇਹੀ ਬੰਦਾ ਸਹੀ ਆ। ਬਾਕੀ ਜਿਵੇਂ ਆਪਾਂ ਆਪਣੀ ਪਾਰਟੀ 'ਚ ਵੀ ਹੋਇਆ ਸੀ ਪਹਿਲਾਂ, ਇਹ ਪਾਰਟੀ ਵੀ ਆਪਣੇ ਕੋਲ ਬੰਦਾ ਇਨਵੋਲਵ ਹੋਇਆ ਸੀਗਾ ਤੇ ਬਾਅਦ ਦੇ ਵਿੱਚ ਉਹ ਬਾਹਰ ਨਿਕਲਿਆ ਤੇ ਉਹ ਕਿੰਨੇ ਬੰਦਿਆਂ ਨਾਲ ਲੈ ਕੇ ਬਾਹਰ ਨਿਕਲਿਆ ਜੀ। ਇਹੀ ਚੀਜ਼ਾਂ ਨੇ ਮਤਲਬ ਵੀ ਉਹ ਚੀਜ਼ਾਂ ਤੋਂ ਆਪਾਂ ਨੂੰ ਥੋੜਾ ਜਿਹਾ ਗੁਰੇਜ਼ ਕਰਨ ਦੀ ਗੱਲ ਹੈ ਕਿ ਇਹ ਜਿਹੇ ਬੰਦਿਆਂ ਨੂੰ ਇਨਵੋਲਵ ਨਾ ਹੋਣ ਦਿਓ ਤੇ ਆਪਾਂ ਨੂੰ ਬੜੀ ਪੀਸਫੁਲੀ ਜਿਸ ਤਰ੍ਹਾਂ ਚੱਲ ਰਿਹਾ ਹੈ ਇਸ ਤਰ੍ਹਾਂ ਅੱਗੇ ਵਧਣਾ ਇਸ ਚੀਜ਼ ਨੂੰ। ਹੁਣ 8 ਤਰੀਕ ਤਾਂ ਆਈਡੀਆ 'ਚ ਹੋ ਚੁੱਕੀ ਹੈ ਤੇ ਬੰਦ ਸ਼ੁਰੂ ਹੋ ਗਿਆ ਹੋਣਾ, ਬੜਾ ਉਹਨਾਂ ਨੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਮੇਨ ਸਟਿਕ ਜਿਹੜਾ ਰੱਖਿਆ ਹੋਇਆ ਤੇ ਉਹ ਟਾਈਮ ਵੀ ਥੋੜੀ ਦੇਰ ਤੱਕ ਆਉਣ ਵਾਲਾ। ਪੀਸਫੁਲ ਚੱਲ ਰਿਹਾ ਬੜਾ ਤੇ ਉਸ ਚੀਜ਼ ਨੂੰ ਤੇ ਬੜਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਹੋਰ ਤੁਸੀਂ ਉਹੀ ਜਿਸ ਤਰ੍ਹਾਂ ਚੱਲ ਰਹੇ ਹੋ ਇਸੇ ਤਰ੍ਹਾਂ ਦੀ ਚੱਲਦੇ ਰਹੋ ਤਾਂ ਇਹੀ ਮਤਲਬ ਆਪਣੀ ਇਹ ਹੈ ਵੀ ਜੰਗ ਜਾਰੀ ਰੱਖਿਓ ਕਿ ਮਤਲਬ ਜਿੱਤ ਜ਼ਰੂਰ ਹੋਣੀ ਹੈ। ਇਸ ਚੀਜ਼ ਦੇ ਮਤਲਬ ਵੀ ਜਿੱਤ ਤਾਂ ਹੋਣੀ ਹੈ ਇਸ ਚੀਜ਼ ਕਰਕੇ। ਇਸ ਨੂੰ ਹੁਣ ਤੱਕ ਜਦੋਂ ਇੰਨੀ ਇਨਵੋਲਵਮੈਂਟ ਹੋ ਚੁੱਕੀ ਹੈ, ਬੱਚਿਆਂ ਦੀ ਇਨਵੋਲਵਮੈਂਟ ਹੋ ਚੁੱਕੀ ਹੈ, ਸਾਰੀ ਫੈਮਿਲੀਜ਼ ਦੀ ਤੁਹਾਡੀ ਲੇਡੀਜ਼ ਦੀ ਇਨਵੋਲਵਮੈਂਟ ਹੋ ਚੁੱਕੀ ਹੈ ਹਨਾ, ਤੇ ਇਦੋਂ ਵੱਧ ਇਨਵੋਲਵਮੈਂਟ ਐਡੂ ਤਕੜੀ ਮੂਵਮੈਂਟ ਮੈਨੂੰ ਲੱਗਦਾ ਆਪਾਂ ਸ਼ਾਇਦ ਲਾਈਫ 'ਚ ਨਾ ਦੇਖੀਏ ਤੇ ਨਾ ਅੱਗੇ ਦੇਖੀਏ। ਇਹ ਇੰਟਰਨੈਸ਼ਨਲ ਲੈਵਲ ਤੱਕ ਜਾ ਚੁੱਕੀ ਹੈ, ਸਾਰੇ ਵਰਲਡ ਵਾਈਡ ਇੰਨੇ ਲੋਕ ਇਹਦੇ 'ਚ ਇਨਵੋਲਵ ਹੋ ਚੁੱਕੇ ਹੈ ਤੇ ਇਸ ਚੀਜ਼ ਨੂੰ ਇੰਨੀ ਜਲਦੀ ਰੋਕ ਲਾਣਾ ਕੋਈ ਬਹੁਤੀ ਐਡੀ ਈਜ਼ੀ ਕੰਮ ਨਹੀਂ ਹੈਗਾ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਨਾਂ ਨੇ ਹੁਣ ਜੈਮਰ ਲਗਾਉਣੇ ਜਾਂ ਉਹਨਾਂ ਨੇ ਆਰਮੀ ਬੁਲਾਉਣੀ ਜਾਂ ਜਿਸ ਤਰ੍ਹਾਂ ਹੁਣੇ ਤੂੰ ਸਭ ਕਹਿ ਕੇ ਹਟੇ ਨੇ ਕਿ ਕਹਿੰਦੇ ਆ ਲੇਡੀਜ਼ ਨੂੰ ਬੱਚਿਆਂ ਨੂੰ, ਜਿਸ ਤਰ੍ਹਾਂ ਉਹ ਕਹਿ ਰਹੇ ਕਿ ਤੁਸੀਂ ਘਰ ਪਹੁੰਚੋ ਸਾਰਾ ਕੁਛ। ਇਹਦੇ ਵੀ ਇਹ ਸੋਚ ਕੇ ਚੱਲੋ ਜੇ ਆਪਾਂ ਉਹਨਾਂ ਦੀ ਹਿਸਟਰੀ ਦੇਖੀਏ ਵੀ ਕੋਈ ਪੋਜ਼ਿਟਿਵ ਸਾਈਨ ਨਹੀਂ ਹੈਗਾ। ਜੇ ਉਹਨਾਂ ਦੀ ਹਿਸਟਰੀ ਦੇਖ ਕੇ ਚੱਲੀਏ ਨਾ ਤਾਂ ਇਹਨੂੰ ਵੀ ਦੇਖ ਕੇ ਆਪਾਂ ਚੀਜ਼ਾਂ ਸੋਚ ਕੇ ਆਪਾਂ ਨੂੰ ਅਲਰਟ ਹੋਣ ਦੀ ਲੋੜ ਹੈ ਕਿ ਇਹ ਤੁਸੀਂ ਇਹ ਨਾ ਸੋਚੋ ਕਿ ਸ਼ਾਇਦ ਉਹ ਸਾਡੇ ਬਾਰੇ ਸੋਚ ਰਹੇ ਨੇ ਤੇ ਸਾਡੇ ਲੇਡੀਜ਼ ਬਾਰੇ ਜਾਂ ਸਾਡੇ ਬਜ਼ੁਰਗਾਂ ਬਾਰੇ ਸੋਚ ਰਹੇ ਨੇ।
ਜੇ ਇੰਨੇ ਪਤਾ ਹੁੰਦਾ ਤਾਂ ਅੱਜ ਵੀ 2 ਬਜ਼ੁਰਗ ਉੱਥੇ ਦੀ ਡੈਥ ਹੋਈ ਹੈ ਠੰਡ ਨਾਲ, 2 ਬਜ਼ੁਰਗ ਮਰ ਗਏ। ਜੇ ਇੰਨੇ ਪਤਾ ਹੁੰਦਾ ਤਾਂ ਸ਼ਾਇਦ ਉਹ ਇਹ ਵੀ ਨਾ ਹੋਣ ਦਿੰਦੇ, ਜਾਂ ਨਹੀਂ ਹੁੰਦਾ ਉਹਨਾਂ ਨੂੰ। ਇਸ ਕਰਕੇ ਇਹ ਚੀਜ਼ਾਂ ਤੇ ਅਲਰਟ ਹੋਣ ਦੀ ਲੋੜ ਹੈ। ਇਹ ਆਪਣੇ ਤੁਹਾਡੇ ਭਲੇ ਵਾਸਤੇ ਨਹੀਂ ਕਰ ਰਹੇ ਇਹ ਚੀਜ਼ਾਂ। ਅਲਰਟ ਹੋ ਤੇ ਇਹਨਾਂ ਦਾ ਹੋਰ ਹੀ ਮੋਟਿਵ ਨੇ ਕੁਛ, ਇਹ ਅਗਲੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਮੈਨੂੰ ਉਹੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਮੈਨੂੰ ਖਦਸ਼ਾ ਉਸ ਚੀਜ਼ ਦਾ ਹੈ, ਡਰ ਹੈ ਇਸ ਚੀਜ਼ ਦਾ, ਜਿਹੜਾ ਅਸੀਂ ਨਹੀਂ ਚਾਹੁੰਦੇ ਕਿ ਇਹ ਚੀਜ਼ ਲਿੰਗਰ ਔਨ ਹੋਵੇ ਤੇ ਕਿਸੇ ਅਨਵਾਂਟਡ ਐਲੀਮੈਂਟਸ ਦੇ ਹੱਥ 'ਚ ਪਹੁੰਚ ਜੇ। ਤਾਂ ਇਹ ਚੀਜ਼ ਨੂੰ ਨਾ ਆਪਾਂ ਫਾਰਮਰ ਚਾਹੁੰਦੇ ਨੇ, ਨਾ ਅਸੀਂ ਚਾਹੁੰਦੇ ਹਾਂ, ਤੇ ਨਾ ਹੀ ਇਹ ਕਿਸੇ ਸਰਕਾਰ ਦੇ ਫਾਇਦੇ 'ਚ ਰਹਿਣ ਵਾਲੀ ਚੀਜ਼ਾਂ ਨੇ। ਉਸ ਕਰਕੇ ਇਹ ਹੈ ਵੀ ਬੰਦ ਜਿਹੜਾ ਕੱਲ੍ਹ ਵਾਲਾ ਉਹ ਸ਼ਾਂਤਮਈ ਹੋਣਾ ਚਾਹੀਦਾ ਹੈ। ਤੇ ਨਾਲ ਦੀ ਨਾਲ ਜਿਹੜਾ 9 ਤਰੀਕ ਨੂੰ ਇਹਨਾਂ ਨੇ ਦੁਬਾਰੇ ਕੁਝ ਬੁਲਾ ਕੇ ਇਹਨਾਂ ਨੇ ਕਿਹਾ ਮੀਟਿੰਗ ਕਰਨੀ ਹੈ, ਉਹਦੇ ਵਿੱਚ ਇਹਨਾਂ ਨੂੰ ਹੁਣ ਇਹ ਸਟ੍ਰਿਕਟਲੀ ਜੋ ਚੀਜ਼ ਹੈ ਰਿਜ਼ੋਲਵ ਕਰਨੀ ਬਣਦੀ ਹੈ। ਜੇ 9 ਤਰੀਕ ਤੱਕ ਕੋਈ ਫੈਸਲਾ ਨਹੀਂ ਆਉਂਦਾ, ਇਹ ਨਹੀਂ ਕਰਦਾ, ਤਾਂ ਇਹ ਚੀਜ਼ ਕੋਈ ਵੀ ਟਵਿਸਟ ਲੈ ਸਕਦੀ ਹੈ। ਇਹ ਅਸੀਂ ਚਾਹੁੰਦੇ ਹਾਂ ਵੀ ਉਸ ਤੋਂ ਬਚਿਆ ਜਾਵੇ। ਉਦੋਂ ਬਾਅਦ ਬੜੀਆਂ ਤਾਕਤਾਂ ਬੈਠੀਆਂ ਹੁੰਦੀਆਂ ਜਿਹੜੇ ਦੇਸ਼ ਦੇ ਅਗੇਂਸਟ ਹੁੰਦੀਆਂ ਜਾਂ ਰਾਸ਼ਟਰ ਏਕਤਾ ਦੇ ਅਗੇਂਸਟ ਹੁੰਦੀਆਂ, ਉਹ ਚੀਜ਼ਾਂ ਇਨਵੋਲਵ ਹੋ ਜਾਂਦੀਆਂ। ਤੇ ਉਹ ਚੀਜ਼ਾਂ ਜੇ ਇਨਵੋਲਵ ਹੋ ਜਾਣ, ਉਹ ਐਲੀਮੈਂਟਸ ਇਨਵੋਲਵ ਹੋ ਜਾਣ, ਤੇ ਉਹਦੇ ਨਾਲ ਨਾ ਕਿਸਾਨਾਂ ਦਾ ਭਲਾ ਹੋਣ ਵਾਲਾ ਹੈ, ਨਾ ਕਿਸੇ ਦੇਸ਼ ਦਾ ਭਲਾ ਹੋਣ ਵਾਲਾ ਹੈ। ਇਹ ਮੋਦੀ ਵਰਗੇ ਤਾਂ ਬਥੇਰੇ ਆਏ ਚਲੇ ਗਏ ਨੇ, ਹੋਰ ਬਥੇਰੇ ਚਲੇ ਜਾਣਗੇ, ਪਰ ਇਹ ਦੇਸ਼ ਦਾ ਜਾਂ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਊਗਾ। ਅਸੀਂ ਉਸ ਚੀਜ਼ ਤੋਂ ਗੁਰੇਜ਼ ਕਰਦੇ ਹਾਂ। ਅਸੀਂ ਇਸ ਚੀਜ਼ ਦੇ ਚਾਹੁੰਦੇ ਉਹ ਚੀਜ਼ਾਂ ਨਾ ਹੋਣ, ਨਾ ਅਸੀਂ ਦੇਖੀਏ, ਨਾ ਸਾਡੇ ਬੱਚੇ ਦੇਖਣ ਉਹ ਚੀਜ਼ਾਂ। ਤੇ ਉਹ ਸਾਨੂੰ ਬਹੁਤ ਹੀ ਮਤਲਬ ਪਤਾ ਨਹੀਂ, ਮੈਨੂੰ ਲੱਗ ਰਿਹਾ ਕਿ ਉਹ ਬਹੁਤ ਮਾੜੀ ਚੀਜ਼ ਹੋਣ ਵਾਲੀ ਹੈ ਜੇ ਉਹ ਚੀਜ਼ ਤੱਕ ਪਹੁੰਚ ਜਾਵੇ ਬੱਚੇ ਤੇ। ਉਸ ਚੀਜ਼ ਨੂੰ ਆਪਾਂ ਅਵੋਇਡ ਕਰਨ ਵਾਸਤੇ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਜਲਦੀ ਰਿਜ਼ੋਲਵ ਕਰੋ, ਸਾਰੇ ਆਪਣੇ ਘਰ ਪਹੁੰਚਣ ਤੇ ਆਪਣੇ ਜਿਸ ਤਰ੍ਹਾਂ ਪਹਿਲਾਂ ਕੰਮ ਸੀਗੇ ਸ਼ਾਂਤਮਈ ਤਰੀਕੇ ਨਾਲ ਆਪਣੇ ਕੰਮਾਂ 'ਚ ਸਾਰੇ ਹੋਣ, ਤੇ ਕਰੋਨਾ ਤੋਂ ਵੀ ਬਾਹਰ ਆਉਣ ਸਾਰੇ ਲੋਕ, ਤੇ ਤਾਂ ਕਿ ਆਪਾਂ ਨੂੰ ਜਿਸ ਤਰ੍ਹਾਂ ਪਹਿਲਾਂ ਦੁਨੀਆ ਚੱਲਦੀ ਸੀ ਆਪਣੀ, ਸਾਰੇ ਇੱਕ ਦੂਜੇ ਮਿਲ ਖੁੱਲ ਕੇ ਸਾਰੇ ਆਪਾਂ ਉਦੋਂ ਹੀ ਅੱਗੇ ਮੂਵ ਕਰੀਏ ਆਪਣੀ ਜ਼ਿੰਦਗੀ 'ਚ। ਜੀ ਅਮਨਵੀਰ ਜੀ ਤੁਹਾਡਾ ਵੀ ਧੰਨਵਾਦ। ਗੁਰਿੰਦਰ ਤੂਰ ਅੰਕਲ ਜੀ ਤੁਹਾਡਾ ਵੀ ਧੰਨਵਾਦ। ਬਲਜਿੰਦਰ ਭਾਜੀ ਟੈਕਨੀਕਲੀ ਸਪੋਰਟ ਦੇਣ ਵਾਸਤੇ ਤੁਹਾਡਾ ਵੀ ਥੈਂਕ ਯੂ। ਹਾਂਜੀ 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 ਹਾਂਜੀ। ਐਕਚੁਅਲੀ ਮੈਂ ਵੀ ਅਪੀਲ ਕਰਨੀ ਚਾਹੁੰਦਾ, ਪਿੰਡਾਂ ਵਾਲਿਆਂ ਦਾ ਅਪੀਲ ਹੈਗੀ ਆ, ਪਿੰਡਾਂ ਵਾਲੇ ਤਾਂ ਹੈਗੇ ਇਨਵੋਲਵ, ਸ਼ਹਿਰੀ ਵੀ ਜਿਹੜੇ ਹੈਗੇ ਆ ਜਿਵੇਂ ਕਾਰਖਾਨੇਦਾਰ ਹੈਗੇ ਆ, ਦੁਕਾਨਦਾਰ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਐਕਚੁਅਲੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ। ਔਰ ਜਿਹੜੇ 4 ਘੰਟੇ ਦਾ ਜਿਹੜਾ ਬੰਦ ਦਾ ਸੱਦਾ ਦਿੱਤਾ, ਉਹਦੇ 'ਚ ਪੂਰਾ ਹੁਮਾ ਕੇ ਮਤਲਬ ਉਹਦੇ 'ਚ ਭਾਗ ਲੈਣਾ ਚਾਹੀਦਾ, ਠੀਕ ਹੈ ਨਾ। ਕਿਉਂਕਿ ਇਹ ਸਿਰਫ ਇਕੱਲਾ ਕਿਸਾਨਾਂ ਦਾ ਹੀ ਨਹੀਂ, ਉਹ ਸਾਰਿਆਂ ਦਾ ਹੀ ਹੈ, ਜਿਹੜੇ ਵੀ ਰੋਟੀ ਖਾਂਦੇ ਆ। ਤਿੰਨ ਟਾਈਮ ਆਪਾਂ ਰੋਟੀ ਖਾਂਦੇ ਹਾਂ ਨਾ, ਸੋ ਆਪਾਂ 3 ਜਾਂ 4 ਘੰਟੇ ਤਾਂ ਕੱਢ ਹੀ ਸਕਦੇ ਉਹਨਾਂ ਵਾਸਤੇ ਨਾ। ਸੋ ਮੈਂ ਜਾਂਦੇ ਹੋਏ ਇੱਕ ਨਾ ਥੋੜੀ ਜਿਹੀ ਵੀਡੀਓ ਸ਼ੋਅ ਕਰਨੀ ਚਾਹੁੰਦਾ, ਜਿਹੜੇ ਕਿ ਕੇਜਰੀਵਾਲ ਹੁਣੀ ਕੀ ਸੋਚਦੇ ਆ ਕਿਸਾਨਾਂ ਬਾਰੇ। ਹਾਂਜੀ। जब देश आजाद हुआ था, कम से कम 15, 20, 25 साल तक देश के अंदर अनाज की भारी कमी होती थी। किसानों ने 24 घंटे धूप में मेहनत करके हरित क्रांति को जन्म दिया। हम लोग तो 10 मिनट बैठ जाए तो पसीने आ जाते हैं, और किसान तो 24 घंटे ऐसी धूप में काम करता है। अगली फसल बुआई करने का समय है, और अगर किसान को अपने खेत छोड़ के प्रदर्शन करना पड़ रहा है, तो ये लानत है पूरे समाज के ऊपर। अखबार में आता है पूरे देश में केवल 6% किसानों का एमएसपी में उठाते हैं सरकार। तो अगर एमएसपी में केवल 6% फसल उठती है पूरे देश में, तो जाने का चुनावी सरकारों के ऊपर। जब हमारी सरकार बनी दिल्ली में, सरकारी अस्पतालों का बुरा था, अस्पताल बंद नहीं करे, अस्पताल ठीक करे। सरकारी स्कूलों का बुरा हाल था, हमने सरकारी स्कूल बंद नहीं करे, हमने स्कूल ठीक करे। ये कानूनी तौर पे अनिवार्य कर दिया जाए कि 100% फसल एमएसपी पे उठाएंगे पूरे देश के अंदर। ये कानून लाया जाए।
कि कल को ये कर दोगे, देखो पूरे देश के अंदर छोटी कितनी बन जाएगी। कितना होगा, जितनी लागत उसका 1.5 गुना। ਚਲੋ ਤੁਹਾਡਾ ਸਾਰਿਆਂ ਦਾ, ਅਮਨਵੀਰ ਜੀ, ਗੁਰਿੰਦਰ ਅੰਕਲ ਦਾ, ਬਲਜਿੰਦਰ ਵੀਰ ਜੀ, ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ ਧੰਨਵਾਦ। ਉਮੀਦ ਕਰਦੇ ਹਾਂ ਕਿ ਜਿਹੜਾ ਅੱਜ ਦਾ ਬੰਦ ਹੈ ਸਕਸੈਸਫੁਲ ਹੋਵੇ, ਸ਼ਾਂਤੀਪੂਰਵਕ ਹੋਵੇ, ਤੇ ਆਪਾਂ ਜਿਹੜਾ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰਕਾਰਾਂ ਤੇ, ਉਹ ਬਿਲਡ ਕਰਨ ਦੇ ਵਿੱਚ ਕਾਮਯਾਬ ਹੋਈਏ, ਤੇ ਜਿਹੜਾ ਅੰਦੋਲਨ ਹੈਗਾ ਉਹ ਕਿਸੇ ਸੁਚਾਰੂ ਢੰਗ ਨਾਲ ਤੇ ਕਿਸੇ ਨਤੀਜੇ ਵੱਲ ਨੂੰ ਤੁਰਦਾ ਬਣੇ। ਸੋ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ। ਆਪਾਂ ਕੱਲ ਨੂੰ ਦੁਬਾਰਾ ਫਿਰ ਮਿਲਦੇ ਹਾਂ। ਬਿਲਕੁਲ ਜੀ, ਧੰਨਵਾਦ। ਜੈ ਜਵਾਨ ਜੈ ਕਿਸਾਨ। ਜੈ ਜਵਾਨ ਜੈ ਕਿਸਾਨ।